ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਵੀਰਾਂ ਔਰ ਭੈਣਾਂ ਇਸ ਗੁਰਮਤ ਕਲਾਸ ਦੇ ਵਿੱਚ ਸਵਾਗਤ ਹੈ। ਉਹਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਵੀਰ ਭੈਣਾਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਰਨ ਕੀਤੀ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਆਪ ਜੀ ਦੇ ਨਾਲ 11ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਤੇ ਇਸ ਦੇ ਨਾਲ 2 ਸ਼ਲੋਕ ਵੀ ਤਿੰਨ ਸੂਈ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਤੇ ਆਓ ਅਸੀਂ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਗੁਰੂ ਜੀ ਪਹਿਲੇ ਸ਼ਲੋਕ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਸਾਡੀ ਜ਼ਿੰਦਗੀ ਦੇ ਅੰਦਰ ਦੁਖਾਂਤ ਕੀ ਵਾਪਰਿਆ ਹੈ, ਜੀਵਨ ਵਿੱਚ, ਮਾਨਸਿਕਤਾ ਵਿੱਚ ਔਰ ਸਮਾਜ ਦੇ ਅੰਦਰ, ਜਿਸ ਨੂੰ ਉਸ ਵਕਤ ਵੀ ਦੂਰ ਕਰਨ ਦੀ ਜ਼ਰੂਰਤ ਸੀ ਔਰ ਅੱਜ ਵੀ ਤੇ ਹਮੇਸ਼ਾ ਹੀ ਰਹਿੰਦੀ ਹੈ ਕਿ ਐਸੀ ਅਗਿਆਨਤਾ ਜਾਂ ਕੁਛ ਕਰਮ ਸਾਡੀ ਜ਼ਿੰਦਗੀ ਵਿੱਚ ਨਾ ਆਉਣ ਜਿਨ੍ਹਾਂ ਕਰਕੇ ਸਾਡੇ ਜੀਵਨ ਦੇ ਅੰਦਰ ਦੁੱਖ ਪੈਦਾ ਹੁੰਦਾ ਹੈ। ਹਮੇਸ਼ਾ ਅਸੀਂ ਸੁਚੇਤ ਰਹੀਏ, ਐਸੇ ਕਰਮ ਕਰੀਏ ਜਿਨ੍ਹਾਂ ਦੇ ਸਾਡੀ ਜ਼ਿੰਦਗੀ ਵਿੱਚ ਵੀ ਸੁੱਖ ਸ਼ਾਂਤੀ ਹੋਵੇ ਔਰ ਅਸੀਂ ਦੂਜੇ ਲੋਕਾਂ ਨੂੰ ਸੁੱਖ ਸ਼ਾਂਤੀ ਦੇ ਸਕੀਏ। ਤਾਂ ਗੁਰੂ ਸਾਹਿਬ ਜੀ ਪਹਿਲੇ ਸ਼ਲੋਕ ਵਿੱਚ ਬਚਨ ਕਰਦੇ ਹਨ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਗੁਰੂ ਜੀ ਕਹਿੰਦੇ ਹਨ ਮਨੁੱਖੀ ਸੋਚ ਵਿੱਚ ਸੱਚ ਦਾ ਕਾਲ ਪੈ ਗਿਆ। ਸੱਚ ਕਾਲ ਪੈ, ਕੂੜ ਵਰਤਿਆ ਔਰ ਮਨੁੱਖੀ ਸੋਚ ਦੇ ਅੰਦਰ ਝੂਠ ਦਾ ਜਿਹੜਾ ਹੈ ਉਹ ਬੋਲਬਾਲਾ ਹੈ। ਕਲਖ ਬੇਤਾਲ ਤੇ ਕਲ ਦਾ ਮਤਲਬ ਜੋ ਕਲ ਕਲੇਸ਼ ਵਾਲੇ ਕਰਮ ਨੇ, ਵਿਕਾਰ ਨੇ, ਇਹਨਾਂ ਦੇ ਨਾਲ ਮਨੁੱਖ ਭੂਤਨਾ ਬਣਿਆ ਹੋਇਆ ਹੈ। ਬੇਤਾਲ ਦਾ ਮਤਲਬ ਭੂਤਨਾ, ਤਾਲ ਤੋਂ ਖੁੰਝਿਆ ਹੋਇਆ, ਜੋ ਜੀਵਨ ਸਫਰ ਤੋਂ ਖੁੰਝ ਗਿਆ ਹੈ। ਇੱਥੇ ਵੀ ਸਪਸ਼ਟ ਹੋ ਰਹੀ ਹੈ ਕਿ ਭੂਤ ਕੌਣ ਹੈ। ਭੂਤ ਉਹ ਮਨੁੱਖ ਹੀ ਹੈ ਜੋ ਸੱਚ ਦੇ ਨਾਲੋਂ ਟੁੱਟ ਗਿਆ, ਜਿਸ ਦੀ ਜ਼ਿੰਦਗੀ ਦੇ ਅੰਦਰ ਵਿਕਾਰ ਆ ਗਿਆ। ਨਾਮਹੀਨ ਫਿਰੈ ਬੇਤਾਲ, ਨਾਮ ਤੋਂ ਹੀਣੇ ਮਨੁੱਖ ਹੀ ਭੂਤ ਨੇ। ਤੇ ਐਸੇ ਭੂਤ ਨੇ ਇਸ ਦੁਨੀਆ ਵਿੱਚ ਕਈ ਕੋਟ ਭੂਤ ਪ੍ਰੇਤ ਉਡਾਈ ਨੇ। ਪ੍ਰੇਤ ਕੌਣ ਹੈ? ਕਲਮਹਿ ਪ੍ਰੇਤ ਜਿਨਨੀ ਰਾਮ ਨਾ ਪਛਾਤਾ, ਸਤਜੁਗ ਪਰਮਹੰਸ ਵਿਚਾਰੀ। ਯਾਨੀ ਉਹ ਇਨਸਾਨ ਪ੍ਰੇਤ ਹੀ ਹੈ ਜਿਸ ਨੇ ਸਾਰਿਆਂ ਦੇ ਅੰਦਰ ਰੱਬ ਨੂੰ ਨਹੀਂ ਵੇਖਿਆ, ਔਰ ਜੋ ਇਨਸਾਨ ਇਨਸਾਨਾਂ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਦਾ, ਉਹ ਪ੍ਰੇਤ ਹੈ। ਤੇ ਜਿੰਨ ਕੌਣ ਹੈ? ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖੀ ਸੋਚ ਅੰਦਰ, ਜਿਸ ਦੀ ਸੋਚ ਵਿੱਚ, ਇਹ ਨਹੀਂ ਕਿ ਸਾਰਿਆਂ ਦੀ, ਜਿਸ ਮਨੁੱਖ ਦੀ ਸੋਚ ਦੇ ਅੰਦਰ ਸੱਚ ਦਾ ਕਾਲ ਪੈ ਜਾਏ ਔਰ ਉਹਦੀ ਸੋਚ ਦੇ ਅੰਦਰ ਕੂੜ ਵਰਤ ਜਾਏ, ਉਹ ਮਨੁੱਖ ਬੇਤਾਲਾ ਹੋ ਜਾਂਦਾ ਹੈ, ਜੀਵਨ ਦੀ ਤਾਲ ਤੋਂ ਖੁੰਝ ਜਾਂਦਾ ਹੈ, ਉਹ ਭੂਤਨਾ ਹੁੰਦਾ। ਤੇ ਜੇ ਸਾਰੇ ਪਰਿਵਾਰ ਦੀ ਸੋਚ ਐਸੀ ਬਣ ਜਾਏ ਤਾਂ ਸਾਰਾ ਪਰਿਵਾਰ ਜੀਵਨ ਦੇ ਅਸਲ ਮਾਰਗ ਤੋਂ ਖੁੰਝ ਕੇ ਭੂਤਨਾ ਬਣ ਜਾਏਗਾ। ਤੇ ਜੇ ਪੂਰੇ ਸਮਾਜ ਦੇ ਅੰਦਰ ਇਹ ਦੋਸ਼ ਆ ਜਾਏ ਕਿ ਸਮਾਜ ਅੰਦਰ, ਸੰਸਾਰ ਸੱਚ ਦਾ ਕਾਲ ਪੈ ਜਾਏ ਔਰ ਝੂਠ ਜ਼ਿੰਦਗੀ ਦੇ ਅੰਦਰ ਝੂਠ ਦਾ ਬੋਲਬਾਲਾ ਹੋ ਜਾਏ, ਤਾਂ ਉਹ ਇਨਸਾਨ ਭੂਤਨੇ ਹੀ ਹੋ ਜਾਂਦੇ ਨੇ, ਜੀਵਨ ਦੀ ਅਸਲ ਤਾਲ ਤੋਂ ਖੁੰਝ ਜਾਂਦੇ ਨੇ। ਅਗਲਾ ਬਚਨ ਕਰਦੇ ਨੇ, ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ। ਦੇਖੋ ਅਸੀਂ ਕਿਸਾਨ ਵੀਰ ਆ ਸਾਰੇ, ਜਦੋਂ ਅਸੀਂ ਬੀਜ ਕੋਈ ਵੀ ਬੀਜ ਦਾ ਤੇ ਉਹ ਪੂਰਾ ਦਾਣਾ ਜਿਹੜਾ ਸਾਬਤ ਹੈ ਉਹ ਉਗਦਾ ਹੈ। ਜੇ ਕੋਈ ਛੋਲੇ ਬੀਜੇ ਸਾਬਤ ਤੇ ਉਹ ਉਗਣਗੇ, ਪਰ ਜੇ ਕੋਈ ਛੋਲੇ ਦਲ ਕੇ ਬੀਜ ਦੇਵੇ, ਦਾਲ ਬਣਾ ਕੇ, ਕਿ ਚਲੋ ਸਿੱਧੀ ਛੋਲੇ ਬੀਜਣੇ ਨੇ, ਦਾਲ ਬੀਜਦੇ ਨੇ, ਦਲੀ ਦਲਾਈ ਦਾਲ ਹੀ ਉਗ ਪੈਗੀ, ਤਾਂ ਦਾਲ ਕਦੇ ਉਗਦੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਇਹਨਾਂ ਨੇ ਬੀਜ ਬੀਜੇ, ਉਹ ਇੱਜ਼ਤ ਮਾਨ ਦੇ ਨਾਲ ਗਏ। ਜੇ ਦਾਣਾ ਬੀਜਾਂਗੇ ਉਹਦੇ ਤੇ ਪੱਤੇ, ਉਹਦੇ ਵਰਕਸ਼ ਵੀ ਬਣੇਗਾ, ਟਹਿਣੀਆਂ, ਟਹਿਣੇ, ਫੁੱਲ ਔਰ ਫਲ ਵੀ ਲੱਗਣਗੇ। ਪਰ ਜੇ ਬੀਜ ਦਰੜਿਆ ਹੋਏ ਤੇ ਉਹ ਦਾਲ ਨਹੀਂ ਉਗਦੀ। ਤਾਂ ਇੱਥੇ ਹੁਣ
दलिया होया बीज की है और साबत बीज की है। देखो मन दी साबती, मन दी पाकीज़गी, जो बंदा मन बचन और कर्म करके एक है, वो साबत बीज है। जिदे मन विच भी सच है, बोलां विच भी सच है और कर्मां दे अंदर भी सच है, ਉਹ बीज उगेगा, फले फुलेगा। ਉਹਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਦੇ ਫੁੱਲ ਵੀ ਲੱਗਣਗੇ, ਫਲ ਵੀ ਲੱਗਣਗੇ, ਉਹਨੂੰ ਸੁੱਖ ਦਾ ਫਲ ਵੀ ਮਿਲੇਗਾ, ਉਹਨੂੰ ਇੱਜ਼ਤ ਮਿਲੇਗੀ। ਉਗਵੇ ਦਾਲ, ਦਾਲ ਦਾ ਮਤਲਬ ਦਲਿਆ ਹੋਇਆ ਮਨ, ਜਿਸ ਮਨ ਦੇ ਅੰਦਰ ਦੁਬਦਾ ਹੈ, ਜਿਹੜਾ ਮਨ ਦੋ ਫਾੜ ਹੋ ਗਿਆ ਹੈ, ਅੰਦਰ ਕੁਛ ਹੋਰ ਹੈ, ਬਾਹਰੋਂ ਕੁਛ ਹੋਰ ਹੈ, ਉਸ ਬੰਦੇ ਨੂੰ ਰੱਬੀ ਦਰਗਾਹ ਵਿੱਚ, ਰੱਬੀ ਦਰ ਤੇ ਮਾਨ ਨਹੀਂ ਮਿਲਦਾ। ਇਸ ਦੁਨੀਆ ਵਿੱਚ ਵੀ ਮਾਨ ਨਹੀਂ ਮਿਲਦਾ, ਉਹਨੂੰ ਕਦੇ ਸਫਲਤਾ ਵੀ ਨਹੀਂ ਮਿਲਦੀ, ਕਿਉਂਕਿ ਕਨਫਿਊਜ਼ ਹੈ, ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ। ਆਮ ਦੁਨੀਆ ਵਿੱਚ ਦੇਖ ਲਓ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣਾ ਹੈ। ਆਮ ਦੁਨੀਆ ਵਿੱਚ ਆਪਣੇ ਰਿਸ਼ਤਿਆਂ ਨਾਤਿਆਂ ਵਿੱਚ, ਮਿੱਤਰਤਾ ਵਿੱਚ, ਜਿਸ ਬੰਦੇ ਦੇ ਅੰਦਰ ਕੁਝ ਹੋਰ ਹੋਵੇ, ਬਾਹਰ ਕੁਝ ਹੋਰ ਹੋਵੇ, ਉਹਦੇ ਨਾਲ ਅਸੀਂ ਵਰਤਦੇ ਤੇ ਰਹਿੰਦੇ ਹਾਂ, ਪਰ ਸੱਚੀ ਇੱਜ਼ਤ ਨਹੀਂ ਉਹਨੂੰ ਦਿੰਦੇ। ਜੇ ਸਾਡੇ ਮਨ ਵਿੱਚ ਐਸਾ ਹੋਵੇ ਤੇ ਸਾਨੂੰ ਸੱਚੀ ਇੱਜ਼ਤ ਨਹੀਂ ਮਿਲਦੀ। ਤਾਂ ਸੱਚੀ ਇੱਜ਼ਤ ਹਾਸਲ ਕਰਨ ਲਈ, ਸਤਿਕਾਰ ਹਾਸਲ ਕਰਨ ਵਾਸਤੇ ਸਾਨੂੰ ਦੋ ਫਾੜ ਹੋਣ ਤੋਂ ਬਚਣਾ ਚਾਹੀਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅੰਦਰ ਕੂੜ ਵਰਤਿਆ ਹੋਇਆ ਹੈ ਔਰ ਦਾ ਕਾਲ ਪੈ ਗਿਆ ਹੈ, ਤੇ ਮਨ ਦੇ ਅੰਦਰ ਵੀ ਦੁੱਧ, ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਐਸੀ ਜ਼ਿੰਦਗੀ ਦੇ ਵਿੱਚੋਂ ਸੁੱਖ ਪੈਦਾ ਨਹੀਂ ਹੁੰਦਾ। ਉਹਨਾਂ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਪੈਦਾ ਹੁੰਦੀ ਹੈ ਜੋ ਅੰਦਰੋਂ ਬਾਹਰੋਂ ਇੱਕ ਨੇ। ਹੁਣ ਅੱਗੇ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਰੁੱਤ ਹੋਏ। ਹੁਣ ਬੀਜ ਤੇ ਸਾਬਤ ਹੋਵੇ, ਪਰ ਉਹਨੂੰ ਗਲਤ ਰੁੱਤ ਦੇ ਅੰਦਰ ਬੀਜ ਦਿੱਤਾ ਜਾਏ, ਪੈਲੀ ਵਿੱਚ ਵੱਤਰ ਨਾ ਹੋਵੇ, ਗਲਤ ਥਾਂ ਤੇ ਬੀਜ ਦਿੱਤਾ ਜਾਏ, ਤਾਂ ਵੀ ਉਹ ਬੀਜ ਫਲੀਭੂਤ ਨਹੀਂ ਹੋਏਗਾ। ਬੀਜ ਬੀਜ ਦਿੱਤਾ ਜਾਏ, ਜ਼ਮੀਨ ਤਿਆਰ ਨਹੀਂ, ਕਲਰ ਵਾਲੀ ਜ਼ਮੀਨ ਵਿੱਚ ਬੀਜ ਦਿੱਤਾ, ਤਾਂ ਵੀ ਉਸ ਬੀਜ ਨੇ ਫਲੀਭੂਤ ਨਹੀਂ ਹੋਣਾ। ਤੇ ਜੇ ਰੁੱਤ ਹੋਵੇ, ਜਿਵੇਂ ਹੁਣ ਕਣਕ ਵੱਢਣ ਦੀ ਰੁੱਤ ਚੱਲ ਰਹੀ ਹੈ, ਤੇ ਇਸ ਕਣਕ ਵੱਢਣ ਦੀ ਰੁੱਤ ਵਿੱਚ ਕਣਕ ਬੀਜੀਏ, ਤਾਂ ਬੀਜ ਨੇ ਫਿਰ ਫਲੀਭੂਤ ਨਹੀਂ ਨਾ ਹੋਣਾ। ਰੁੱਤ ਵੀ ਹੋਣੀ ਚਾਹੀਦੀ ਹੈ ਠੀਕ, ਔਰ ਵੱਤਰ ਆਦਿਕ ਵੀ ਹੋਣਾ ਚਾਹੀਦਾ ਹੈ, ਤਾਂ ਹੀ ਉਹ ਜਿਹੜਾ ਹੈ ਬੀਜ ਫਲੀਭੂਤ ਹੁੰਦਾ ਹੈ। ਇਸੇ ਤਰ੍ਹਾਂ ਸਾਡਾ ਮਨ ਵੀ ਇੱਕ ਹੋਵੇ ਔਰ ਰੁੱਤ ਵੀ ਹੋਵੇ, ਅੰਦਰ ਖੇੜਾ ਵੀ ਹੋਵੇ, ਔਰ ਸਾਡੇ ਚਾਰ ਸਾਡੀ ਧਰਤੀ ਵੀ ਤਿਆਰ ਹੋਵੇ, ਅਸੀਂ ਮਨ ਕਰਕੇ ਵੀ ਤਿਆਰ ਹੋਈਏ, ਦਿਲ ਕਰਕੇ ਵੀ। ਇਹ ਨਹੀਂ ਕਿ ਜ਼ਬਾਨ ਦੇ ਨਾਲ, ਸਾਡਾ ਦਿਲ ਔਰ ਦਿਮਾਗ ਇੱਕ ਹੋਵੇ। ਕਈ ਵਾਰ ਐਸਾ ਹੁੰਦਾ ਹੈ, ਕੋਈ ਕੰਮ ਕਰਨ ਲਈ ਦਿਲ ਤੇ ਕਰਦਾ ਹੈ, ਪਰ ਦਿਮਾਗ ਕਹਿੰਦਾ ਕਿ ਨਾ ਇਹ ਕੰਮ ਰਹਿਣ ਦੇ। ਕਈ ਵਾਰੀ ਦਿਲ ਨਹੀਂ, ਪਰ ਦਿਮਾਗ ਕਹਿੰਦਾ ਚੱਲ ਕਰ ਲੈ, ਤੇ ਉਹਦੇ ਵਿੱਚ ਸੱਚੀ ਖੁਸ਼ੀ ਮਿਲਦੀ ਨਹੀਂ। ਆ ਜੋ ਡਿਪਰੈਸ਼ਨ ਆਦਿਕ ਵਿੱਚ ਚਲੇ ਜਾਂਦੇ ਨੇ, ਜਾਂ ਹਿਸਟੀਰੀਆ ਵਗੈਰਾ ਰੋਗ ਵਿੱਚ ਚਲੇ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਮੇਨ ਕਾਰਨ ਇਹ ਹੀ ਹੁੰਦਾ ਹੈ। ਦਾ ਕੰਮ ਕਰਨ ਲਈ ਦਿਲ ਨਹੀਂ ਕਰ ਰਿਹਾ ਹੁੰਦਾ, ਪਰ ਕਰਨਾ ਪੈਂਦਾ ਹੈ ਨਾ ਚਾਹੁੰਦਿਆਂ ਹੋਇਆਂ। ਕੁਛ ਉਹਨਾਂ ਦੇ ਦਿਲ ਦੇ ਅੰਦਰ ਕੁਛ ਹੋਰ ਹੁੰਦਾ ਹੈ, ਦਮਿਤ ਇੱਛਾਵਾਂ ਹੁੰਦੀਆਂ ਨੇ, ਪਰ ਉਹ ਕੁਛ ਕਰਦੇ ਨਹੀਂ। ਦਿਲ ਦਿਮਾਗ ਦੇ ਅੰਦਰ ਖਿੱਚਾਤਾਣੀ ਹੁੰਦੀ ਹੈ, ਉਹ ਲੋਕ ਕਈ ਰੋਗਾਂ ਦਾ ਮਾਨਸਿਕ ਹੋ ਜਾਂਦੇ ਨੇ। ਗੁਰੂ ਜੀ ਕਹਿੰਦੇ ਨੇ ਬੀਜ ਉਹੀ ਉਗਦਾ ਹੈ ਜਿਹੜਾ ਇੱਕ ਵੀ ਹੋਵੇ ਔਰ ਰੁੱਤ ਵੀ ਹੋਵੇ। ਜੇ ਰੁੱਤ ਤੋਂ ਬਿਨਾਂ ਬੀਜ ਬੀਜੋਗੇ ਤੇ ਉਹ ਫਲੀਭੂਤ ਨਹੀਂ ਹੋਏਗਾ। ਦੂਜੀ ਹੁਣ ਮਿਸਾਲ ਦੇ ਰਹੇ ਨੇ ਕੱਪੜਿਆਂ ਦੀ। ਗੁਰੂ ਜੀ ਨੇ ਸਾਨੂੰ ਆਮ ਜ਼ਿੰਦਗੀ ਦੀਆਂ ਮਿਸਾਲਾਂ ਦੇ ਕੇ ਸਮਝਾਇਆ, ਜਿਸ ਕਰਕੇ ਆਮ ਬੰਦੇ ਨੂੰ ਇਹ ਚੀਜ਼ਾਂ ਬੜੀ ਆਸਾਨੀ ਦੇ ਨਾਲ ਸਮਝ ਆ ਜਾਣ। ਹੁਣ ਦੂਜੀ ਮਿਸਾਲ ਦਿੰਦੇ ਨੇ, ਨਾਨਕ ਪਾਹੇ ਬਾਹਰਾ, ਕੋਰੇ ਰੰਗ ਨਾ ਸੋਏ। ਪਾਹੇ ਦਾ ਮਤਲਬ ਪਾ ਦੇਣੀ। ਕੱਪੜੇ ਤੋਂ ਪਹਿਲਾਂ, ਕੱਪੜੇ ਨੂੰ ਰੰਗਣ ਤੋਂ ਪਹਿਲਾਂ ਗਰਮ ਪਾਣੀ ਦੇ ਵਿੱਚ ਡੋਬਿਆ ਜਾਂਦਾ ਹੈ, ਜਿਸ ਦੇ ਵਿੱਚ ਕੁਛ ਨਮਕ ਜਾਂ ਫਟਕੜੀ ਵਗੈਰਾ ਪਾਉਂਦੇ ਨੇ ਕੱਪੜਾ ਰੰਗਣ ਵਾਲੇ, ਜਿਹਦੇ ਨਾਲ ਫਿਰ ਰੰਗ ਜਿਹੜਾ ਨਾ ਠੀਕ ਚੜ ਜਾਂਦਾ। ਤੇ ਜੇ ਪਾ ਨਾ ਦਿੱਤੀ ਜਾਏ, ਕੋਰੇ ਕੱਪੜੇ ਨੂੰ ਪਹਿਲਾਂ ਪਾਣੀ ਵਿੱਚ ਨਾ ਭੇਵਿਆ ਜਾਏ,
ਤੇ ਫਿਰ ਉਹਦੇ ਤੇ ਰੰਗ ਚਮਕਦਾਰ ਨਹੀਂ ਔਰ ਉਹ ਰੰਗ ਫੇਡ ਹੋਣ ਦਾ ਵੀ, ਫਿੱਕਾ ਪੈਣ ਦਾ ਵੀ ਡਰ ਬਣਿਆ ਰਹੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਨਾਨਕ ਪਾਹੈ ਬਾਹਰਾ ਕੋਰੇ ਰੰਗ ਨਾ ਸੋਏ। ਗੁਰੂ ਜੀ ਕਹਿੰਦੇ ਨੇ ਜੇ ਰੰਗ ਦੇਣ ਤੋਂ ਪਹਿਲਾਂ ਕੱਪੜੇ ਨੂੰ ਪਾਹ ਨਾ ਦਿੱਤੀ ਜਾਏ, ਲਾਗ ਨਾ ਲਾਈ ਜਾਏ, ਤਾਂ ਫਿਰ ਕੋਰੇ ਕੱਪੜੇ ਦੇ ਉੱਤੇ ਰੰਗ ਨਹੀਂ ਚੜ੍ਹਦਾ। ਹੁਣ ਇਹਦਾ ਸਾਡੇ ਜੀਵਨ ਦੇ ਨਾਲ ਕੀ ਸੰਬੰਧ ਹੈ? ਇਸ ਪੰਕਤੀ ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹੈ? ਇਹ ਸਾਨੂੰ ਮਿਸਾਲ ਦੇ ਕੇ ਗੁਰੂ ਜੀ ਨੇ ਸਮਝਾਇਆ, ਕਿਉਂਕਿ ਅਸੀਂ ਘਰਾਂ ਵਿੱਚ ਕੱਪੜੇ ਰੰਗਦੇ ਹਾਂ, ਬਾਹਰ ਅਸੀਂ ਕੱਪੜਾ ਰੰਗਾਉਂਦੇ ਹਾਂ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੁਸੀਂ ਮਨ ਨੂੰ ਰੰਗਣਾ ਹੈ, ਆਪਣੀ ਸੋਚ ਨੂੰ ਬਦਲਣਾ ਹੈ, ਜੀਵਨ ਨੂੰ ਬਦਲਣਾ ਚਾਹੁੰਦੇ ਹੋ, ਜੀਵਨ ਵਿੱਚ ਚੰਗੇ ਸ਼ੁਭ ਗੁਣਾਂ ਦਾ ਰੰਗ ਚੜਾਉਣਾ ਚਾਹੁੰਦੇ ਹੋ, ਆਪਣੀ ਜ਼ਿੰਦਗੀ ਵਿੱਚ ਇਨਸਾਨੀਅਤ ਪੈਦਾ ਕਰਨਾ ਚਾਹੁੰਦੇ ਹੋ, ਜਾਂ ਜੀਵਨ ਦੇ ਅੰਦਰ ਮਹਾਨ ਹੋਣਾ ਚਾਹੁੰਦੇ ਹੋ, ਤਾਂ ਫਿਰ ਕੀ ਕਰਨਾ ਪਵੇਗਾ? ਭੈ ਵਿੱਚ ਖੁੰਬ ਚੜਾਈ ਹੈ। ਭੈ ਦੇ ਅੰਦਰ, ਇੱਥੇ ਭੈ ਦਾ ਮਤਲਬ ਹੈ ਅਦਬ। ਜੀਵਨ ਦੇ ਵਿੱਚ ਰੰਗ ਚਾੜਨ ਤੋਂ ਪਹਿਲਾਂ ਇਹਨੂੰ ਲਾਗ ਲਾਓ, ਜਿਸ ਕਰਕੇ ਰੰਗ ਚਮਕਦਾਰ ਪੈਦਾ ਹੋਵੇ। ਉਹਦੇ ਵਾਸਤੇ ਕਹਿ ਰਹੇ ਨੇ ਭੈ ਵਿੱਚ ਖੁੰਬ ਚੜਾਈ ਹੈ। ਖੁੰਬ ਦਾ ਮਤਲਬ ਪਾ ਦੇਣਾ ਮੱਟੀ ਦੇ ਵਿੱਚ ਚੰਗੀ ਤਰ੍ਹਾਂ। ਤਾਂ ਭੈ ਵਿੱਚ ਖੁੰਬ ਚੜਾਈਏ, ਗਰਮ ਪਾਣੀ ਵਿੱਚ ਇਹਨੂੰ ਡੋਬਣਾ, ਰਿੰਨਣਾ, ਇਹਨੂੰ ਖੁੰਬ ਕਹਿੰਦੇ ਨੇ। ਪਾਣੀ ਵਿੱਚ ਪਹਿਲਾਂ ਕੱਪੜੇ ਨੂੰ ਉਬਾਲ ਲੈਣਾ। ਇੱਥੇ ਭੈ ਦਾ ਮਤਲਬ ਹੈ ਅਦਬ। ਆਪਣੀ ਜ਼ਿੰਦਗੀ ਦੇ ਅੰਦਰ ਅਦਬ ਪੈਦਾ ਕਰੋ। ਇੱਕ ਨਿੱਕੀ ਜੀ ਮੈਂ ਮਿਸਾਲ ਲਵਾਂ। ਕਿਸੇ ਬੱਚੀ ਦੀ ਸਿਰ ਦੇ ਉੱਤੇ ਬੜੀ ਸੁੰਦਰ ਰੰਗ ਵਾਲੀ ਚੁੰਨੀ ਸੀ, ਬੜੀ ਸੋਹਣੀ ਚੁੰਨੀ ਰੰਗੀ ਸੀ, ਤੇ ਉਹਦੀਆਂ ਸਹੇਲੀਆਂ ਨੇ ਪੁੱਛਿਆ ਵੀ ਇਹ ਚੁੰਨੀ ਕਿਹਦੇ ਤੋਂ ਰੰਗਾਈ ਹੈ? ਕਹਿਣ ਲੱਗੀ ਉਹ ਸਾਹਮਣੇ ਲਲਾਰੀ ਬੈਠਾ ਹੈ, ਉਹਦੇ ਤੋਂ ਇਹ ਚੁੰਨੀ ਰੰਗਾਈ ਹੈ। ਤੇ ਇਹ ਸਹੇਲੀਆਂ ਵੀ ਉਸ ਲਲਾਰੀ ਦੇ ਕੋਲ ਗਈਆਂ, ਜਾਂ ਜਿਵੇਂ ਸਾਡੀ ਉਹ ਸਹੇਲੀ ਦੀ ਚੁੰਨੀ ਰੰਗੀ ਹੈ ਨਾ, ਬੜਾ ਸੋਹਣਾ ਰੰਗ ਚੜਾਇਆ, ਸਾਡੀਆਂ ਚੁੰਨੀਆਂ ਰੰਗ ਦੋ। ਤੇ ਉਹ ਕਹਿਣ ਲੱਗਾ ਬੀਬੀ ਮੈਂ ਚੁੰਨੀਆਂ ਰੰਗ ਦਿਆਂਗਾ, ਜਿਹੜਾ ਵੀ ਰੰਗ ਕਹੋਗੇ ਚੜਾ ਦਿਆਂਗਾ, ਆਪਣੀਆਂ ਚੁੰਨੀਆਂ ਮੈਨੂੰ ਦਿਓ। ਉਹ ਕਹਿਣ ਲੱਗੀਆਂ ਇਹ ਤੇ ਕੰਮ ਅਸੀਂ ਨਹੀਂ ਕਰ ਸਕਦੀਆਂ, ਸਰੇ ਬਾਜ਼ਾਰ ਚੁੰਨੀਆਂ ਲਾਈਏ, ਇਨਸਲਟ ਹੋਏਗੀ, ਚੁੰਨੀ ਨਹੀਂ ਅਸੀਂ ਲਾਣੀ। ਉਹ ਕਹਿਣ ਲੱਗਾ ਬੀਬੀ ਫਿਰ ਚੁੰਨੀ ਬੇਟੀ ਮੈਂ ਕਿਵੇਂ ਰੰਗਾਂਗਾ? ਚੁੰਨੀ ਲਾ ਕੇ ਮੈਨੂੰ ਦਿਓਗੀਆਂ, ਮੈਂ ਇਹਨੂੰ ਗਰਮ ਪਾਣੀ ਵਿੱਚ ਡੋਬਾਂਗਾ, ਲਾਗ ਦਿਆਂਗਾ, ਫਿਰ ਰੰਗ ਦੇਵਾਂਗਾ, ਫਿਰ ਹੀ ਇਹਦੇ ਉੱਤੇ ਚੰਗਾ ਰੰਗ ਚੜੇਗਾ ਨਾ। ਜੇ ਤੁਸੀਂ ਕਹੋ ਕਿ ਚੁੰਨੀ ਤੁਹਾਡੇ ਸਿਰ ਦੇ ਉੱਤੇ ਹੀ ਰਹੇ ਤੇ ਮੈਂ ਇਹਨੂੰ ਰੰਗ ਵੀ ਦਿਆਂ, ਐਵੇਂ ਹੋ ਨਹੀਂ ਸਕਦਾ। ਹੁਣ ਇਸੇ ਤਰ੍ਹਾਂ ਗੁਰੂ ਤੋਂ ਅਸੀਂ ਆਪਣੇ ਜੀਵਨ ਨੂੰ ਰੰਗਾਉਣਾ ਚਾਹੀਏ, ਤੇ ਗੁਰੂ ਸਾਨੂੰ ਕਵੇ ਕਿ ਆਪਣਾ ਮਨ ਮੈਨੂੰ ਦਿਓ, ਮੈਂ ਇਸ ਮਨ ਨੂੰ ਪਾ ਦਿਆਂ, ਇਹਨੂੰ ਰੰਗ ਦੇ ਵਿੱਚ ਪਾਵਾਂ, ਤੇ ਫਿਰ ਮੈਂ ਇਸ ਮਨ ਨੂੰ ਰੰਗਾਂ। ਤੇ ਜੇ ਸਿੱਖ ਕਹੇ ਕਿ ਮੈਂ ਪਾਤਸ਼ਾਹ ਮਨ ਤੇ ਨਹੀਂ ਦੇ ਸਕਦਾ, ਤਾਂ ਫਿਰ ਮਜਬੂਰੀ ਹੈ ਨਾ ਲਲਾਰੀ ਦੀ। ਜੇ ਤੁਸੀਂ ਕੱਪੜਾ ਨਹੀਂ ਦੋਗੇ, ਚੁੰਨੀ ਨਹੀਂ ਦੋਗੇ, ਤਾਂ ਰੰਗ ਕਿਵੇਂ ਚੜੇਗਾ? ਹੁਣ ਜਿਨ੍ਹਾਂ ਗੁਰਮੁਖਾਂ ਦਾ ਜੀਵਨ ਰੰਗਿਆ ਗਿਆ ਹੈ, ਉਹਨਾਂ ਨੇ ਆਪਣਾ ਮਨ ਗੁਰੂ ਦੇ ਹਵਾਲੇ ਕੀਤਾ, ਤਨ ਮਨ ਧਨ ਸਭ ਸੌਂਪ ਗੁਰ ਕੋ। ਜਿਨ੍ਹਾਂ ਦਾ ਅਸੀਂ ਰੋਜ਼ ਨਾਮ ਅਰਦਾਸ ਵਿੱਚ ਲੈਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਉਹਨਾਂ ਨੇ ਸਭ ਕੁਝ ਕੁਰਬਾਨ ਕੀਤਾ, ਤਾਂ ਉਹਨਾਂ ਨੂੰ ਇੰਨਾ ਮਾਣ ਮਿਲਿਆ। ਉਹਨਾਂ ਨੇ ਗੁਰੂ ਦੀ ਸੋਚ ਨੂੰ ਅਪਣਾ ਲਿਆ। ਭਾਈ ਮਤੀ ਦਾਸ ਜੀ ਨੇ ਆਪਣਾ ਤਨ ਮਨ ਸਭ ਗੁਰੂ ਨੂੰ ਸੌਂਪ ਦਿੱਤਾ ਨਾ, ਤਾਂ ਹੀ ਐਸਾ ਰੰਗ ਚੜਿਆ ਕਿ ਉਸ ਰੰਗ ਨੂੰ ਕੋਈ ਫਿੱਕਾ ਨਹੀਂ ਪਾ ਸਕਿਆ। ਛੋਟੇ ਸਾਹਿਬਜ਼ਾਦਿਆਂ ਨੇ ਆਪਣਾ ਮਨ ਗੁਰੂ ਨੂੰ ਸੌਂਪਿਆ, ਨੀਹਾਂ ਵਿੱਚ ਤੇ ਕਿਸੇ ਨੇ ਚਿਣ ਲਿਆ, ਪਰ ਰੰਗ ਫਿੱਕਾ ਨਹੀਂ ਨਾ ਪਿਆ। ਤੇ ਜੇ ਹੁਣ ਇਹ ਸ਼ਹੀਦ ਜਾਂ ਜਿਹੜੇ ਗੁਰਮੁਖ ਪਿਆਰੇ ਗੁਰੂ ਸਨ, ਜਾਂ ਅੱਜ ਨੇ ਕੋਈ ਬੜੇ ਚੰਗੇ ਗੁਰਸਿੱਖ ਗੁਰਮੁਖ ਪਿਆਰੇ, ਉਹਨਾਂ ਨੇ ਆਪਣਾ ਮਨ ਗੁਰੂ ਨੂੰ ਅਰਪਣ ਕੀਤਾ ਹੈ, ਤਾਂ ਹੀ ਮਨ ਰੰਗਿਆ ਗਿਆ ਨਾ। ਤਾਂ ਗੁਰੂ ਜੀ ਹੁਣ ਸਾਨੂੰ ਸਾਧਨ ਦੱਸ ਰਹੇ ਨੇ ਕਿ ਆਪਣੇ ਜੀਵਨ ਨੂੰ ਕਿਵੇਂ ਸੋਹਣਾ, ਚਮਕਦਾਰ, ਰੰਗਦਾਰ ਬਣਾ ਸਕਦੇ ਹੋ, ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਵਿੱਚ ਆ ਸਕਦੇ ਹੋ, ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਵਿੱਚ ਬਦਲ ਸਕਦੇ ਹੋ, ਆਪਣੇ ਦੁੱਖਾਂ ਨੂੰ ਹਾਸਿਆਂ ਵਿੱਚ ਕਨਵਰਟ ਕਰ ਸਕਦੇ ਹੋ, ਕਲਾ ਚੋਂ ਚੜ੍ਹਦੀ ਕਲਾ ਵਿੱਚ। ਵਾਸਤੇ ਸਭ ਤੋਂ ਪਹਿਲਾ ਹੈ ਭੈ ਵਿੱਚ ਖੁੰਬ ਚੜਾਈ ਹੈ।
ਭੈ ਦੇ ਅੰਦਰ ਰਹਿਣਾ ਸਿੱਖੋ, ਅਦਬ ਪੈਦਾ ਕਰੋ ਜ਼ਿੰਦਗੀ 'ਚ। ਹੁਣ ਅਸਾਂ ਇਹ ਵੇਖਣਾ ਹੈ ਸਾਡੀ ਜ਼ਿੰਦਗੀ ਵਿੱਚ ਗੁਰੂ ਦਾ ਅਦਬ ਹੈ, ਜੇ ਤਾਂ ਹੈ ਤਾਂ ਫਿਰ ਜ਼ਿੰਦਗੀ ਮੁੱਕ, ਤੇ ਜੇ ਅਦਬ ਨਹੀਂ ਹੈ ਤਾਂ ਫਿਰ ਸਾਨੂੰ ਅਦਬ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਹੁਣ ਦੇਖੋ ਅਦਬ ਕੀ ਹੈ। ਆਮ ਜ਼ਿੰਦਗੀ ਵਿੱਚ ਅਸੀਂ ਵੇਖਦੇ ਹਾਂ ਨਾ, ਜਿਹੜਾ ਬੱਚਾ ਮਾਂ ਪਿਓ ਦੀ ਗੱਲ ਨਾ ਮੰਨੇ ਉਹਨੂੰ ਅਸੀਂ ਕਹਿੰਦੇ ਆ ਵੀ ਇਹ ਅਦਬ ਨਹੀਂ ਕਰਦਾ। ਨੂੰ ਥੋੜਾ ਉੱਚਾ ਨੀਵਾਂ ਬੋਲ ਜਾਏ ਅਸੀਂ ਕਹਿੰਦੇ ਆ ਇਹਨੂੰ ਤੇ ਵੱਡਿਆਂ ਛੋਟਿਆਂ ਦੀ ਸ਼ਰਮ ਨਹੀਂ, ਅਦਬ ਨਹੀਂ ਕਰਦੀ। ਹਮ ਉਮਰ ਦੇ ਨਾਲ ਬੰਦਾ ਪਿਆਰ ਨਾ ਕਰੇ, ਛੋਟਿਆਂ ਨਾਲ ਸਨੇਹ ਵਾਲਾ ਵਿਹਾਰ ਨਾ ਕਰੇ, ਤਾਂ ਅਸੀਂ ਕਹਿੰਦੇ ਆ ਇਸ ਬੰਦੇ ਨੂੰ ਜੀਵਨ ਦਾ ਨਹੀਂ ਪਤਾ, ਕਿਉਂਕਿ ਗੱਲ ਨਹੀਂ ਨਾ ਮੰਨਦੇ। ਹੁਣ ਦੇਖੋ ਅਸੀਂ ਆਪਣੇ ਵੱਲ ਵੇਖਣਾ ਹੈ। ਗੁਰੂ ਜੀ ਸਾਨੂੰ ਕਹਿੰਦੇ ਨੇ ਬੋਲੀਏ ਸੱਚ, ਧਰਮ ਨਾ ਬੋਲੀਏ। ਜੇ ਤੇ ਅਸੀਂ ਝੂਠ ਵਗੈਰਾ ਛੱਡ ਦਿੱਤਾ ਹੈ ਤਾਂ ਇਹਦਾ ਮਤਲਬ ਅਸੀਂ ਗੁਰੂ ਦਾ ਅਦਬ ਕਰਨੇ ਆ, ਤੇ ਜੇ ਨਹੀਂ ਛੱਡਿਆ ਨਾ ਕਰ ਰਹੇ ਸੀ। ਜੇ ਗੁਰੂ ਦੀ ਬਜਾਏ ਹੋਰ ਵੀ ਪੀਰਾਂ ਅੱਗੇ ਬਾਬਿਆਂ ਅੱਗੇ ਮੱਥਾ ਟੇਕਨੇ ਆ ਤਾਂ ਇਹਦਾ ਮਤਲਬ ਗੁਰੂ ਦਾ ਅਦਬ ਨਹੀਂ ਨਾ, ਬੇਅਦਬੀ ਹੈ ਨਾ ਗੁਰੂ। ਤਾਂ ਸਭ ਤੋਂ ਪਹਿਲਾਂ ਅਦਬ ਗੁਰੂ ਦਾ ਵੀ, ਪ੍ਰਭੂ ਦਾ, ਔਰ ਅੰਦਰ ਵੀ ਅਦਬ ਦੇ ਨਾਲ ਵੱਡਿਆਂ ਦਾ ਸਤਿਕਾਰ, ਹਮ ਉਮਰ ਦੇ ਨਾਲ ਪਿਆਰ, ਔਰ ਛੋਟੇ ਲਈ ਭਾਵਨਾ ਪਹਿਲਾਂ ਪੈਦਾ ਕਰੋ। ਭੈ ਵਿੱਚ ਖੁੰਬ ਚੜਾਈ ਹੈ, ਤੇ ਫਿਰ ਕਹਿੰਦੇ ਨੇ ਪਾਹ ਤਨ ਹੋਏ। ਸ਼ਰਮ ਦਾ ਮਤਲਬ ਹੈ ਮਿਹਨਤ, ਪਾ ਦਾ ਮਤਲਬ ਲੱਕੜੀ ਨਹੀਂ ਪਾਉਂਦੇ ਪਾਣੀ ਦੇ ਵਿੱਚ ਗਰਮ ਵਿੱਚ, ਪਹਿਲਾਂ ਲਾਗ ਕਹਿੰਦੇ ਸਨ। ਫਟਕੜੀ ਦੀ ਲੋਕ ਪਾ ਪਾਉਂਦੇ ਨੇ, ਫਟਕੜੀ ਦੇ ਨਾਲ ਨਮਕ ਦੇ ਨਾਲ ਫਿਰ ਰੰਗ ਜਿਹੜਾ ਪੱਕਾ ਵੀ ਹੁੰਦਾ ਹੈ ਤੇ ਨਾਲ ਰੰਗ 'ਚ ਚਮਕ ਵੀ ਆਉਂਦੀ ਹੈ। ਗੁਰੂ ਜੀ ਕਹਿੰਦੇ ਨੇ ਇੱਕ ਤੇ ਅਦਬ ਪਹਿਲਾਂ, ਤੇ ਦੂਜੀ ਹੈ ਸ਼ਰਮ। ਸ਼ਰਮ ਦਾ ਮਤਲਬ ਇੱਥੇ ਸ਼ਰਮ ਨਹੀਂ, ਇੱਥੇ ਸ਼ਰਮ ਦਾ ਮਤਲਬ ਹੈ ਸ਼ਰਮ, ਮਿਹਨਤ, ਮਿਹਨਤ ਕਰਨੀ, ਕਰੜੀ ਘਾਲ ਘਾਲ। ਅਦਬ ਐਵੇਂ ਨਹੀਂ ਕਿ ਮੱਥਾ ਟੇਕ ਕੇ ਚਲੇ ਗਏ। ਅਦਬ ਦਾ ਮਤਲਬ ਕਰਨੀ ਹੈ ਜੋ ਗੁਰੂ ਨੇ ਬਚਨ ਕੀਤੇ ਨੇ, ਕਿਰਤ ਕਰਨਾ, ਵੰਡ ਕੇ ਛਕਣਾ, ਸੱਚ ਬੋਲਣਾ, ਦਇਆ ਦੇ ਧਾਰਨੀ ਹੋਣਾ, ਇਹਨਾਂ ਵਾਸਤੇ ਕਰੜੀ ਘਾਲਣਾ ਘਾਲਣੀ, ਕਰੜੀ ਨਾ ਦੀ ਲਾਗ ਲਾਣੀ ਹੈ, ਫਿਰ ਜ਼ਿੰਦਗੀ ਚਮਕ ਆਏਗੀ। ਇਸ ਚੀਜ਼ ਨੂੰ ਅਸੀਂ ਸਮਝਣਾ ਹੈ। ਦੇਖੋ ਜਿਨ੍ਹਾਂ ਲੋਕਾਂ ਨੇ ਪੜ੍ਹਾਈ ਚ ਕਰ ਲਈ ਨਾ, ਬੱਚਿਆਂ ਨੇ 95 96% 99% ਨੰਬਰ ਲੈ ਆਉਂਦੇ ਨੇ। ਜੇ ਕੋਈ ਮਿਸਤਰੀ ਵੀਰ ਹੈ, ਇੱਟਾਂ ਦਾ ਕੰਮ ਕਰਦਾ ਹੈ, ਜਿਹਨੇ ਕਰੜੀ ਘਾਲਣਾ ਘਾਲ ਲਈ ਨਾ, ਟੌਪ ਦਾ ਮਿਸਤਰੀ ਬਣ ਜਾਂਦਾ ਹੈ। ਕਿਸੇ ਡਾਕਟਰ ਨੇ ਕਰੜੀ ਘਾਲਣਾ ਘਾਲ ਲਈ, ਉਹ ਟੌਪ ਦਾ ਡਾਕਟਰ ਬਣ ਜਾਂਦਾ ਹੈ। ਇਸ ਲਈ ਜਿਹੜਾ ਕਰੜੀ ਘਾਲਣਾ ਘਾਲੇਗਾ ਉਹ ਇਨਸਾਨ ਹੋ ਜਾਏਗਾ। ਕਰੜੀ ਘਾਲਣਾ ਘਾਲਣੀ ਹੈ ਇਹਨਾਂ ਗੁਣਾਂ ਵਾਸਤੇ। ਅਗਲਾ ਬਚਨ ਕਰਦੇ ਨੇ ਨਾਨਕ ਭਗਤੀ ਜੇ ਰਪੈ। ਹੁਣ ਰੰਗ ਕਿਹੜਾ ਹੈ ਜਿਹਦੇ ਵਿੱਚ ਰਾਗ ਲਾਈ ਹੋਏ ਨੂੰ, ਖੁੰਬ ਚੜਾਏ ਹੋਏ ਨੂੰ ਫਿਰ ਰੰਗ ਦੇ ਵਿੱਚ ਪਾਉਂਦੇ ਨੇ। ਰੰਗ ਬੜਾ ਸੋਹਣਾ ਹੈ। ਹੁਣ ਅਸੀਂ ਉਦਮ ਵੀ ਕੀਤਾ, ਅਦਬ ਵੀ ਕੀਤਾ, ਤੇ ਰੰਗ ਕਿਹਦਾ ਹੈ? ਭਗਤੀ ਦਾ ਰੰਗ ਚਾੜਨਾ। ਤੇ ਭਗਤੀ ਨੂੰ ਸਮਝ ਲੈਣਾ, ਭਗਤੀ ਦਾ ਮਤਲਬ ਇਹ ਨਹੀਂ ਬਹਿ ਕੇ ਮਾਲਾ ਫੇਰੀ ਜਾਣੀ ਹੈ, ਜਾਂ ਬਹਿ ਕੇ ਕੋਈ ਇੱਕ ਸ਼ਬਦ ਨੂੰ ਰਟੀ ਜਾਣਾ ਹੈ, ਜੰਗਲ ਵਿੱਚ ਚਲੇ ਜਾਣਾ ਹੈ, ਜਾਂ ਤਿਆਗ ਕਰਨਾ ਹੈ। ਦੇਖੋ ਆਪਾਂ ਰੋਜ਼ ਇਹ ਬੇਨਤੀ ਕਰ ਰਹੇ ਹਾਂ, ਗੁਰੂ ਦੀ ਭਗਤੀ ਕੀ ਹੈ? ਗੁਰੂ ਜੀ ਦਾ ਪਾਵਨ ਬਚਨ ਹੈ, ਸਗੁਣ ਤੇਰੇ ਮੈਂ ਨਾਹੀ ਕੋ, ਵਿਣ ਗੁਣ ਕੀਤੇ ਭਗਤ ਨਾ ਹੋਏ। ਯਾਨੀ ਰੱਬੀ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ, ਸੱਚ ਦਾ ਪ੍ਰੇਮ, ਇਨਸਾਨੀਅਤ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਦੇ ਅੰਦਰ ਰੰਗਣਾ। ਨਾਨਕ ਭਗਤੀ ਜੇ ਰਪੈ। ਇਹਨਾਂ ਗੁਣਾਂ ਦੇ ਅੰਦਰ ਦੇ ਬੰਦੇ ਦਾ ਮਨ ਫਿਰ ਰੰਗਿਆ ਜਾਏ। ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਮਨ ਰੰਗਿਆ ਗਿਆ ਕਿ ਨਹੀਂ? ਸਾਨੂੰ ਕਿਵੇਂ ਸਮਝ ਆਏ? ਗੱਲਾਂ ਬਾਤਾਂ ਨਾ ਇਹ ਚੀਜ਼ਾਂ ਰਹਿ। ਇੱਕ ਤਾਂ ਸਾਨੂੰ ਕੋਈ ਧੋਖੇ, ਕਿਉਂਕਿ ਧਰਮ ਦੀ ਦੁਨੀਆ ਵਿੱਚ ਧੋਖਾ ਬੜਾ ਹੈ। ਲੋਕਾਂ ਦੇ ਵਿੱਚ ਸ਼ਰਧਾ ਹੈ ਤੇ ਉਸ ਵਿਸ਼ਵਾਸ ਦਾ ਕਈ ਲੋਕ ਬੜਾ ਗਲਤ ਫਾਇਦਾ ਉਠਾ ਲੈਂਦੇ ਨੇ। ਉਹ ਗਲਤ ਫਾਇਦਾ ਨਾ ਕੋਈ ਚੁੱਕ ਲਵੇ ਸਾਡਾ, ਸਾਨੂੰ ਕੋਈ ਧੋਖਾ ਨਾ ਦੇਵੇ।
ਗੁਰੂ ਜੀ ਨੇ ਇਹ ਵੀ ਗੁੰਜਾਇਸ਼ ਨਹੀਂ ਛੱਡੀ ਕਿ ਅਸੀਂ ਵੀ ਕਿਸੇ ਨੂੰ ਧੋਖਾ ਨਾ ਦੇਈਏ। ਤੇ ਤੀਜੀ ਗੱਲ ਹੈ ਕਿ ਅਸੀਂ ਆਪ ਵੀ ਧੋਖੇ ਵਿੱਚ ਨਾ ਰਵੀਏ। ਦੀ ਵਿੱਚ ਬਹੁਤੇ ਲੋਕ ਰਹਿ ਜਾਂਦੇ ਧੋਖੇ ਦੇ ਵਿੱਚ ਕਿ ਮੈਂ ਸ਼ਾਇਦ ਧਰਮੀ ਆ। ਤਾਂ ਹੁਣ ਗੁਰੂ ਜੀ ਕਹਿੰਦੇ ਨੇ ਨਾਨਕ ਭਗਤੀ ਜੇ ਰਪੈ ਜੇ ਮਨ ਰੱਬੀ ਗੁਣਾਂ ਦੇ ਨਾਲ ਰੰਗਿਆ ਜਾਏ, ਉਹਦੀ ਨਿਸ਼ਾਨੀ ਫਿਰ ਕੀ ਹੈ? ਉਹਨੂੰ ਮਿਲੇਗਾ ਕਿ ਕੂੜੇ ਸੋਏ ਨਾ ਕੋਏ। ਸੋਏ ਦਾ ਮਤਲਬ ਸ਼ੋ, ਖਬਰ, ਕਨਸੋ। ਉਹਨੂੰ ਕੂੜ ਦੀ ਕਨਸੋ ਵੀ ਨਹੀਂ ਪਹੁੰਚਦੀ, ਝੂਠ ਦੀ ਹਵਾ ਵੀ ਨਹੀਂ ਲੱਗਦੀ ਉਹਦੇ ਨੇੜੇ, ਝੂਠ ਦੇ ਨੇੜੇ ਨਹੀਂ ਜਾਂਦਾ। ਕੋਈ ਵਿਕਾਰ ਵਾਲਾ ਉਹ ਕਰਮ ਨਹੀਂ ਕਰਦਾ, ਕਦੇ ਉਹ ਝੂਠ ਨਹੀਂ ਬੋਲਦਾ। ਝੂਠ ਬੋਲਣਾ ਤਾਂ ਦੂਰ ਦੀ ਗੱਲ, ਉਹ ਝੂਠ ਬਾਰੇ ਸੋਚਦਾ ਵੀ ਕਿ ਮੈਂ ਕਿਸੇ ਦੇ ਅੱਗੇ ਝੂਠ ਬੋਲਣਾ ਹੈ, ਕਿਸੇ ਨੂੰ ਮੈਂ ਧੋਖਾ ਦੇਣਾ ਹੈ, ਸੋਚਦਾ ਵੀ ਨਹੀਂ। ਉਹਦੀ ਸੋਚ ਵਿੱਚੋਂ ਹੀ ਇਹ ਵਿਕਾਰ ਨਿਕਲ ਜਾਂਦੇ ਨੇ। ਤਾਂ ਐਵੇਂ ਜਿਹੜਾ ਨਾ ਕਲ ਕਾਲਖ ਬੇਤਾਲ, ਸੱਚ ਕਾਲ ਕੂੜ ਵਰਤਿਆ, ਬੰਦਾ ਭੂਤ ਨਾ ਬਣਿਆ ਹੋਇਆ ਹੈ। ਤਾਂ ਐਵੇਂ ਉਹ ਭੂਤ ਨਾ ਬਣਿਆ ਹੋਇਆ ਬੰਦਾ ਬਣ ਸਕਦਾ ਹੈ, ਉਹਦੇ ਅੰਦਰੋਂ ਕੂੜ ਖਤਮ ਹੋ ਸਕਦਾ ਹੈ, ਉਹਦੀ ਜ਼ਿੰਦਗੀ ਅੰਦਰ ਸੱਚਾਈ ਆ ਸਕਦੀ ਹੈ ਜੇ ਇਸ ਢੰਗ ਦੇ ਨਾਲ ਜੀਵਨ ਜੀਵੇ। ਹੁਣ ਗੁਰੂ ਜੀ ਨੇ ਜਿਵੇਂ ਪਹਿਲੋਂ ਬਚਨ ਕੀਤਾ ਨਾ, ਪਹਿਲੇ ਸੱਚ ਕਾਲ, ਕਿ ਮਨੁੱਖੀ ਜ਼ਿੰਦਗੀ ਚੋਂ ਸੱਚ ਦਾ ਕਾਲ ਪੈ ਗਿਆ ਤੇ ਕੂੜ ਵਰਤ ਗਿਆ। ਹੁਣ ਉਹਦੀਆਂ ਸਾਨੂੰ ਨਿਸ਼ਾਨੀਆਂ ਦੱਸ ਰਹੇ ਨੇ, ਕੂੜ ਦਾ ਰਾਜ ਕੀ ਹੈ, ਕੂੜ ਦੀ ਬਾਦਸ਼ਾਹੀ ਕੀ ਹੈ, ਜਿਸ ਕਰਕੇ ਆਪਣੇ ਜੀਵਨ ਦਾ ਪਤਾ ਲੱਗੇ। ਮਤਲਬ ਅਸੀਂ ਕਹਿੰਦੇ ਹਾਂ ਨਾ, ਲੋਕ ਝੂਠ ਬੋਲਦੇ ਨੇ, ਦੁਨੀਆ ਵਿੱਚ ਝੂਠ ਬੜਾ ਹੈ। ਜਦੋਂ ਮੈਂ ਇਹ ਗੱਲ ਕਹਿੰਦਾ ਨਾ ਦੁਨੀਆ ਵਿੱਚ ਝੂਠ ਬੜਾ ਹੈ, ਤੇ ਮੈਂ ਸਿਰਫ ਇੰਨਾ ਹੀ ਸਮਝ ਲੈਣਾ ਵੀ ਲੋਕ ਸਾਰੇ ਝੂਠੇ ਨੇ, ਮੈਂ ਸੱਚਾ। ਜਦੋਂ ਤੁਸੀਂ ਕਹਿੰਦੇ ਦੁਨੀਆ ਵਿੱਚ ਝੂਠ ਬੜਾ ਹੈ, ਹਰ ਬੰਦਾ ਕਹਿ ਰਿਹਾ ਨਾ ਦੁਨੀਆ ਵਿੱਚ ਝੂਠ, ਇਹਦਾ ਮਤਲਬ ਕਹਿਣ ਵਾਲਾ ਤੇ ਸੱਚਾ ਹੈ ਤੇ ਬਾਕੀ ਨੇ। ਹੁਣ ਬੰਦਾ ਪੁੱਛੇ ਫਿਰ ਝੂਠਾ ਹੈ, ਹੁਣ ਸਾਰੇ ਕਹਿ ਰਹੇ ਨੇ ਝੂਠ ਬੜਾ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਇਹਦਾ ਪਤਾ ਕਿਵੇਂ ਲੱਗੇ। ਅਸਲ 'ਚ ਹਰ ਬੰਦੇ ਨੇ ਆਪਣੇ ਜੀਵਨ ਨੂੰ ਪਰਖਣਾ ਹੈ। ਮੈਂ ਆਪਣੇ ਜੀਵਨ ਨੂੰ, ਤੁਸੀਂ ਵੀਰਾਂ ਭੈਣਾਂ ਨੇ ਆਪਣੇ ਜੀਵਨ ਨੂੰ, ਕਿ ਮੇਰੇ ਅੰਦਰ ਸੱਚ ਹੈ ਕਿ ਝੂਠ ਹੈ, ਆਪਣੇ ਮਨ ਨੂੰ ਪਰਖਣਾ। ਤਾਂ ਕਹਿੰਦੇ ਨੇ ਲੱਭ ਪਾਪ ਦੋਇ ਰਾਜਾ ਮਹਿਤਾ। ਲੱਭ ਦਾ ਮਤਲਬ ਖਾਣ ਦਾ ਲਾਲਚ, ਚਸਕੇ। ਇੱਕ ਹੁੰਦਾ ਲੱਭ ਤੇ ਇੱਕ ਹੈ ਲੋਭ। ਲੋਭ ਦਾ ਮਤਲਬ ਹੁੰਦਾ ਪਦਾਰਥ ਇਕੱਠੇ ਕਰਨਾ, ਨਜਾਇਜ਼ ਢੰਗ ਪਦਾਰਥ। ਤੇ ਲੱਭ ਦਾ ਮਤਲਬ ਹੈ ਖਾਣ ਦਾ ਲਾਲਚ, ਚਸਕੇ। ਤਾਂ ਇਹ ਰਾਜ ਜਿਹੜਾ ਹੈ ਕੂੜ ਦਾ, ਜ਼ਿੰਦਗੀ ਦੇ ਅੰਦਰ ਬੰਦੇ ਦੀ ਸੋਚ ਵਿੱਚ ਕੀ ਹੈ? ਲੱਭ ਪਾਪ ਦੋਇ ਰਾਜਾ ਮਹਿਤਾ ਦਾ ਮਤਲਬ ਵਜ਼ੀਰ। ਲੱਭ ਜਿਹੜਾ ਹੈ ਇਹਦਾ ਰਾਜ ਹੈ, ਇਹ ਰਾਜਾ ਹੈ ਖਾਣ ਦੇ ਚਸਕੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਚਾਹੁੰਦਾ ਹੈ, ਖਾਈ ਜਾਣਾ, ਖਾਣਾ ਹੀ ਖਾਣਾ, ਹੋਰ ਕੁਛ ਕਰਨਾ ਨਹੀਂ, ਸਮਾਜ ਵਾਸਤੇ ਕੋਈ ਦੇਣ ਨਹੀਂ। ਤੇ ਉਹ ਜਿਹੜੇ ਖਾਣ ਦੇ ਪਦਾਰਥ ਨੇ ਪਾਪ ਕਰਕੇ ਇਕੱਠੇ ਕਰਨੇ, ਪਾਪ ਵਜ਼ੀਰ ਬਣਿਆ ਪਿਆ। ਇਹ ਕੂੜ ਦਾ ਰਾਜ ਹੈ। ਕਿ ਕੀ ਅਸੀਂ ਚਸਕਿਆਂ ਦੇ ਵਿੱਚ ਤੇ ਨਹੀਂ ਪਏ ਹੋਏ? ਦੇਖੋ ਪ੍ਰਸ਼ਾਦਾ ਪਾਣੀ ਛਕਣਾ ਇਹ ਇੱਕ ਵੱਖਰੀ ਗੱਲ ਹੈ, ਤੇ ਚਸਕਿਆਂ ਦੇ ਅੰਦਰ ਜੀਣਾ ਇਹ ਵੱਖਰੀ ਗੱਲ ਹੈ। ਕੁਛ ਲੋਕ ਜੀਣ ਵਾਸਤੇ ਖਾਂਦੇ ਨੇ ਤੇ ਕੁਛ ਲੋਕ ਖਾਣ ਵਾਸਤੇ ਜਿਉਂਦੇ ਨੇ। ਜੀਣ ਵਾਸਤੇ ਖਾਣਾ ਇਹ ਇੱਕ ਵੱਖਰਾ ਟੌਪਿਕ ਹੈ, ਤੇ ਖਾਣ ਵਾਸਤੇ ਜੀਣਾ ਇੱਕ ਵੱਖਰਾ ਟੌਪਿਕ ਹੈ। ਜਿਹੜੇ ਖਾਣ ਵਾਸਤੇ ਜੀ ਰਹੇ ਨੇ ਉਹ ਫਿਰ ਪਾਪ ਵੀ ਕਰਨਗੇ, ਤੇ ਜਿਹੜੇ ਜੀਣ ਵਾਸਤੇ ਖਾ ਰਹੇ ਨੇ ਉਹ ਸੱਚ ਦੇ ਨਾਲ ਵੀ ਜੁੜਨ ਦੀ ਟਰਾਈ ਕਰਨਗੇ। ਤਾਂ ਲੱਭ ਪਾਪ ਦੋਇ ਰਾਜਾ ਮਹਿਤਾ, ਖਾਣ ਦਾ ਲਾਲਚ, ਚਸਕਿਆਂ ਦਾ ਲਾਲਚ, ਇਹ ਜ਼ਿੰਦਗੀ ਦਾ ਬਾਦਸ਼ਾਹ ਬਣਿਆ ਹੋਇਆ ਹੈ। ਔਰ ਪਾਪ ਕਰਮ ਕਰਨੇ ਇਹ ਉਹਦਾ ਚੌਧਰੀ ਬਣਿਆ ਹੋਇਆ ਹੈ। ਕੂੜ ਹੁਆ ਸਿਕਦਾਰ। ਮਹਿਤਾ ਦਾ ਮਤਲਬ ਵਜ਼ੀਰ ਤੇ ਸਿਕਦਾਰ ਦਾ ਮਤਲਬ ਚੌਧਰੀ। ਕੂੜ ਹੁਆ ਸਿਕਦਾਰ, ਤੇ ਜ਼ਿੰਦਗੀ ਦੇ ਅੰਦਰ ਝੂਠ ਚੌਧਰੀ ਬਣਿਆ ਹੈ। ਝੂਠ ਚੌਧਰੀ ਹੈ। ਹੁਣ ਇਸ ਦੁਨੀਆ ਵਿੱਚ ਵੀ ਝਾਤ ਮਾਰ ਕੇ ਵੇਖੋ, ਆਮ ਕਰਕੇ ਮਤਲਬ ਹੁੰਦਾ ਹੈ ਨਾ ਵੀ ਕੂੜ ਚੌਧਰੀ ਬਣਿਆ, ਔਰ ਦੁਨੀਆ ਵਿੱਚ ਹੈ ਵੀ ਇਹੀ ਗੱਲ ਹੈ। ਜਿਹੜੇ ਸੱਚੇ ਸੁੱਚੇ ਇਨਸਾਨ ਨੇ ਤੇ ਉਹਨਾਂ ਦੇ ਕੋਲ ਜੇ ਪੈਸਾ ਨਹੀਂ ਜਾਂ ਕੁਛ ਐਸਾ ਨਹੀਂ, ਤਾਂ ਉਹ ਕਿਤੇ ਇਲੈਕਸ਼ਨ ਜਿੱਤ ਕੇ ਕੋਈ MLA MP ਬਣ ਸਕਦੇ ਨੇ ਅੱਜ ਦੇ ਜ਼ਮਾਨੇ ਵਿੱਚ। ਜਿੰਨਾ ਮਰਜ਼ੀ ਇਮਾਨਦਾਰ ਬੰਦਾ ਹੋਏ, ਸੱਚਾ ਹੋਏ, ਪਰ ਜੇ ਉਹਦੇ ਕੋਲ ਪੈਸਾ ਨਹੀਂ,
ਬੂਥਾਂ ਤੇ ਕਬਜ਼ਾ ਕਰਨ ਵਾਸਤੇ ਬਦਮਾਸ਼ ਟੋਲਾ ਨਹੀਂ, ਸ਼ਰਾਬ ਆਦਿ ਕੋਲ ਨਹੀਂ ਦਿੰਦਾ, ਤੇ ਕਿਵੇਂ ਜਿੱਤੇਗਾ? ਤਾਂ ਕੂੜ ਦੀ ਪ੍ਰਧਾਨਤਾ ਹੈ, ਕੂੜ ਚੌਧਰੀ ਹੈ ਜ਼ਿੰਦਗੀ 'ਚ। ਤੇ ਕੂੜ ਚੌਧਰੀ ਉਹਦਾ ਹੀ ਉਹ ਹੀ ਬਣੇਗਾ ਨਾ ਝੂਠਾ ਬੰਦਾ, ਜਿਹਦੇ ਅੰਦਰ ਸੋਚ ਵਿੱਚ ਕੂੜ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਬੰਦੇ ਦੀ ਸੋਚ ਦੇ ਅੰਦਰ ਕੂੜ ਜਿਹੜਾ ਚੌਧਰੀ ਬਣਿਆ, ਆਗੂ ਬਣਿਆ ਫਿਰਦਾ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੁਆ ਸਿਕਦਾਰ, ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਤੇ ਫਿਰ ਇਹਨਾਂ ਦੀ ਮੀਟਿੰਗ ਹੁੰਦੀ ਹੈ, ਜਿਵੇਂ ਅਸੀਂ ਮੀਟਿੰਗ ਨਹੀਂ ਸੱਦਦੇ, ਧਰਮ ਅਸਥਾਨਾਂ ਤੇ ਮੀਟਿੰਗ ਸੱਦੀ ਜਾਂਦੀ ਹੈ, ਪ੍ਰਬੰਧਕ ਵੀਰ ਇਕੱਠੇ ਹੁੰਦੇ ਨੇ ਕਿ ਅਸੀਂ ਇਸ ਇੰਤਜ਼ਾਮ ਨੂੰ ਕਿਵੇਂ ਕਰਨਾ ਹੈ, ਕੋਈ ਕੰਮ ਹੈ, ਇਮਾਰਤ ਬਣਾਉਣੀ ਹੈ, ਜਾਂ ਲੰਗਰ ਪ੍ਰਸ਼ਾਦੇ ਦਾ, ਜਾਂ ਕੋਈ ਗੁਰਪੁਰਬ ਹੈ, ਮੀਟਿੰਗ ਸੱਦੀ ਜਾਂਦੀ ਹੈ ਨਾ, ਉਹਦੇ ਵਾਸਤੇ ਧਰਮ ਦੇ ਕੰਮਾਂ ਲਈ ਸਾਰੇ ਸਲਾਹ ਕਰਦੇ ਨੇ। ਰਾਜਨੀਤਿਕ ਪਾਰਟੀਆਂ ਨੇ ਉਹ ਆਪਣੇ ਅਹੁਦੇਦਾਰਾਂ ਨੂੰ ਇਕੱਠਾ ਕਰਕੇ ਤੇ ਸਲਾਹ ਕਰਦੇ ਨੇ ਕਿ ਕਿਵੇਂ ਇਲੈਕਸ਼ਨ ਜਿੱਤਿਆ ਜਾਏਗਾ, ਯਾਨੀ ਇੱਕ ਮੀਟਿੰਗ ਬੁਲਾਈ ਜਾਂਦੀ ਹੈ। ਹੁਣ ਬੰਦੇ ਦੀ ਜ਼ਿੰਦਗੀ ਵਿੱਚ ਮੀਟਿੰਗ ਕਾਹਦੀ ਬੁਲਾਈ ਗਈ ਹੈ? ਲੱਭ ਪਾਪ ਇਹ ਤੇ ਦੋ ਰਾਜਾ ਤੇ ਵਜ਼ੀਰ ਨੇ, ਤੇ ਕੂੜ ਝੂਠ ਜਿਹੜਾ ਉਹ ਸਿਕਦਾਰ ਬਣਿਆ ਹੋਇਆ ਹੈ। ਕਾਮ ਨੇਬ, ਨੇਬ ਦਾ ਮਤਲਬ ਨਾਇਬ, ਥਾਣੇਦਾਰ। ਕਾਮ ਵਾਸਨਾਵਾਂ ਨਾਇਬ ਨੇ, ਔਰ ਇਹ ਕਾਮ ਨਾਇਬ ਨੂੰ ਸੱਦਦੇ ਨੇ ਤੇ ਪੁੱਛਦੇ ਨੇ, ਬਹਿ ਬਹਿ ਕਰੇ ਵਿਚਾਰ। ਇਹ ਬਹਿ ਬਹਿ ਕੇ ਸਾਰੇ ਵਿਚਾਰ ਕਰਦੇ ਨੇ। ਹੁਣ ਵਿਚਾਰ ਕਰਨ ਵਾਲੇ ਕੌਣ ਨੇ? ਸਾਡੀ ਜ਼ਿੰਦਗੀ ਵਿੱਚ ਪਾਪ, ਚਸਕੇ, ਕੂੜ, ਕਾਮ, ਇਹ ਸਾਰੇ ਬਹਿ ਬਹਿ ਕੇ ਵਿਚਾਰਾਂ ਕਰ ਰਹੇ ਨੇ ਕਿ ਮੇਰੀ ਲੋੜ ਕਿਵੇਂ ਪੂਰੀ ਹੋਵੇ, ਮੇਰੀ ਕਿਵੇਂ ਪੂਰੀ ਹੋਵੇ। ਯਾਨੀ ਵਿਚਾਰ ਕਰਨ ਵਾਲਿਆਂ ਦੇ ਅੰਦਰ ਇਹ ਦੋਸ਼ ਨੇ। ਅੰਧੀ ਰਈਅਤ, ਗਿਆਨ ਵਿਹੂਣੀ, ਪਾਹਾ ਭਰੇ ਮੁਰਦਾਰ। ਮੁਰਦਾਰ ਦਾ ਮਤਲਬ ਲੁੱਟ ਖਸੁੱਟ। ਅੰਧੀ ਰਈਅਤ, ਹੁਣ ਇਹ ਜਿਹੜੇ ਵਿਕਾਰ ਨੇ, ਇਹਨਾਂ ਦੀ ਜੋ ਰਈਅਤ ਹੈ, ਪਰਜਾ ਹੈ, ਜੋ ਇਹਨਾਂ ਵਿਕਾਰਾਂ ਦੇ ਅੰਡਰ ਕੰਮ ਕਰ ਰਹੇ ਨੇ। ਜੇ ਮੇਰੀ ਸੋਚ ਵਿੱਚ ਇਹ ਸਾਰੇ ਵਿਕਾਰ ਨੇ ਤਾਂ ਮੈਂ ਇਹਨਾਂ ਦਾ ਕਾਮਾ ਹੋ ਗਿਆ। ਦੂਜੇ ਦੀ ਸੋਚ ਵਿੱਚ ਨੇ ਦੂਜਾ, ਤੀਜਾ, ਇਸ ਤਰ੍ਹਾਂ ਸਾਰੀ ਰਈਅਤ। ਉਹ ਲੋਕ ਜਿਹੜੇ ਇਹਨਾਂ ਵਿਕਾਰਾਂ ਦੇ ਅੰਡਰ ਕੰਮ ਕਰ ਰਹੇ ਨੇ, ਉਹ ਕੌਣ ਨੇ? ਅੰਨੇ, ਅੰਧੀ ਰਈਅਤ। ਇਹਨਾਂ ਦੇ ਵਿਕਾਰਾਂ ਦੇ ਅੰਡਰ ਕੰਮ ਕਰਨ ਵਾਲੇ ਜੋ ਲੋਕ ਨੇ, ਉਹ ਗਿਆਨਹੀਣੇ ਨੇ। ਤੇ ਅੰਨਾ ਉਹਨੂੰ ਨਹੀਂ ਕਹਿੰਦੇ ਜਿਹਦੀਆਂ ਅੱਖਾਂ ਨਾ ਹੋਣ। ਅਸਲੀ ਅੰਨਾ ਕੌਣ ਹੈ? ਜਿਹਦੀਆਂ ਅੱਖਾਂ ਹੁੰਦਿਆਂ ਹੋਇਆਂ ਉਹ ਜੀਵਨ ਦੇ ਸਹੀ ਮਾਰਗ ਤੋਂ ਖੁੰਝਿਆ ਹੋਇਆ ਹੈ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਇੱਕ ਵਿਚਾਰਾ ਅੰਨਾ ਹੈ, ਉਹਨੂੰ ਦਿਸਦਾ ਨਹੀਂ, ਉਹਦੇ ਤੇ ਮਜਬੂਰੀ ਹੈ, ਕੁਦਰਤ ਨੇ ਅੰਨਾ। ਸਾਡੀਆਂ ਦੋਵੇਂ ਅੱਖਾਂ ਹੈ ਨੇ, ਦਿਮਾਗ ਹੈ, ਅਸੀਂ ਸੋਚ ਸਕਨੇ ਆ ਚੰਗਾ, ਭਲਾ ਕਰ ਸਕਨੇ ਆ ਇੱਕ ਦੂਜੇ ਦਾ, ਸਹਿਯੋਗ ਕਰ ਸਕਦੇ ਆ, ਘਰਾਂ ਦੇ ਵਿੱਚ ਪ੍ਰੇਮ ਦੇ ਨਾਲ ਰਹਿ ਸਕਦੇ ਆ। ਪਰ ਅਸੀਂ ਅਗਿਆਨ ਕਰਕੇ ਆਪਣੇ ਘਰਾਂ ਨੂੰ ਵੀ ਅਖਾੜਾ ਬਣਾ ਲਿਆ। ਬੱਚੇ ਨਹੀਂ ਮਾਂ ਬਾਪ ਦੀ ਗੱਲ ਮੰਨ ਰਹੇ, ਪਤਨੀ ਪਤੀ ਦੀ ਮੰਨ ਰਹੀ, ਪਤੀ ਪਤੀ ਦੀ ਨਹੀਂ ਮੰਨ ਰਿਹਾ, ਆਪਣੇ ਹੀ ਘਰ ਨੂੰ ਕਲੇਸ਼ ਬਣਾ ਲਿਆ। ਇਸ ਸਮਾਜ ਨੂੰ ਅਸੀਂ ਨਰਕ ਬਣਾ ਬੈਠੇ ਆ। ਇਹਨੂੰ ਤੇ ਕਹਿੰਦੇ ਨੇ ਅੰਨਾ ਹੋਣਾ। ਚੰਗੇ ਭਲਾ ਬੰਦੇ ਦਾ ਦਿਮਾਗ ਹੋਵੇ ਤੇ ਉਹ ਰਿਸ਼ਵਤ ਲਵੇ, ਬੰਦੇ ਦਾ ਚੰਗਾ ਭਲਾ ਦਿਮਾਗ ਹੋਵੇ ਤੇ ਉਹ ਬੰਦਾ ਨਸ਼ੇ ਦੀ ਤਸਕਰੀ ਕਰੇ, ਉਹ ਬੰਦਾ ਦਵਾਈਆਂ ਡੁਪਲੀਕੇਟ ਵੇਚੇ, ਤਾਂ ਅਗਿਆਨਤਾ ਹੀ ਹੈ ਨਾ। ਹੁਣ ਤੁਸੀਂ ਦੇਖਦੇ ਹੋ ਜਿਵੇਂ ਆ ਕੋਰੋਨਾ ਵਾਇਰਸ ਕਰਕੇ ਇੰਡੀਆ ਦੇ ਅੰਦਰ ਕਿੰਨੇ ਮਜ਼ਦੂਰ ਨੇ ਜੋ ਵਿਚਾਰੇ ਫਸੇ ਨੇ, ਲੱਖਾਂ ਦੀ ਗਿਣਤੀ ਦੇ ਅੰਦਰ। ਇਹਨੂੰ ਤੇ ਕਹਿੰਦੇ ਨੇ ਅੰਧੀ ਰਈਅਤ। ਜਿਹੜੇ ਦੇਸ਼ ਦੇ ਰਾਜਨੀਤਿਕ ਲੋਕ ਨੇ, ਉਹਨਾਂ ਨੂੰ ਲੋਕਡਾਊਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨਾ ਕਿ ਇਹਨਾਂ ਨੂੰ ਪਹਿਲਾਂ ਪਹੁੰਚਾਇਆ ਜਾਏ ਥਾਵਾਂ ਤੇ, ਜਾਂ ਕੁਛ ਕੀਤਾ ਜਾਏ। ਤੇ ਜੇ ਹੁਣ ਨਹੀਂ ਸੋਚਿਆ ਤੇ ਘੱਟ ਤੋਂ ਘੱਟ ਹੁਣ ਉਹਨਾਂ ਦੇ ਪਹੁੰਚਾਉਣ ਵਾਸਤੇ ਇੰਤਜ਼ਾਮ ਤਾਂ ਹੋ ਸਕਦਾ ਨਾ। ਛੱਡ ਦਿੱਤਾ ਗਿਆ ਉਹਨਾਂ ਦੇ ਹਾਲ ਦੇ ਉੱਤੇ। ਇਸੇ ਨੂੰ ਤੇ ਕਹਿੰਦੇ ਨੇ ਅੰਧੀ ਰਈਅਤ। ਅੰਧੀ ਰਈਅਤ, ਇਹਨਾਂ ਵਿਕਾਰਾਂ ਦੇ ਅਧੀਨ ਕੰਮ ਕਰਨ ਵਾਲੇ ਲੋਕ ਅਗਿਆਨੀ ਅੰਨੇ ਹੋ ਜਾਂਦੇ ਨੇ। ਪਹਾ ਭਰੇ ਮੁਰਦਾਰ, ਪਹਾ ਦਾ ਮਤਲਬ ਚੱਕੀ, ਮੁਰਦਾਰ ਦਾ ਮਤਲਬ ਲੁੱਟ ਖੁੱਟ, ਮੁਰਦੇ ਖਾਣਾ। ਤੇ ਫਿਰ ਪਾਪਾਂ ਦੀ ਉਹ ਚੱਟੀ ਭਰਦੇ ਨੇ, ਲੁੱਟ ਖੁੱਟ ਦੀ ਚੱਟੀ ਭਰਦੇ ਨੇ। ਉਹਨਾਂ ਲੋਕਾਂ ਦੀ ਆਤਮਕ ਤਲ ਤੇ ਫਿਰ ਖੁਆਰੀ ਹੁੰਦੀ ਹੈ, ਜਿਨ੍ਹਾਂ ਜ਼ਿੰਦਗੀ ਦੇ ਵਿੱਚ ਇੱਕ ਵਿਕਾਰ ਆ ਜਾਣ ਨਾ, ਉਹ ਚੱਟੀ ਭਰ ਰਹੇ ਨੇ।
ਤੇ ਚੱਟੀ ਭਰਨਾ ਕਿਹਨੂੰ ਕਹਿੰਦੇ ਨੇ? ਜਿਹੜੀ ਚੀਜ਼ ਬਿਨਾਂ ਮਤਲਬ ਤੋਂ ਦੇਣੀ ਪੈ ਜਾਏ ਨਾ, ਮੈਨੂੰ ਤੇ ਯਾਰ ਚੱਟੀ ਪੈ ਗਈ। ਜਿਵੇਂ ਕਿਸੇ ਦੀ ਗਵਾਹੀ ਅਸੀਂ ਜਾਮਨ ਬਣ ਗਏ, ਰੁਪਈਆ ਲੱਖ ਦੇਣਾ ਵੀ, ਚਾਹੇ ਨਾ ਦੇਗਾ ਤੇ ਮੈਂ ਦੇ ਦਿਆਂਗਾ, ਤੇ ਅਗਲੇ ਨੇ ਨਾ ਦਿੱਤਾ ਤੇ ਉਹਨੇ ਮੇਰੇ ਤੋਂ ਲੈ ਲਿਆ ਤੇ ਲੱਖ ਮੈਨੂੰ ਪੈ ਗਿਆ ਨਾ, ਚੱਟੀ ਪੈ ਗਈ, ਬਿਨਾਂ ਮਤਲਬ ਤੋਂ ਪੈ ਗਈ, ਇਹਨੂੰ ਕਹਿੰਦੇ ਨੇ ਚੱਟੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਵਿਕਾਰਾਂ ਦੇ ਅਧੀਨ ਹੋਏ ਹੋਏ ਲੋਕ ਲੁੱਟ ਖਸੁੱਟ ਦੀ ਚੱਟੀ ਭਰ ਰਹੇ ਨੇ, ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕਰ ਰਹੇ ਨੇ, ਦੁਖੀ ਹੋ ਰਹੇ ਨੇ, ਐਸੀ ਚੱਟੀ ਭਰੀ ਜਾ ਰਹੀ। ਤੇ ਕਿਵੇਂ ਚੱਟੀ ਭਰ ਰਹੇ ਨੇ, ਕੌਣ ਕੌਣ ਭਰ ਰਹੇ ਨੇ, ਉਹਦੀ ਫਿਰ ਅੱਗੇ ਮਿਸਾਲ ਦੇ ਰਹੇ ਨੇ ਕਿ ਚੱਟੀ ਕੌਣ ਕੌਣ ਭਰ ਰਹੇ ਨੇ ਔਰ ਕਿਵੇਂ ਭਰਦੇ ਨੇ। ਫਿਰ ਗੁਰੂ ਜੀ ਕਹਿੰਦੇ ਨੇ ਗਿਆਨੀ ਨੱਚੇ, ਜਿਹੜੇ ਗਿਆਨਵਾਨ ਬੰਦੇ ਨੇ ਆਪਣੇ ਆਪ ਨੂੰ ਖਵਾਉਂਦੇ, ਉਹਨਾਂ ਨੇ ਜਿਵੇਂ ਰਾਸ ਲੀਲਾ ਦੇ ਪਿੱਛੇ ਗੱਲ ਕੀਤੀ ਸੀ, ਗਿਆਨੀ ਨੱਚੇ, ਉਹ ਨੱਚ ਰਹੇ ਨੇ ਸਟੇਜਾਂ ਤੇ, ਵਾਜੇ ਵਾਵੇਂ ਵਾਜੇ ਵਜਾ ਰਹੇ ਨੇ, ਰੂਪ ਕਰੇ ਸ਼ਿੰਗਾਰ ਤੇ ਆਪਣੇ ਤਨ ਦੇ ਉੱਤੇ ਸ਼ਿੰਗਾਰ ਬਣਾਏ ਹੋਏ ਨੇ, ਨਾਟਕ ਕਰ ਰਹੇ ਨੇ, ਰਾਸ ਲੀਲਾ ਕਰ ਰਹੇ ਨੇ, ਕੋਈ ਅਵਤਾਰ ਬਣਿਆ ਹੋਇਆ ਹੈ, ਕੋਈ ਕੁਛ ਬਣਿਆ ਹੋਇਆ ਹੈ, ਤੇ ਗਿਆਨੀ ਨੱਚ ਰਹੇ ਨੇ, ਗਿਆਨਵਾਨ ਨੱਚ ਰਹੇ ਨੇ। ਕੀ ਕਰਦੇ ਨੇ? ਉੱਚੇ ਕੂਕੇ, ਉੱਚੀ ਉੱਚੀ ਬੋਲਦੇ ਨੇ, ਵਾਦਾ ਗਾਵੇਂ। ਵਾਦਾ ਗਾਵੇਂ ਦਾ ਮਤਲਬ ਗਾਉਂਦੇ ਨੇ ਯੁੱਧਾਂ ਦੇ ਪ੍ਰਸੰਗ। ਵਾਦਾ ਗਾਵੇਂ ਦਾ ਮਤਲਬ, ਵਾਦਾ ਦਾ ਮਤਲਬ ਵਾਦ, ਯੁੱਧਾਂ ਦੇ ਜੰਗਾਂ ਦੇ ਪ੍ਰਸੰਗ ਗਾਉਂਦੇ ਨੇ, ਯੋਧਾਂ ਕਾ ਵਿਚਾਰ ਤੇ ਯੋਧਿਆਂ ਦੀ ਵਿਚਾਰ ਕਰਦੇ ਨੇ ਉੱਚੀ ਉੱਚੀ। ਗਿਆਨੀ ਉੱਚੀ ਉੱਚੀ ਵਿਚਾਰ ਕਰ ਰਹੇ ਨੇ, ਬੜਾ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ, ਚੰਗਾ ਪਹਿਨਾਵਾ ਪਹਿਨਿਆ ਹੋਇਆ ਹੈ, ਔਰ ਉੱਚੀ ਉੱਚੀ ਦੇ ਵਾਰਾਂ ਗਾ ਰਹੇ ਨੇ ਯੋਧਿਆਂ ਦੀਆਂ। ਲੇਕਿਨ ਪਿੱਛੇ ਕੀ ਹੈ, ਬੈਕਗਰਾਉਂਡ ਕੀ ਹੈ ਕਿ ਪੈਸੇ ਆਉਣ। ਉਹਨਾਂ ਦਾ ਯੋਧਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਪ ਐਸੇ ਗਿਆਨੀਆਂ ਨੇ, ਐਸੇ ਲੋਕਾਂ ਨੇ ਕਦੀ ਕਿਤੇ ਕੁਰਬਾਨੀ ਨਹੀਂ ਕੀਤੀ ਹੈ। 99% ਨੇ ਐਸੇ ਜਿਹੜੇ ਆਪਣੇ ਕਰਨ ਵਾਲੇ ਨੇ, ਰਾਸ ਲੀਲਾਵਾਂ ਪਾਉਣ ਵਾਲੇ, ਚਾਹੇ ਉਹ ਰਾਮਚੰਦਰ ਦੀ ਜਾਂ ਕ੍ਰਿਸ਼ਨ ਜੀ ਦਾ ਅਵਤਾਰ ਬਣਾ ਕੇ ਖਲੋਤੇ ਨੇ, ਆਪ ਉਹਨਾਂ ਦੀ ਜ਼ਿੰਦਗੀ ਉਹੋ ਜਿਹੀ ਨਹੀਂ ਹੈ। ਜਿਹੜੇ ਗਾ ਰਹੇ ਨੇ ਆਪਣਾ ਉਹ ਜੀਵਨ ਨਹੀਂ, ਲੇਕਿਨ ਉੱਚੀ ਉੱਚੀ ਕੂਕ ਰਹੇ ਨੇ, ਤੇ ਉਹ ਕੂਕਣ ਦਾ ਮਕਸਦ ਕੀ ਹੈ? ਪੈਸਾ। ਤੁਸੀਂ ਦੁਕਾਨ ਤੇ ਕੰਮ ਕੀਤਾ, ਸਪੋਜ਼ ਮੰਨ ਲਓ, ਆਪਾਂ ਇਹ ਚੀਜ਼ ਨੂੰ ਸਮਝਣਾ ਹੈ ਕਿ ਭਾਵੇਂ ਚੱਟੀ ਕਿਵੇਂ ਭਰ ਰਹੇ ਆ। ਮੰਨ ਲਓ ਕਿ ਮੈਂ ਗਿਆਨੀ ਹਾਂ, ਮੈਂ ਹੁਣ ਇੱਕ ਕਲਾਸ ਲਗਾ ਰਿਹਾ, ਤੁਸੀਂ ਦੁਕਾਨ ਤੇ ਜਾ ਕੇ ਜੌਬ ਕੀਤੀ ਤੇ ਪੈਸਾ ਕਮਾ ਕੇ ਲਿਆਏ, ਤੇ ਤੁਸੀਂ ਗਏ ਪੀਜ਼ਾ ਖਾਣ ਵਾਸਤੇ ਪੀਜ਼ੇ ਹੱਟ ਵਿੱਚ, ਤੇ ਮੈਂ ਕਥਾ ਕੀਤੀ, ਤੁਹਾਡੇ ਤੋਂ ਪੌਂਡ ਪੌਂਡ ਮਿਲਿਆ, ਤੇ ਉਸੇ ਪੀਜ਼ੇ ਹੱਟ ਵਿੱਚ ਮੈਂ ਵੀ ਬੈਠਾ। ਮਕਸਦ ਕੀ ਹੋ ਗਿਆ? ਇੱਕ ਹੀ ਹੋ ਗਿਆ ਨਾ। ਜੇ ਇੱਕ ਬੰਦਾ ਦੁਕਾਨ ਤੇ ਕੰਮ ਕਰਕੇ ਸ਼ਾਮ ਨੂੰ ਠੇਕੇ ਤੇ ਖੜਾ ਸ਼ਰਾਬ ਪੀ ਰਿਹਾ, ਤੇ ਦੂਜਾ ਬੰਦਾ ਯੋਧਿਆਂ ਦੀਆਂ ਵਾਰਾਂ ਗਾ ਕੇ ਉਹ ਵੀ ਸ਼ਾਮ ਨੂੰ ਠੇਕੇ ਤੇ ਖੜਾ, ਤੇ ਮਕਸਦ ਇੱਕੋ ਹੀ ਹੋ ਗਿਆ ਨਾ। ਜੀਵਨ ਨਹੀਂ, ਆਪਣਾ ਜੀਵਨ ਉਸ ਤਲ ਦੇ ਉੱਤੇ ਪੂਰਾ ਨਹੀਂ। ਜੋ ਮੈਂ ਗੱਲਾਂ ਤੁਹਾਨੂੰ ਕਹਿ ਰਿਹਾ, ਜੇ ਮੇਰੀ ਜ਼ਿੰਦਗੀ ਇਸ ਤਲ ਤੇ ਪੂਰੀ ਉਤਰਦੀ ਨਹੀਂ, ਤਾਂ ਮੇਰਾ ਮਕਸਦ ਕੇਵਲ ਪੈਸੇ ਹੀ ਹੋ ਜਾਏਗਾ ਨਾ, ਧਰਮ ਮਕਸਦ ਨਾ ਰਿਹਾ। ਦੇਖੋ, ਪੈਸਾ ਸਾਡੀ ਲੋੜ ਹੈ, ਮੇਰੀ ਵੀ ਤੁਹਾਡੀ ਵੀ। ਇਸ ਲਈ ਪੈਸਾ ਕਮਾਉਣ ਦਾ ਢੰਗ ਕੀ ਹੈ? ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਜਿਹੜੇ ਗਿਆਨੀ ਲੋਕ ਨੇ, ਜਿਹੜੇ ਰਾਸ ਲੀਲਾਵਾਂ ਕਰ ਰਹੇ ਨੇ, ਧਾਰਮਿਕ ਡਰਾਮੇ ਕਰ ਰਹੇ ਨੇ, ਉੱਚੀ ਉੱਚੀ ਯੋਧਿਆਂ ਦੀਆਂ ਵਾਰਾਂ ਗਾ ਰਹੇ ਨੇ, ਔਰ ਕੇਵਲ ਉਹ ਰੋਜੀ ਰੋਟੀ ਵਾਸਤੇ ਕਰ ਰਹੇ ਨੇ, ਤਾਂ ਇਹ ਚੱਟੀ ਭਰਦੇ ਨੇ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਹਿਕਮਤ ਦਾ ਮਤਲਬ ਦਲੀਲਾਂ, ਤੇ ਹੁਜਤ ਦਾ ਮਤਲਬ ਹੈਗਾ ਠੱਗੀ ਮਾਰਨੀ। ਦਲੀਲਾਂ, ਹਿਕਮਤ ਹੁਜਤ, ਦਲੀਲਾਂ ਦੇਣੀਆਂ, ਚਲਾਕੀਆਂ ਕਰਨੀਆਂ। ਪੰਡਿਤ ਦਾ ਮਤਲਬ ਵਿਦਵਾਨ। ਹੁਣ ਜਿਹੜੇ ਵਿਦਵਾਨ ਹਿਕਮਤ ਹੁਜਤ ਦਲੀਲਾਂ ਦਿੰਦੇ ਨੇ, ਸੰਜੈ ਕਰੇ ਪਿਆਰ, ਸੰਜੈ ਦਾ ਮਤਲਬ ਇਕੱਠੀ ਕਰਦੇ ਨੇ ਮਾਇਆ, ਔਰ ਉਹਦੇ ਨਾਲ ਪਿਆਰ ਪਾਉਂਦੇ ਨੇ। ਪੰਡਿਤ ਦਾ ਮਤਲਬ ਵਿਦਵਾਨ। ਤਾਂ ਗੁਰੂ ਜੀ ਕਹਿੰਦੇ ਨੇ ਉਹ ਵਿਦਵਾਨ, ਚਾਹੇ ਉਹ ਕਿਸੇ ਵੀ ਧਰਮ ਮਜ਼ਹਬ ਦਾ ਹੈ, ਪੰਡਿਤ ਦਾ ਮਤਲਬ ਵਿਦਵਾਨ ਹੁੰਦਾ ਹੈ, ਬੜੀਆਂ ਦਲੀਲਾਂ ਦਿੰਦਾ ਹੈ, ਬੜੇ ਤਰਕ ਦਿੰਦਾ ਹੈ, ਔਰ ਤਰਕ ਅਤੇ ਦਲੀਲਾਂ ਦੇ ਕੇ ਮਾਇਆ ਇਕੱਠੀ ਕਰਦਾ, ਸਿਰਫ ਪੈਸੇ ਵਾਸਤੇ ਕਰ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੂਰਖ ਹੀ ਹੈ ਨਾ।
ਮੂਰਖਤਾ ਦੀ ਚੱਟੀ ਭਰ ਰਿਹਾ ਹੈ, ਆਪਣੀ ਜ਼ਿੰਦਗੀ ਉਸ ਟਾਈਪ ਦੀ ਨਹੀਂ। ਤਾਂ ਮੈਂ ਬੇਨਤੀ ਕਰਾਂ, ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਉਹ ਗਿਆਨ ਕਿਸੇ ਕੰਮ ਦਾ ਨਹੀਂ ਜਿਹੜਾ ਗਿਆਨ ਵਰਤੋਂ ਵਿੱਚ ਨਹੀਂ ਆਉਂਦਾ। ਉਹ ਗਿਆਨ ਵੈਰੀ ਹੋ ਜਾਂਦਾ ਹੈ ਜਿਸ ਗਿਆਨ ਨੂੰ ਗਲਤ ਵਰਤੋਂ ਕੀਤੀ ਜਾਂਦੀ ਹੈ। ਅਗਲਾ ਵਚਨ ਕਰਦੇ ਨੇ, ਧਰਮੀ ਧਰਮ ਕਰਹਿ ਗਵਾਵੇਂ ਮੰਗੇ ਮੋਖ ਦੁਆਰ। ਹੁਣ ਧਰਮੀਆਂ ਦੀ ਗੱਲ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਸਮਝਦੇ ਨੇ ਕਿ ਮੈਂ ਤੀਰਥਾਂ ਤੇ ਜਾ ਰਿਹਾ, ਮੈਂ ਪੁੰਨ ਦਾਨ ਕਰ ਰਿਹਾ, ਜਾਂ ਮੈਂ ਕਰਮ ਕਾਂਡ ਜਿੰਨੇ ਵੀ ਧਰਮ ਦੇ ਮਿੱਥੇ ਹੋਏ ਕੰਮ ਕਰਦੇ। ਹੁਣ ਉਹ ਧਰਮ ਕਰਦੇ ਨੇ, ਥੋੜਾ ਦਾਨ ਪੁੰਨ ਕਰ ਲਿਆ, ਕਿਸੇ ਧਰਮ ਸਥਾਨ ਤੇ ਥੋੜੀ ਮਾਇਆ ਚੜਾ ਦਿੱਤੀ, ਜਾਂ ਕਿਤੇ ਜਾ ਕੇ ਥੋੜੇ ਬਰਤਨ ਮਾਂਜ ਆਏ, ਜਾਂ ਕਿਸੇ ਦੀ ਸਹਾਇਤਾ ਕਰਤੀ, ਹੈਲਪ ਕਰ ਦਿੱਤੀ, ਧਰਮ ਕੀਤੀ। ਪਰ ਉਹ ਆਪਣਾ ਧਰਮ ਉਦੋਂ ਗਵਾ ਬਹਿੰਦੇ ਨੇ, ਮੰਗੇ ਮੋਖ ਦੁਆਰ। ਉਹਦੇ ਬਦਲੇ ਮੋਕਸ਼ ਪਦਵੀ ਮੰਗਦੇ ਨੇ ਕਿ ਸਾਨੂੰ ਮੁਕਤੀ ਮਿਲ ਜਾਏ, ਮੁਕਤੀ ਮਿਲ ਜਾਏ। ਦੇਖੋ, ਮੰਗਤੇ ਨੇ, ਰੱਬ ਤੋਂ ਕੋਈ ਮੰਗ ਰਿਹਾ ਹੈ, ਕੋਈ ਕਿਤੋਂ ਮੰਗ ਰਿਹਾ ਹੈ। ਤੁਸੀਂ ਜਾਂ ਅਸੀਂ ਜੋ ਗ੍ਰਸਤੀ ਆ, ਕੀ ਮੰਗ ਰਹੇ ਹਾਂ? ਅਸੀਂ ਇਹ ਮੰਗਾਂਗੇ ਨਾ ਵੀ ਸਾਡੇ ਮੁੰਡੇ ਦਾ ਵਿਆਹ ਕਰਨਾ ਹੈ ਤੇ ਕੋਈ ਨੂੰਹ ਸਾਨੂੰ ਚੰਗੀ ਮਿਲ ਜਾਏ। ਜੇ ਬੇਟੀ ਜਵਾਨ ਹੈ ਤੇ ਅਸੀਂ ਕਹਿੰਦੇ ਕੋਈ ਮੁੰਡਾ ਚੰਗਾ ਮਿਲ ਜਾਏ। ਸਾਡੀਆਂ ਮੰਗਾਂ ਇਹ ਹੀ ਨੇ। ਸਾਡੇ ਮੁੰਡੇ ਨੂੰ, ਕੁੜੀ ਨੂੰ ਨੌਕਰੀ ਮਿਲ ਜਾਏ, ਜਾਂ ਸਾਨੂੰ ਬੁਖਾਰ ਹੋਇਆ ਬੁਖਾਰ ਉਤਰ ਜਾਏ। ਸਾਡੀਆਂ ਮੰਗਾਂ ਇਹ ਹੀ ਨੇ ਨਾ, ਛੋਟੀਆਂ ਛੋਟੀਆਂ ਮੰਗਾਂ। ਔਰ ਸਾਨੂੰ ਕਹਿ ਦਿੱਤਾ ਜਾਂਦਾ ਤੁਸੀਂ ਲਾਲਚੀ ਹੋ। ਤੇ ਬਾਬਾ ਇੱਕ ਧੂਣੀ ਤਾਂ ਆ ਕੇ ਬੈਠਾ ਹੈ ਤੇ ਉਹ ਮੰਗ ਰਿਹਾ ਮੈਨੂੰ ਸਵਰਗ ਮਿਲੇ। ਅਸੀਂ ਤੇ ਆਪਣੇ ਵਾਸਤੇ ਅਰਦਾਸ ਕੀਤੀ ਕਿ ਪਤਨੀ ਚੰਗੀ ਮਿਲ ਜਾਏ, ਜਾਂ ਬੀਬੀ ਨੇ ਅਰਦਾਸ ਕੀਤੀ ਮੈਨੂੰ ਪਤੀ ਚੰਗਾ ਮਿਲ ਜਾਏ। ਇਹਨੂੰ ਅਸੀਂ ਸਮਝ ਲਿਆ ਲਾਲਚ। ਤੇ ਬਾਬਾ ਕਹਿੰਦਾ ਮੈਨੂੰ ਸਵਰਗ ਮਿਲੇ, ਯਾਨੀ ਮੈਨੂੰ 72 ਹੂਰਾਂ ਮਿਲਣ ਉੱਤੇ ਮੁਕਤੀ ਮਿਲੇ। ਮੈਨੂੰ ਕੰਮ ਇੰਨਾ, ਸੇਵਾ ਥੋੜੀ, ਮੰਗਣ ਬਹੁਤਾ। ਉਹ ਸਾਡੇ ਨਾਲੋਂ ਵੱਡੇ ਲਾਲਚੀ ਨੇ, ਉਹ ਆਪਣਾ ਧਰਮ ਗਵਾ ਦਿੰਦੇ ਨੇ, ਮੰਗ ਰਹੇ ਨੇ। ਕਿਉਂਕਿ ਧਰਮ ਤੇ ਸੀ ਨਿਸ਼ਕਾਮ ਕੰਮ ਕਰਨਾ, ਫਰਜ਼ਾਂ ਨੂੰ ਪੂਰੀਆਂ ਕਰਨਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਸੀ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਪਣੇ ਧਰਮੀ ਅਖਵਾਨ ਵਾਲੇ ਲੋਕ ਨੇ, ਉਹ ਕੁਝ ਚੰਗੇ ਕਰਮ ਕਰਕੇ ਗਵਾ ਬਹਿੰਦੇ ਨੇ, ਕਿਉਂਕਿ ਉਹਦੇ ਤੋਂ 4 ਗੁਣਾ ਮੰਗ ਰਹੇ ਨੇ, ਹਸਾਨ ਕਰ ਰਹੇ ਨੇ ਵੀ ਮੈਂ 1.25 ਦੇ ਪਤਾਸੇ ਚੜਾਂਗਾ, ਮੇਰੀ ਲੱਖ ਦੀ ਲਾਟਰੀ ਪਹਿਲਾਂ ਗਵਾ ਲੈ। ਜਤੀ ਸਦਾਵੇਂ, ਹੁਣ ਜਤੀਆਂ ਦੀ ਗੱਲ ਕਰਦੇ ਨੇ। ਜੁਗਤ ਨਾ ਜਾਣੇ ਛੱਡ ਬਹਿ ਘਰ-ਬਾਰ। ਕਈ ਐਸੇ ਤਿਆਗੀ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਤੇ ਉਹ ਕਹਿੰਦੇ ਨੇ ਮੈਂ ਬਾਲ ਜਤੀਆਂ, ਬਾਲ ਜਤੀਆਂ, ਵਿਆਹ ਨਹੀਂ ਕਰਾਇਆ। ਇਸੇ ਦੇ ਵਿੱਚ ਹੀ ਆਫਰੇ ਫਿਰਦੇ ਨੇ, ਸਿਰ ਤੇ ਚੜੇ ਫਿਰਦੇ ਨੇ, ਤੁਸੀਂ ਗ੍ਰਸਤੀ ਮਾੜੇ ਹੋ, ਬਾਲ ਬ੍ਰਹਮਚਾਰੀ ਹੋਣਾ ਬੜਾ ਔਖਾ ਹੈ, ਬੜਾ ਮਹਾਨ ਪੁੰਨ ਹੈ। ਉਹ ਇਸੇ ਹੰਕਾਰ ਵਿੱਚ ਆਫਰੇ ਫਿਰਦੇ ਨੇ। ਤੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਹੈ ਇਹ ਤੁਹਾਡਾ ਭੁਲੇਖਾ ਹੈ। ਪਹਿਲੀ ਗੱਲ, ਜਿਹਨੂੰ ਤੁਸੀਂ ਜਤੀ ਕਹਿੰਦੇ ਹੋ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਕੁਦਰਤ ਦੀ ਜੋ ਨਿਯਮ ਨੇ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਬਾਣੀ ਵਿੱਚ ਗੁਰੂ ਜੀ ਨੇ ਬਚਨ ਕੀਤਾ ਹੈ, ਅਨਿਕ ਜਤਨ ਕਰੇ, ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਪਾਏ। ਕਿ ਜਿੰਨੇ ਮਰਜ਼ੀ ਯਤਨ ਕਰ ਲੋ, ਬਿੰਦ ਨੇ ਰੁਕਣਾ ਨਹੀਂ, ਕਿਸੇ ਢੰਗ ਨਾਲ ਬਾਹਰ ਆਏਗਾ। ਇਹ ਕੁਦਰਤੀ ਨੇਮ ਹੈ। ਤੇ ਜੇ ਮਨ ਡੋਲ ਰਿਹਾ ਹੈ ਤੇ ਨਰਕ ਵਿੱਚ ਪਵੋਗੇ। ਤੇ ਗੁਰੂ ਜੀ ਨੇ ਕਿਹਾ, ਮੰਨ ਲਓ ਸਪੋਜ਼ ਕੋਈ ਜਤੀ ਹੋ ਹੀ ਜਾਏ ਕਿ ਮੰਨ ਲਓ ਤੁਸੀਂ ਬਾਲ ਬ੍ਰਹਮਚਾਰੀ ਹੋ, ਵਿਆਹ ਨਹੀਂ ਕੀਤਾ, ਤੇ ਗੁਰੂ ਜੀ ਕਹਿੰਦੇ ਨੇ ਫਿਰ ਖੁਸਰਿਆਂ ਨੂੰ ਰੱਬ ਮਿਲ ਜਾਏ। ਖੁਸਰਿਆਂ ਤੋਂ ਵੱਡੇ ਜਤੀ ਤੇ ਨਹੀਂ ਨਾ ਤੁਸੀਂ। ਬਿੰਦ ਰਾਖ ਜੋ ਤਰੀਏ ਭਾਈ, ਖੁਸਰਿਆ ਕਿਉਂ ਨਾ ਪਰਮਗਤ ਪਾਈ। ਉਹਨੇ ਪਰਮਗਤੀ ਕਿਉਂ ਨਾ ਪਾ ਲਈ। ਤਾਂ ਗੁਰੂ ਜੀ ਕਹਿੰਦੇ ਨੇ ਜਤੀ ਸਦਾਵੇਂ। ਕਈ ਲੋਕ ਆਪਣੇ ਆਪ ਨੂੰ ਜਤੀ ਅਖਵਾਉਂਦੇ ਨੇ, ਜਿਵੇਂ ਸਾਡੇ ਵੀ ਬਾਬੇ ਨੇ। ਜੁਗਤ ਨਾ ਜਾਣੇ, ਪਰ ਜੀਵਨ ਦੀ ਜੁਗਤੀ ਨਹੀਂ ਜਾਣਦੇ ਕਿ ਜੀਵਨ ਨੂੰ ਸਫਲ ਕਿਵੇਂ ਕਰਨਾ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਜ਼ਿੰਦਗੀ ਜੀਣ ਦਾ ਪਤਾ ਨਹੀਂ, ਵੇ ਆਫ ਲਾਈਫ ਦਾ ਪਤਾ ਹੀ ਨਹੀਂ ਹੈ। ਛੱਡ ਬਹਿ ਘਰ-ਬਾਰ, ਤੇ ਐਵੇਂ ਘਰ-ਬਾਰ ਛੱਡ ਬਹਿੰਦੇ ਨੇ। ਗੁਰੂ ਜੀ ਕਹਿੰਦੇ ਨੇ ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਮਾਇਆ ਦੀ ਕਿਰਤ ਵੀ ਛੱਡ ਬੈਠੇ, ਦਿਹਾੜੀ ਕਰਕੇ 4 ਪੈਸੇ ਕਮਾ ਲਏ, ਉਹ ਵੀ ਛੱਡ ਬੈਠੇ, ਤੇ ਭਗਤੀ ਦੀ ਸਾਰ ਵੀ ਨਹੀਂ। ਔਰ ਜਿੰਨੇ ਵੀ ਇਹ ਜਤੀ ਲੋਕ ਨੇ ਬਾਬੇ ਬਣੇ ਨੇ, ਗੁਰੂ ਜੀ ਕਹਿੰਦੇ ਕੋਈ ਖੀਰ ਖਾਂਦੇ ਨਹੀਂ ਗਏ। ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਇਹ ਅਪਦਾ ਦੇ ਮਾਰੇ ਹੋਏ ਘਰ ਛੱਡ ਕੇ ਨਸੇ ਨੇ। ਦੇਖੋ ਘਰ ਚਲਾਉਣਾ ਕਿੰਨਾ ਔਖਾ ਹੈ। ਤੁਸੀਂ ਇੱਥੇ ਯੂਕੇ ਵਿੱਚ ਘਰ ਲੈਣਾ, ਕਿਵੇਂ
ਬੇਸ਼ੱਕ ਤੁਸੀਂ ਜਦੋਂ ਆਏ ਉਦੋਂ 2-2 4-4 ਪੌਂਡ ਹੀ ਲੈ ਕੇ ਸਾਰੇ ਆਏ, ਤੇ ਇੱਥੇ ਘਰ ਬਣਾਉਣ ਦੇ ਵਿੱਚ ਇੱਕ ਪੀੜ੍ਹੀ ਲੱਗ ਜਾਂਦੀ ਹੈ ਨਾ ਪੂਰੀ। ਇੱਕ ਘਰ ਬਣਾਉਣ ਵਿੱਚ ਕਿੰਨੀਆਂ ਮਿਹਨਤਾਂ ਕਰਕੇ ਬੰਦਾ ਮੌਰਗੇਜ ਲਾਂਦਾ, ਸ਼ੁਕਰ ਕਰਦਾ ਬੰਦੇ ਦਾ ਘਰ ਫ੍ਰੀ ਹੋਇਆ। ਫਿਰ ਅੱਗੋਂ ਬੱਚੇ ਪਾਲਣੇ, ਰਿਸ਼ਤੇਦਾਰਾਂ ਦੇ ਨਾਲ ਮਤਲਬ ਨਿਭਾਉਣਾ, ਇਹ ਕਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਨਾ। ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੁਸੀਬਤਾਂ ਸਮਝਦਾ ਕਿ ਮੇਰੇ ਤੋਂ ਇਹ ਕੰਮ ਨਹੀਂ ਹੋਣਾ, ਉਹ ਘਰ ਛੱਡ ਕੇ ਸੰਨਿਆਸੀ ਹੋ ਗਿਆ। ਆਪਦਾ ਕੰਮ ਆ ਰਿਹਾ, ਗ੍ਰਹਿ ਤੇ ਨਸਤਾ। ਉਹ ਨੱਸੇ ਹੋਏ ਲੋਕ ਨੇ, ਫਰਜ਼ਾਂ ਤੋਂ ਭਗੌੜੇ ਨੇ। ਤੇ ਗੁਰੂ ਜੀ ਕਹਿੰਦੇ ਨੇ ਜਤੀ ਸਦਾਰੇ ਨੇ, ਆਪਣੇ ਆਪ ਨੂੰ ਵੱਡੇ ਕੁਹਾਰੇ ਨੇ। ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਰ। ਹੁਣ ਇਹਨਾਂ ਸਾਰਿਆਂ ਦੀ ਗਿਣਤੀ ਕਰਕੇ ਨਾ ਫਿਰ ਕਹਿ ਕੀ ਰਹੇ ਨੇ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਇਹ ਸਾਰੇ ਆਪਣੇ ਆਪ ਨੂੰ ਪੂਰਾ ਸਮਝਦੇ ਨੇ। ਝੂਠ ਬੋਲਣ ਵਾਲਾ ਵੀ, ਲੱਭ ਲੋਭ ਦੇ ਵਿੱਚ ਫਸਿਆ ਬੰਦਾ ਵੀ, ਜਿਹਦੀ ਜ਼ਿੰਦਗੀ ਚੋਂ ਸੱਚ ਖਤਮ ਹੋ ਗਿਆ ਤੇ ਕੂੜ ਦਾ ਵਰਤਾਰਾ, ਉਹ ਵੀ ਆਪਣੇ ਆਪ ਨੂੰ ਪੂਰਾ ਸਮਝਦਾ ਪਿਆ। ਜਤੀ ਪੂਰਾ ਸਮਝ ਰਹੇ ਨੇ, ਗਿਆਨੀ ਆਪਣੇ ਆਪ ਨੂੰ ਪੂਰਾ ਸਮਝ ਰਹੇ ਨੇ, ਜਿਹੜੇ ਘਰ-ਬਾਰ ਛੱਡ ਬੈਠੇ ਨੇ ਉਹ ਆਪਣੇ ਆਪ ਨੂੰ ਪੂਰਾ ਸਮਝ ਰਹੇ ਨੇ, ਧਰਮੀ ਜਿਹੜੇ ਨੇ ਸੁੱਖ ਨਾ ਸੁੱਖਦੇ ਨੇ 1.25 ਰੁਪਏ ਦੀਆਂ, ਉਹ ਆਪਣੇ ਆਪ ਨੂੰ ਪੂਰਾ ਸਮਝ ਰਹੇ ਨੇ। ਗੁਰੂ ਪਾਤਸ਼ਾਹ ਜੀ ਹੁਣ ਕਹਿੰਦੇ ਨੇ ਘੱਟ ਕੋਈ ਨਹੀਂ ਅਖਵਾਂਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਨਤੀਜਾ ਕੀ ਹੈ? ਸਾਰੇ ਹੀ ਪੂਰਾ ਸਮਝਦੇ ਨੇ, ਮੈਂ ਵੀ, ਤੁਸੀਂ ਵੀ, ਮੈਂ ਇੰਨੇ ਨਿਤਨੇਮ ਕਰਨਾ, ਇੰਨੇ ਪਾਠ ਕਰਨਾ। ਗੁਰੂ ਜੀ ਕਹਿੰਦੇ ਨੇ ਪੱਤ ਪਰਵਾਣਾ ਪਿੱਛੇ ਪਾਈਏ। ਪੱਤ ਪਰਵਾਣਾ ਪਿੱਛੇ ਪਾਈਏ ਦਾ ਮਤਲਬ ਤਕੜੀ ਦੇ ਅੰਦਰ, ਪਰਵਾਨਾ ਦਾ ਮਤਲਬ ਇੱਜ਼ਤ ਪਰਖਣ ਵਾਲਾ ਵੱਟਾ, ਜਿਹਦੇ ਨਾਲ ਇੱਜ਼ਤ ਪਰਖੀ ਜਾਂਦੀ ਹੈ। ਤਕੜੀ ਹੈ ਨਾ, ਤਕੜੀ ਤੋਲੀ ਦੀ ਹੈ, ਇੱਕ ਪਾਸੇ ਵਸਤੂ ਦੂਜੇ ਪਾਸੇ ਵੱਟਾ। ਉਹ ਵੱਟਾ ਜਿਹਦੇ ਨਾਲ ਇੱਜ਼ਤ ਤੋਲੀ ਜਾਂਦੀ ਹੈ, ਜੇ ਤਕੜੀ ਦੇ ਪਿੱਛੇ ਪਾਈਏ ਤੇ ਉਸ ਵੱਟੇ ਦੇ ਉੱਤੇ ਜਿਹੜਾ ਬੰਦਾ ਪੂਰਾ ਉਤਰ ਜਾਂਦਾ ਹੈ, ਤਾਂ ਨਾਨਕ ਤੋਲਿਆ ਜਾਪੈ, ਤਾਂ ਪਤਾ ਲੱਗਦਾ ਵੀ ਇਹ ਬੰਦਾ ਇੱਜ਼ਤਦਾਰ ਹੈ। ਸਾਰੇ ਬੰਦੇ ਜੋ ਜ਼ਿੰਦਗੀ ਜੀ ਰਹੇ ਨੇ, ਮੈਂ ਵੀ, ਤੁਸੀਂ ਵੀ, ਤਿਆਗੀ ਵੀ, ਪੰਡਿਤ ਵੀ, ਵਾਜੇ ਗਾਉਣ ਵਾਲੇ ਵੀ, ਮੂਰਖ ਵੀ, ਸਾਰੇ ਚੰਗੇ ਵੀ, ਸਾਰੇ ਜਿੰਨੇ ਵੀ ਲੋਕ ਨੇ, ਜੇਕਰ ਸਾਡੇ ਜੀਵਨ ਨੂੰ ਤੋਲਿਆ ਜਾਏ, ਪਰਖਿਆ ਜਾਏ, ਤੇ ਪਰਖਿਆ ਉਸ ਵੱਟੇ ਨਾਲ ਜਾਏ ਜਿਸ ਵੱਟੇ ਨਾਲ ਇੱਜ਼ਤ ਮਿਲਦੀ ਹੈ, ਇੱਜ਼ਤ ਪਰਖੀ ਜਾਂਦੀ ਹੈ। ਤੇ ਉਹ ਵੱਟਾ ਕਿਹੜਾ ਹੈ? ਸੱਚ ਦਾ ਵੱਟਾ ਹੈ ਕਿ ਮਨ, ਬਚਨ ਔਰ ਕਰਮ ਕਰਕੇ ਸੱਚਾ ਤੂੰ ਹੈ। ਜੇ ਇਸ ਥਾਂ ਦੇ ਉੱਤੇ ਤੋਲਿਆ ਜਾਏ ਕਿ ਤੂੰ ਮਨ, ਬਚਨ ਔਰ ਕਰਮ ਕਰਕੇ ਜਿਨਨੇ ਸੱਚ ਨੂੰ ਅਪਣਾਇਆ ਹੋਏਗਾ, ਜੋ ਰੱਬ ਦੀ ਰਜ਼ਾ ਵਿੱਚ ਤੁਰਿਆ ਹੋਏਗਾ, ਜਿਹੜਾ ਗੁਰੂ ਦੀ, ਪ੍ਰਭੂ ਦੀ ਪਰਖ ਤੇ ਪੂਰਾ ਉਤਰ ਜਾਏ, ਉਹ ਬੰਦਾ ਇੱਜ਼ਤਦਾਰ ਹੈ, ਉਹ ਪੂਰਾ ਹੈ। ਤਾਂ ਇਸ ਲਈ ਅਸਾਂ ਆਪਣੇ ਜੀਵਨ ਨੂੰ ਪਰਖਣਾ ਹੈ, ਹਰ ਬੰਦੇ ਨੇ। ਇੱਥੇ ਕਿਸੇ ਦੀ ਵਿਰੋਧਤਾ ਨਹੀਂ ਹੈ, ਕਿਸੇ ਬਾਬੇ ਦੀ ਜਾਂ ਦੂਜੇ ਦੀ। ਇੱਥੇ ਗੱਲ ਹੈ ਪਰਖ ਦੀ। ਜਿਹੜਾ ਸੱਚ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ, ਮਨ, ਬਚਨ, ਕਰਮ ਕਰਕੇ, ਜਿਨੇ ਸੱਚ ਨੂੰ ਅਪਣਾਇਆ ਹੈ, ਜਿਨੇ ਲੋਕਾਂ ਨਾਲ ਪਿਆਰ ਕੀਤਾ ਹੈ, ਜਿਨੇ ਹਰ ਇੱਕ ਦੇ ਅੰਦਰ ਰੱਬ ਨੂੰ ਵੇਖ ਕੇ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕੀਤਾ ਹੈ, ਜਿਨੇ ਕੁਦਰਤੀ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜੀਵੀ ਹੈ, ਉਹ ਬੰਦਾ ਇੱਜ਼ਤਦਾਰ ਹੈ। ਅਗਲਾ ਬਚਨ ਕਰਦੇ ਨੇ, ਵਦੀ ਸੋ ਵੱਜਗ ਨਾਨਕਾ ਸੱਚਾ ਵੇਖੈ ਸੋਏ। ਵਦੀ ਦਾ ਮਤਲਬ ਜੋ ਪਹਿਲਾਂ ਹੀ ਮਿੱਥੀ ਗਈ ਗੱਲ ਹੈ। ਵੱਜਗ ਦਾ ਮਤਲਬ ਵੱਜੇਗੀ, ਯਾਨੀ ਪ੍ਰਗਟ ਹੋਵੇਗੀ। ਕਰਤਾ ਵੇਖੈ ਸੋਏ ਦਾ ਮਤਲਬ ਕਰਤਾ ਪ੍ਰਭੂ ਆਪ ਇਸ ਚੀਜ਼ ਨੂੰ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਜੋ ਚੀਜ਼ ਪਹਿਲਾਂ ਤੋਂ ਮਿੱਥੀ ਗਈ ਹੈ ਉਹੀ ਹੋਵੇਗੀ, ਇਹ ਕਰਤੇ ਦਾ ਨਿਯਮ ਹੈ। ਹੁਣ ਦੇਖੋ, ਇਸ ਚੀਜ਼ ਨੂੰ ਸਾਡੀ ਕਿਸਮਤ ਨਾਲ ਜੋੜ ਲਿਆ ਜਾਂਦਾ ਹੈ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਹੋਏਗਾ। ਨਾ, ਕਿਸਮਤ ਬੰਦਾ ਆਪ ਲਿਖਦਾ ਹੈ। ਹੁਣ ਵਦੀ ਸੋ ਵੱਜਗ, ਜੋ ਪਹਿਲਾਂ ਮਿੱਥੀ ਗਈ ਹੈ, ਉਹ ਚੀਜ਼ ਕੀ ਹੈ? ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ, ਲਾ ਆਫ ਨੇਚਰ, ਇਹਦੇ ਤੋਂ ਬਾਹਰ ਕੁਛ ਨਹੀਂ ਹੋ ਸਕਦਾ। ਜੋ ਕੁਛ ਹੋਏਗਾ ਉਹ ਰੱਬੀ ਹੁਕਮ ਦੇ ਅੰਦਰ ਹੋਏਗਾ। ਚਾਹੇ ਤੁਸੀਂ ਝੂਠ ਬੋਲ ਲਓ, ਸੱਚ ਬੋਲ ਲਓ, ਪਿਆਰ ਕਰ ਲਓ, ਨਫ਼ਰਤ ਕਰ ਲਓ, ਚੰਗੇ ਕਰਮ ਕਰ ਲਓ, ਮਾੜੇ ਕਰਮ ਕਰ ਲਓ, ਹਰ ਕਰਮ ਦਾ ਫਲ ਸਿਸਟਮ ਵਿੱਚ ਮਿਲੇਗਾ, ਸਿਸਟਮ ਤੋਂ ਬਾਹਰ ਨਹੀਂ। ਜੇ ਕੋਈ ਕਹੇ ਕਿ ਮੈਂ ਸੱਚ ਦੇ ਨਾਲ ਪਿਆਰ ਕਰਾਂ, ਮਨ, ਬਚਨ, ਕਰਮ ਕਰਕੇ ਮੈਂ ਸੱਚਾ ਹੋਵਾਂ, ਔਰ ਸੱਚਾ ਹੋਵੇ ਵੀ, ਤੇ ਜੇ ਅਸੀਂ ਉਹਨੂੰ ਕਹੀਏ ਕਿ ਉਹਨੂੰ ਦੁੱਖ ਹੋ ਜਾਣ ਜਾਂ ਉਹ ਆਪਣੇ ਮਾਰਗ ਤੋਂ ਡੋਲ ਜਾਏ, ਤਾਂ ਐਸਾ ਨਹੀਂ ਹੋਏਗਾ। ਉਹਨੂੰ ਸੱਚ ਦਾ ਫਲ ਮਿਲੇਗਾ।
ਤੇ ਜੇ ਕੋਈ ਝੂਠ ਬੋਲ ਬੋਲ ਕੇ ਮਾੜੇ ਕਰਮ ਕਰਕੇ ਇਹ ਕਵੇ ਕਿ ਮੈਂ ਪੈਸੇ ਦੇ ਕੇ ਤੇ ਆਪਣੇ ਜੀਵਨ ਨੂੰ, ਨਾ, ਬਿਲਕੁਲ ਨਹੀਂ। ਉਹਨੂੰ ਝੂਠ ਦਾ ਫਲ ਮਿਲੇਗਾ, ਕਿਉਂਕਿ ਰਜਾ ਦੇ ਅੰਦਰ ਸਭ ਕੁਝ ਹੋਣਾ ਹੈ। ਰਜਾ ਰੱਬ ਦੀ ਨਿਰਵੈਰ ਹੈ, ਕਿਸੇ ਨਾਲ ਵਿਤਕਰਾ ਨਹੀਂ ਹੋਣਾ। ਇਸ ਲਈ ਜੋ ਮਿਥਿਆ ਹੋਇਆ ਰੱਬੀ ਕਾਨੂੰਨ ਹੈ, ਉਹਦੇ ਮੁਤਾਬਕ ਸਾਰਾ ਫਲ ਮਿਲਣਾ ਹੈ, ਉਹਦੇ ਮੁਤਾਬਕ ਜ਼ਿੰਦਗੀ ਸਾਨੂੰ ਜੀਣੀ ਚਾਹੀਦੀ ਹੈ। ਸਭਨਾ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਹੁਣ ਛਾਲਾਂ ਤੇ ਸਾਰੇ ਮਾਰਦੇ ਨੇ, ਪਰ ਹੋਣਾ ਉਹ ਕੁਛ ਹੈ, ਛਾਲ ਉਹਦਾ ਨਤੀਜਾ ਨਿਕਲਣਾ ਹੈ, ਜਿਹੜੀ ਛਾਲ ਸਿਸਟਮ ਦੇ ਅੰਦਰ ਮਾਰੀ ਜਾਏਗੀ, ਜੋ ਰੱਬ ਕਰੇਗਾ ਹੋਣਾ ਉਹ ਹੈ। ਹੁਣ ਛਾਲਾਂ ਮਾਰਦੇ ਰਹੋ, ਪਾਣੀ ਦੇ ਵਿੱਚ, ਜ਼ਮੀਨ ਦੇ ਵਿੱਚ ਕੱਦੂ ਕਰਕੇ ਤੇ ਉਹਦੇ ਵਿੱਚ ਕਣਕ ਦਾ ਛੱਟਾ ਦੇ ਆਓ, ਛਾਲ ਮਾਰ ਦਿੱਤੀ ਨਾ, ਪਰ ਉਹ ਕਣਕ ਨੇ ਪੈਦਾ ਨਹੀਂ ਹੋਣਾ। ਕਰਤਾ ਕਰੇ ਸੋ ਹੋਏ, ਜੋ ਸਿਸਟਮ ਹੈ ਉੱਥੇ ਕਣਕ ਪੈਦਾ ਹੋਣੀ। ਤੇ ਜੇ ਘਰ ਦੇ ਅੰਦਰ ਫਰਸ਼ ਪਾ ਕੇ, ਆਪਣੇ ਛੱਤ ਦੇ ਉੱਤੇ ਫਰਸ਼ ਹੋਵੇ ਤੇ ਉਸ ਫਰਸ਼ ਦੇ ਉੱਤੇ ਬੇਸ਼ੱਕ ਸੀਜ਼ਨ ਕਣਕ ਦਾ ਹੀ ਹੋਵੇ ਤੇ ਉੱਤੇ ਕਣਕ ਦਾ ਛੱਟਾ ਦੇ ਦਿਓ, ਤੇ ਕੀ ਉਹ ਫਰਸ਼ ਦੇ ਉੱਤੇ ਉੱਗੇਗੀ? ਬਿਲਕੁਲ ਨਹੀਂ, ਚਿੜੀਆਂ ਕਾਂ ਚ ਉੱਗ ਜਾਣਗੇ। ਜੋ ਕਰਤਾ ਕਰੇ ਸੋ ਹੋਏ ਦਾ ਮਤਲਬ ਸਿਸਟਮ ਦੇ ਅੰਦਰ ਹੋਣਾ ਹੈ। ਜਿੰਨੀਆਂ ਮਰਜ਼ੀ ਛਾਲਾਂ ਮਾਰੀ ਜਾਓ। ਹੁਣ ਮੈਂ 2 ਫੁੱਟ ਛਾਲ ਮਾਰਨਾ, ਕੋਈ 3 ਫੁੱਟ, ਕੋਈ 4 ਫੁੱਟ, ਤੇ ਮੈਂ ਕਹਿੰਦਾ ਮੈਂ ਬੜੀ ਛਾਲ ਮਾਰਨਾ, ਪਰ ਜਦੋਂ ਜਿੱਥੇ ਲੌਂਗ ਜੰਪ ਹੋ ਰਿਹਾ ਹੈ, ਜਦੋਂ ਮੈਂ ਉੱਥੇ ਜਾ ਕੇ ਛਾਲ ਮਾਰਾਂਗਾ, ਉੱਥੇ ਤਾਂ ਜਿੱਤ ਉਹਨੂੰ ਮਿਲਣੀ ਨਾ ਜੋ ਨਿਯਮ ਦੇ ਵਿੱਚ, ਕਿ ਜੋ ਸਭ ਤੋਂ ਅੱਗੇ ਜਾਏਗਾ ਫਸਟ ਉਹ ਆਏਗਾ। ਉੱਥੇ ਤਾਂ ਮੇਰੀ 2 ਫੁੱਟ ਦੀ ਛਾਲ ਨਹੀਂ ਨਾ ਕੁਛ ਕਰਨ ਲੱਗੀ ਨਿਯਮ ਦੇ ਵਿੱਚ। ਇਸ ਲਈ ਸਾਰੇ ਹੀ ਲੋਕ ਛਾਲਾਂ ਮਾਰ ਰਹੇ ਨੇ, ਪੰਡਤ ਵੀ, ਵਿਦਵਾਨ ਵੀ, ਵਾਦਾਂ ਗਾਉਣ ਵਾਲੇ ਵੀ, ਰਿਸ਼ੀ ਮੁਨੀ ਵੀ, ਪਰ ਹੋਣਾ ਉਹ ਹੈ ਜੋ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇਗਾ, ਜੋ ਗੁਰਬਾਣੀ ਦੇ ਵੇ ਆਫ ਲਾਈਫ ਨੂੰ ਅਪਣਾਏਗਾ। ਅਗਲਾ ਬਚਨ ਕਰਦੇ ਨੇ, ਜਿਨ ਕੀ ਲੇਖ ਹੈ ਪਤ ਪਵੇ ਚੰਗੇ ਚੰਗੇ ਸਈ ਕੇ। ਜਿਨ੍ਹਾਂ ਦੀ ਪੱਤ ਲੇਖੇ ਪੈ ਜਾਂਦੀ ਹੈ, ਜੋ ਪੱਤ ਵਾਲੀ ਤੋਲ ਤੇ ਪੂਰੇ ਉਤਰ ਜਾਂਦੇ ਨੇ, ਜਿਨ੍ਹਾਂ ਦੇ ਜੀਵਨ ਨੂੰ ਸੱਚ ਦੇ ਤੌਰ ਤੇ ਪਰਖਿਆ ਜਾਏ ਤੇ ਜੋ ਉੱਥੇ ਪੂਰੇ ਉਤਰਦੇ ਨੇ। ਜੇ ਅਸੀਂ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਏ ਨਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਜੀਵਨ ਸ਼ੈਲੀ ਦਿੰਦੀ ਹੈ, ਜੇ ਉਸ ਜੀਵਨ ਸ਼ੈਲੀ ਦੇ ਉੱਤੇ ਬਾਣੀ ਦੀ ਕਸਵੱਟੀ ਤੇ ਕੋਈ ਪੂਰਾ ਉਤਰ ਜਾਏ, ਉਹ ਚੰਗੇ ਕਿਹਾ ਜਾ ਸਕਦਾ, ਉਹਨਾਂ ਨੂੰ ਚੰਗੇ ਕਿਹਾ ਜਾ ਸਕਦਾ ਹੈ। ਚੰਗੇ ਸਹੀ ਕੇ, ਕਈ ਦਾ ਮਤਲਬ ਕੋਈ ਕੋਈ, ਵਿਰਲੇ ਵਿਰਲੇ। ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਵਿਰਲੇ ਓਨੇ ਕੀ ਰਹਿਣਗੇ, ਉਹ ਵਿਰਲਾ ਮੈਂ ਵੀ ਹੋ ਸਕਦਾ ਵਾਂ, ਉਹ ਵਿਰਲੇ ਤੁਸੀਂ ਵੀ ਹੋ ਸਕਦੇ ਹੋ। ਉਹਨਾਂ ਵਿਰਲਿਆਂ ਦੇ ਅੰਦਰ ਕੋਈ ਵੀ ਸ਼ਾਮਲ ਹੋ ਸਕਦਾ, ਜਿਹੜਾ ਮਰਜ਼ੀ ਹੋ ਜਾਏ। ਚੰਗਿਆਂ ਦੇ ਵਿੱਚ ਸ਼ਾਮਲ ਹੋ ਸਕਦਾ, ਤੁਸੀਂ ਬਾਣੀ ਦੀ ਅਨੁਸਾਰ ਜ਼ਿੰਦਗੀ ਜੀਓ, ਤੁਸੀਂ ਚੰਗੇ, ਮੈਂ ਜੀਵਾਂਗਾ, ਮੈਂ, ਜਿਹੜਾ ਮਰਜ਼ੀ ਹੋ ਜਾਏ। ਜੋ ਸਰਣ ਆਵੇ ਤਿਸ ਕੰਠ ਲਾਵੇ। ਲੇਕਿਨ ਚੰਗਾ ਉਹ ਏ ਜੋ ਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ। ਆਪਣੇ ਆਪ ਫੜਾ ਮਾਰੀ ਜਾਓ, ਜਿੰਨੀਆਂ ਮਰਜ਼ੀ ਮਾਰੀ ਜਾਓ, ਮੀਆਂ ਮਿੱਠੂ ਬਣੇ ਜਾਓ, ਜਿੰਨਾ ਮਰਜ਼ੀ ਬਣੇ ਜਾਓ। ਮਾਵਾਂ ਧੀਆਂ ਸੀਰਾ ਰਿੱਧਾ, ਮਿੱਠਾ ਪੈਣਾ ਮਿੱਠਾ। ਮਾਵਾਂ ਧੀਆਂ ਨੇ ਸੀਰਾ ਰਿੰਨ ਕੇ ਉਹ ਵੀ ਆਂਦੀ ਬੀਬੀ ਬੜਾ ਮਿੱਠਾ, ਉਹ ਵੀ ਕਹਿੰਦੀ ਬੇਟੀ ਬੜਾ ਮਿੱਠਾ, ਆਪੀ ਸਿਫਤਾਂ ਕਰੀ ਜਾਵੇ, ਗੱਲ ਵੱਖਰੀ ਹੈ। ਲੇਕਿਨ ਗੁਰਬਾਣੀ ਦੀ ਕਸਵੱਟੀ ਤੇ, ਜੋ ਲਾ ਆਫ ਨੇਚਰ ਹੈ ਉਹਦੀ ਕਸਵੱਟੀ ਤੇ, ਜੋ ਸਚਿਆਰਤਾ ਦੀ ਕਸਵੱਟੀ ਹੈ ਉਹਦੇ ਤੇ ਜੋ ਪੂਰਾ ਉਤਰਦਾ ਹੈ, ਉਹਦੀ ਪੱਤ ਲੇਖੇ ਪੈਂਦੀ ਹੈ। ਉਹਨੂੰ ਇੱਜ਼ਤਦਾਰ ਕਿਹਾ ਜਾ ਸਕਦਾ ਹੈ। ਉਹ ਧਨਵੰਤ ਹੈ, ਉਹ ਕੁਲਵੰਤ ਹੈ, ਉਹ ਪਤਵੰਤ ਹੈ, ਜਿਸ ਦੀ ਮਾਨਸਿਕਤਾ ਦੇ ਅੰਦਰ ਪ੍ਰਭੂ ਵਸ ਰਿਹਾ। ਤਾਂ ਹੁਣ ਪੌੜੀ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਖਸਮ ਦੇ ਨਾਲ, ਰੱਬ ਦੇ ਨਾਲ, ਰੱਬੀ ਗੁਣਾਂ ਦੇ ਨਾਲ ਕੌਣ ਬੰਦਾ ਜੁੜਦਾ ਹੈ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿਨੀ ਖਸਮ ਤੇ ਆਇਆ। ਧੁਰ ਤੋਂ ਹੀ ਇੱਕ ਚੀਜ਼ ਚਲੀ ਆਉਂਦੀ ਹੈ। ਧੁਰ ਦਾ ਮਤਲਬ, ਜਦੋਂ ਤੋਂ ਸੰਸਾਰ ਪੈਦਾ ਹੋਇਆ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਧੁਰ ਦਾ ਮਤਲਬ ਸ਼ੁਰੂ ਤੋਂ ਇਹ ਨਿਯਮ ਚੱਲਿਆ ਆਉਂਦਾ ਹੈ ਕਿ ਕਰਮ, ਜਿਨ੍ਹਾਂ ਦੇ ਅੰਦਰ ਇੱਕ ਕਰਮ ਪਿਆ ਹੈ, ਜਿਨ੍ਹਾਂ ਨੇ ਇੱਕ ਕਰਮ ਕੀਤੇ ਨੇ, ਜਿਨ੍ਹਾਂ ਦੇ ਅੰਦਰ ਇਹ ਚੰਗੇ ਸੰਸਕਾਰ ਨੇ, ਜਿਨ੍ਹਾਂ ਦੇ ਅੰਦਰ ਗੁਰੂ ਦੀ ਸਿੱਖਿਆ ਉਕਰੀ ਗਈ ਹੈ, ਤਿਨੀ ਖਸਮ ਧਿਆਇਆ। ਉਹਨਾਂ ਨੇ ਰੱਬ ਨੂੰ ਧਿਆਇਆ, ਉਹਨਾਂ ਨੇ ਰੱਬ ਨੂੰ ਧਿਆਨ ਵਿੱਚ ਰੱਖਿਆ। ਉਹਨਾਂ ਨੇ ਚੀਜ਼ ਧਿਆਨ ਵਿੱਚ ਰੱਖੀ ਕਿ ਮੇਰੇ ਸਾਹਮਣੇ ਬੈਠੇ ਸਭ ਰੱਬ ਦਾ ਰੂਪ ਨੇ, ਇਹਨਾਂ ਨਾਲ ਮੈਂ ਰੱਬ ਵਰਗਾ ਪਿਆਰ ਔਰ ਰੱਬ ਵਰਗਾ ਵਿਹਾਰ ਕਰਨਾ ਹੈ। ਉਹਨਾਂ ਨੇ ਧਿਆਨ ਦੇ ਅੰਦਰ ਰੱਖਿਆ ਹੈ ਰੱਬੀ ਗੁਣਾਂ ਨੂੰ, ਸਤ ਸੰਤੋਖ ਨੂੰ, ਨਿਰਭੈਤਾ ਨਿਰਵੈਰਤਾ ਨੂੰ, ਇਨਸਾਨੀਅਤ ਨੂੰ, ਪ੍ਰੇਮ ਨੂੰ। ਉਹਨਾਂ ਦੇ ਧਿਆਨ ਦੇ ਅੰਦਰ ਹੈ ਹਮੇਸ਼ਾ, ਜਿਨ੍ਹਾਂ ਦੇ ਅੰਦਰ ਧੁਰ ਤੋਂ ਹੀ ਇਹ ਸੰਸਕਾਰ ਨੇ, ਯਾਨੀ ਧੁਰ ਤੋਂ ਹੀ ਇਹ ਨਿਯਮ ਚੱਲਿਆ ਆਉਂਦਾ ਹੈ ਕਿ ਜੋ ਆਪਣੇ ਅੰਦਰ ਸ਼ੁਭ ਸੰਸਕਾਰ ਪੈਦਾ ਕਰੇਗਾ, ਉਹੀ ਸ਼ੁਭ ਦੇ ਨਾਲ ਜੁੜੇਗਾ।
ਤੇ ਜਿਹੜਾ ਬੰਦਾ ਆਪਣੇ ਅੰਦਰ ਮਾੜੀਆਂ ਕਲਪਨਾਵਾਂ ਕਰੇਗਾ, ਹੌਲੇ ਹੌਲੇ ਉਹਦੇ ਵਿਚਾਰ ਮਾੜੇ ਹੋ ਜਾਣਗੇ, ਕੂੜ ਵਰਤ ਜਾਏਗਾ, ਸੱਚ ਦਾ ਕਾਲ ਪੈ ਜਾਏਗਾ। ਇਨਾ ਜਨਤਾ ਕਹਿ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਉਪਾਇਆ। ਵੇਖੀ ਦਾ ਮਤਲਬ ਕਈ ਤਰ੍ਹਾਂ ਦਾ। ਇਹ ਮਾਲਕ, ਇਹ ਜਿਹੜੇ ਜੀਵ ਜੰਤ ਨੇ ਨਾ, ਮਨੁੱਖ ਮਾਤਰ, ਇਹਨਾਂ ਦੇ ਵਸ ਵਿੱਚ ਕੁਛ ਨਹੀਂ ਹੈ। ਇਹ ਆਪਣੇ ਆਪ ਕੁਛ ਕਰਨ ਜੋਗੇ ਨਹੀਂ। ਤੁਧ ਵੇਖੀ ਜੰਤ ਉਪਾਇਆ, ਕਈ ਕਿਸਮ ਦਾ ਤੂੰ ਜਗਤ ਪੈਦਾ ਕੀਤਾ ਹੈ, ਕਈ ਕਿਸਮ ਦੇ ਜੀਵ ਪੈਦਾ ਕੀਤੇ ਨੇ। ਮਨੁੱਖਾਂ ਦੇ ਕਿੰਨੇ ਰੰਗ ਨੇ, ਰੂਪ ਨੇ, ਰੇਖ ਨੇ, ਆਕਾਰ ਨੇ, ਕਿੰਨੇ ਜੀਵ ਜੰਤ ਨੇ, ਇਹਨਾਂ ਦਾ ਕੋਈ ਅੰਤ ਹੀ ਹੈ ਨਹੀਂ। ਜੋ ਰੱਬ ਕਰਾਏਗਾ ਉਹੀ ਕਰਾਂਗੇ। ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਸਾਡੇ ਹੱਥ ਵਿੱਚ ਕੁਛ ਨਹੀਂ ਕਿ ਅਸੀਂ ਸਿਸਟਮ ਤੋਂ ਬਾਹਰ ਕੁਛ ਕਰ ਸਕੀਏ। ਜੇ ਸਿਸਟਮ ਹੈ ਕਿ ਅਸੀਂ ਆਕਸੀਜਨ ਨਾਲ ਜਿੰਦਾ ਰਹਿਣਾ ਹੈ, ਤਾਂ ਸਾਡੇ ਹੱਥ ਵਿੱਚ ਨਹੀਂ ਹੈ ਕਿ ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕੀਏ। ਜੇ ਕੁਦਰਤੀ ਨੇਮ ਹੈ ਕਿ ਪਾਣੀ ਪੀਣ ਨਾਲ ਪਿਆਸ ਬੁਝੇਗੀ, ਤਾਂ ਸਾਡੇ ਹੱਥ ਵਿੱਚ ਇਹ ਚੀਜ਼ ਨਹੀਂ ਕਿ ਅਸੀਂ ਰੇਤਾ ਫਕੀਰ ਤੇ ਸਾਡੀ ਪਿਆਸ ਬੁਝ ਜਾਏ ਨਾ। ਇਹ ਜਗਤ ਤੇਰੀ ਰਜ਼ਾ ਦੇ ਅੰਦਰ ਤੁਰਦਾ ਹੈ ਤੇ ਤੇਰੀ ਰਜ਼ਾ ਤੋਂ ਬਾਹਰ ਜਾ ਕੇ ਕੁਛ ਨਹੀਂ ਕੀਤਾ ਜਾ ਸਕਦਾ। ਇਕਨਾ ਨੂੰ ਤੂੰ ਮੇਲ ਲਹਿ, ਇੱਕ ਆਪੋਂ ਤੁਧ ਖੁਆਇਆ। ਇਕਨਾ ਦਾ ਮਤਲਬ ਕਈਆਂ ਨੂੰ ਤੂੰ ਮੇਲ ਲੈਣਾ ਤੇ ਕਈਆਂ ਨੂੰ ਤੂੰ ਖੁਆਰ ਕੀਤਾ ਹੋਇਆ ਹੈ। ਹੁਣ ਇੱਥੇ ਤੂੰ ਖੁਆਰ ਕੀਤਾ ਹੋਇਆ ਦਾ ਮਤਲਬ ਤੇਰੇ ਹੁਕਮ ਦੇ ਅੰਦਰ ਕਈ ਤੇਰੇ ਨਾਲ ਮਿਲ ਜਾਂਦੇ ਨੇ, ਤੇਰੇ ਹੁਕਮ ਦੇ ਅੰਦਰ ਹੀ ਕਈ ਖੁਆਰ ਹੋ ਰਹੇ ਨੇ। ਹੁਣ ਹੁਕਮ ਦਾ ਮਤਲਬ ਸਿਸਟਮ। ਜੋ ਇਸ ਗਿਆਨ ਦੀ ਸਹੀ ਵਰਤੋਂ ਕਰਨਗੇ ਉਹ ਜ਼ਿੰਦਗੀ ਚੰਗੀ ਜੀਣਗੇ, ਤੇ ਜਿਹੜੇ ਇਸ ਗਿਆਨ ਦੀ ਗਲਤ ਵਰਤੋਂ ਕਰਨਗੇ ਉਹ ਖੁਆਰ ਹੋਣਗੇ। ਹੁਕਮ ਹੈ ਨਾ, ਸਿਸਟਮ ਹੈ ਨਾ। ਕਿ ਜੇ ਬੰਦਾ ਪਾਣੀ ਦੇ ਵਿੱਚ ਨਹਾਉਂਦਾ ਹੈ, ਮੰਨ ਲਓ ਕੋਈ ਨਦੀ ਹੈ, ਦਰਿਆ ਹੈ, ਕਿਸੇ ਨੂੰ ਤਰਨਾ ਆਉਂਦਾ ਤੇ ਉਹਦੇ ਵਿੱਚ ਤਾਰੀਆਂ ਲਾਉਂਦਾ ਪਿਆ, ਨਹਾਉਂਦਾ ਪਿਆ, ਤਾਂ ਉਹ ਤਰਦਾ ਹੈ ਪਿਆ, ਸਿਸਟਮ ਹੈ, ਉਹ ਤਾਰ ਕੇ ਪਾਰ ਵੀ ਹੋ ਜਾਏਗਾ ਕਿਉਂਕਿ ਤਰਨਾ ਆਉਂਦਾ ਹੈ। ਤੇ ਜੇ ਕਿਸੇ ਨੂੰ ਤਰਨਾ ਨਹੀਂ ਆਉਂਦਾ ਤੇ ਨਦੀ ਵਿੱਚ ਛਾਲ ਮਾਰੇਗਾ, ਡੁੱਬੇਗਾ ਹੀ ਨਾ। ਇਸ ਲਈ ਸਿਸਟਮ ਦੇ ਅੰਦਰ ਹੈ ਸਾਰਾ ਕੁਝ। ਸਿਸਟਮ ਵਿੱਚ ਹੀ ਲੋਕ ਖੁਆਰ ਹੋ ਰਹੇ ਨੇ, ਸਿਸਟਮ ਦੇ ਅੰਦਰ ਹੀ ਰੱਬ ਵਿੱਚ ਮਿਲ ਰਹੇ ਨੇ। ਜੋ ਸੱਚ ਨੂੰ ਫੋਲੋ ਕਰੇਗਾ ਉਹ ਸੱਚ ਦੇ ਅੰਦਰ ਲੀਨ ਹੋ ਜਾਏਗਾ, ਤੇ ਜਿਹੜਾ ਸੱਚ ਨੂੰ ਫੋਲੋ ਨਹੀਂ ਕਰੇਗਾ ਉਹ ਖੁਆਰ ਹੋ ਜਾਏਗਾ, ਕੂੜ ਵਰਤ ਜਾਏਗਾ ਉਹਦੀ ਜ਼ਿੰਦਗੀ ਅੰਦਰ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਵੇਂ ਅਸੀਂ ਮਿਲ ਸਕਦੇ ਹਾਂ, ਸੱਚ ਨੂੰ ਅਸੀਂ ਫੋਲੋ ਕਿਵੇਂ ਕਰੀਏ? ਤਾਂ ਗੁਰੂ ਜੀ ਕਹਿੰਦੇ ਨੇ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਕਿ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ ਜਾ ਸਕਦਾ। ਜੇ ਸੱਚ ਨੂੰ ਸਮਝਣਾ ਨਾ, ਜੇ ਖੁਆਰ ਹੋਣ ਤੋਂ ਬਚਣਾ ਤਾਂ ਗੁਰੂ ਦੀ ਕਿਰਪਾ ਨਾਲ ਬਚਿਆ ਜਾ ਸਕਦਾ ਹੈ। ਮੈਂ ਵੀ ਬਚ ਸਕਣਾ, ਤੁਸੀਂ ਵੀ ਬਚ ਸਕਦੇ। ਤੇ ਗੁਰੂ ਦੀ ਕਿਰਪਾ ਕੀ ਹੈ? ਗੁਰੂ ਦਾ ਗਿਆਨ ਲੈਣਾ, ਗੁਰੂ ਤੋਂ ਵੇ ਆਫ ਲਾਈਫ ਸਿੱਖਣਾ, ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਣੀ, ਗਿਆਨ ਦੀ ਰੋਸ਼ਨੀ ਦੇ ਅੰਦਰ ਜੀਵਨ ਬਤੀਤ ਕਰਨਾ, ਭਾਵਨਾਵਾਂ ਤੇ ਕੰਟਰੋਲ ਕਰਨਾ। ਤਾਂ ਗੁਰੂ ਦੀ ਰਹਿਮਤ ਨਾਲ, ਗੁਰੂ ਦੇ ਸ਼ਰਨੀ ਪੈ ਕੇ ਜਾਣਿਆ ਹੈ ਜਿਸਨੇ ਵੀ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਤੇ ਜਿੱਥੇ ਗੁਰੂ ਦੀ ਕਿਰਪਾ ਹੈ, ਤੂੰ ਆਪਣਾ ਆਪਾ ਬੁਝਾ ਦਿੱਤਾ ਹੈ, ਉਹਨੇ ਤੈਨੂੰ ਜਾਣ ਲਿਆ ਹੈ ਕਿ ਮੈਂ ਉਸੇ ਦਾ ਰੂਪ ਹਾਂ, ਉਹਦੇ ਤੋਂ ਵੱਖਰਾ ਨਹੀਂ ਹਾਂ। ਮਨ ਤੂੰ ਜੋਤ ਸਰੂਪ ਹੈ, ਉਹਨੇ ਜਾਣ ਲਿਆ। ਤੇ ਉਹਨੂੰ ਇਹ ਵੀ ਸਮਝ ਪੈ ਗਈ ਹੈ ਕਿ ਮੇਰੇ ਸਾਹਮਣੇ ਬੈਠੇ ਹੋਏ ਵੀ ਰੱਬ ਦਾ ਰੂਪ ਨੇ, ਉਹ ਰੱਬ ਤੋਂ ਬਾਹਰ ਨਹੀਂ। ਜੋ ਦਿਸੈ ਸੋ ਤੇਰਾ ਰੂਪ। ਉਹਨੇ ਫਿਰ ਹਰ ਇੱਕ ਨੂੰ ਆਪਣੇ ਗਲੇ ਲਗਾਇਆ ਹੈ ਤੇਰਾ ਰੂਪ ਸਮਝ ਕੇ। ਕਿੰਨੇ? ਜੋ ਗੁਰੂ ਦੇ ਗਿਆਨ ਰਾਹੀਂ ਤੇਰੇ ਹੁਕਮ ਨੂੰ ਸਮਝ ਕੇ ਹੁਕਮ ਵਿੱਚ ਤੁਰਿਆ ਹੈ। ਸਹਿਜੇ ਹੀ ਸੱਚ ਸਮਾਇਆ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਸਹਿਜੇ ਦਾ ਮਤਲਬ ਸੁਤੇ ਸਿੱਧ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ। ਉਹ ਬੰਦਾ ਸੱਚ ਦੇ ਅੰਦਰ ਸਮਾ ਗਿਆ, ਆਤਮਕ ਅਡੋਲਤਾ ਵਿੱਚ ਟਿਕ ਗਿਆ। ਮਨ, ਬਚਨ ਔਰ ਕਰਮ ਕਰਕੇ ਉਹ ਬੰਦਾ ਸੱਚ ਵਿੱਚ ਸਮਾ ਗਿਆ। ਉਹਦੀ ਮੈਂਟੈਲਿਟੀ ਵੀ ਸੱਚੀ, ਉਹਦੇ ਬੋਲ ਵੀ ਸੱਚੇ, ਉਹਦਾ ਵਿਹਾਰ ਵੀ ਸੱਚਾ। ਉਹ ਸੱਚ ਦੇ ਅੰਦਰ ਸਮਾ ਗਿਆ। ਤਾਂ ਹੁਣ ਸਾਡੇ ਕੋਲ ਰਿਜ਼ਲਟ ਇਹ ਨਿਕਲਿਆ ਕਿ ਜੋ ਦੁਨੀਆ ਦੇ ਅੰਦਰ ਕੂੜ ਦਾ ਵਰਤਾਰਾ ਹੈ, ਸੱਚ ਦਾ ਕਾਲ ਪੈ ਗਿਆ ਹੈ, ਬੰਦਾ ਹੈਵਾਨੀਅਤ ਦਾ ਰੂਪ ਧਾਰਨ ਕਰ ਚੁੱਕਾ ਹੈ, ਇਨਸਾਨੀਅਤ ਖਤਮ ਹੋ ਗਈ ਹੈ। ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਆਸ਼ਾ ਦੀ ਕਿਰਨ ਹੈ ਸਾਡੀ ਜ਼ਿੰਦਗੀ ਵਿੱਚ। ਸਾਡੇ ਕੋਲ ਇੱਕ ਰਾਸਤਾ ਹੈ ਕਿ ਅਸੀਂ ਗੁਰੂ ਦੀ ਬਾਣੀ ਨੂੰ ਸਮਝੀਏ ਔਰ ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਵੀਏ।
ਆਪਣੇ ਜੀਵਨ ਨੂੰ ਪਰਖੀਏ, ਆਪਣੇ ਆਪਣੇ ਅੰਦਰ ਝਾਤ ਮਾਰਨੀ ਹੈ, ਦੂਜਿਆਂ ਵਿੱਚ ਨਹੀਂ, ਆਪਣੇ ਵਿੱਚ ਝਾਤ ਮਾਰਨੀ ਹੈ ਕਿ ਮੇਰੇ ਅੰਦਰ ਕੀ ਦੋਸ਼ ਨੇ ਤੇ ਇਹ ਦੋਸ਼ ਦੂਰ ਹੋ ਸਕਦੇ ਨੇ। ਮੈਂ ਸੱਚ ਵਿੱਚ ਸਮਾ ਸਕਦਾ ਹਾਂ, ਮੈਂ ਰੱਬ ਦਾ ਰੂਪ ਹੋ ਸਕਦਾ। ਕਿਵੇਂ? ਜੇ ਮੈਂ ਗੁਰੂ ਦੇ ਦੱਸੇ ਰਾਹਾਂ ਦੇ ਉੱਤੇ ਤੁਰਾਂ, ਗੁਰ ਕਿਰਪਾ ਤੇ ਜਾਣਿਆ ਗੁਰੂ ਦੀ ਰਹਿਮਤ ਰਾਹੀਂ। ਤਾਂ ਇਸ ਲਈ ਅਸੀਂ ਗੁਰੂ ਗਿਆਨ ਦੇ ਧਾਰਨੀ ਹੋਣਾ, ਗੁਰੂ ਜੀ ਦੀ ਪਾਵਨ ਬਾਣੀ ਨੂੰ ਅਸਾਂ ਸਮਝਣਾ ਹੈ ਔਰ ਗੁਰਬਾਣੀ ਨੂੰ ਸਮਝ ਕੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਮੈਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦਾ ਹਾਂ। ਅੱਜ ਦੇ ਸੰਦਰਭ ਵਿੱਚ ਜੇ ਕੋਈ ਆਪ ਵੀਰਾਂ ਦਾ ਕੋਈ ਸਵਾਲ ਹੋਵੇ ਜੋ ਅਸੀਂ ਅੱਜ ਵਿਚਾਰ ਕੀਤੀ ਹੈ, ਕਿਉਂਕਿ ਇਹਦੀ ਨਾ ਸਮਝ ਸਾਨੂੰ ਤਾਂ ਆਏਗੀ ਜੇ ਅਸੀਂ ਉਸ ਟੌਪਿਕ ਦੇ ਉੱਤੇ ਰਹਾਂਗੇ। ਟੌਪਿਕ ਤੋਂ ਬਾਹਰ ਜਾਵਾਂਗੇ ਤੇ ਫਿਰ ਜਿਹੜਾ ਸਾਡਾ ਅੱਜ ਦਾ ਵਿਚਾਰ ਕੀਤੀ ਚੀਜ਼ ਹੈ ਨਾ, ਉਹ ਕਈ ਵਾਰ ਅਲੋਪ ਹੋ ਜਾਂਦੀ, ਖਤਮ ਹੀ ਹੋ ਜਾਂਦੀ, ਪਤਾ ਹੀ ਨਹੀਂ ਲੱਗਦਾ। ਇਸ ਲਈ ਜਿਹੜੀਆਂ ਚੀਜ਼ਾਂ ਅੱਜ ਅਸੀਂ ਸੁਣੀਆਂ ਨੇ, ਇਹਨਾਂ ਦੇ ਵਿੱਚ ਜੇ ਕਿਸੇ ਦਾ ਕੋਈ ਸ਼ੰਕਾ, ਕੋਈ ਸਵਾਲ ਹੋਏ ਤਾਂ ਉਹ ਆਪ ਸਵਾਲ ਜਿਹੜਾ ਹੈ ਉਹ ਕਰ ਸਕਦੇ ਹੋ। ਵਾਹਿਗੁਰੂ ਰਹਿਮਤ ਕਰੇ ਕਿ ਅਸੀਂ ਇਸੇ ਤਰ੍ਹਾਂ ਇਸ ਕਲਾਸ ਦੇ ਵਿੱਚ ਜੁੜੇ ਰਹੀਏ, ਹੋਰ ਵੀਰਾਂ ਭੈਣਾਂ ਨੂੰ ਵੀ ਜੋੜੀਏ, ਸਾਨੂੰ ਬਾਣੀ ਦੀ ਸਮਝ ਆਏ ਤੇ ਅਸੀਂ ਇੱਕ ਐਸੇ ਸਮਾਜ ਦੀ ਸਿਰਜਣਾ ਕਰ ਸਕੀਏ ਜਿਸ ਸਮਾਜ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਪ੍ਰਫੁੱਲਤ ਹੋਵੇ। ਪਰ ਅਸੀਂ ਆਪਣੇ ਅੜੋਸ ਪੜੋਸ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਵਿੱਚ, ਜਾਂ ਜੋ ਅਸੀਂ ਭੈਣ ਭਰਾ ਬੈਠੇ ਹਾਂ, ਅਸੀਂ ਇਹੋ ਜਿਹਾ ਮਿਲਵਰਤਨ ਆਪਣੇ ਅੰਦਰ ਪੈਦਾ ਕਰ ਸਕੀਏ, ਆਪਣੇ ਜੀਵਨ ਨੂੰ ਪਰਖੀਏ ਕਿ ਸਾਡੇ ਜੀਵਨ ਦੇ ਵਿੱਚ ਕੀ ਕੀ ਮਤਲਬ ਬਦਲਾਵ ਆਇਆ। ਤਾਂ ਅੱਜ ਜੇ ਆਪਣੇ ਕੋਲ ਟਾਈਮ ਜੇ ਬਾਈ ਚਾਂਸ ਹੈ ਥੋੜਾ ਬਹੁਤਾ, ਤਾਂ ਸਾਰੇ ਵੀਰ ਥੋੜਾ ਇਹ ਦੱਸਣ ਦਾ ਯਤਨ ਕਰਿਓ ਕਿ ਇਸ ਕਲਾਸ ਦੇ ਵਿੱਚ ਤੁਹਾਨੂੰ ਨਵਾਂ ਕੀ ਮਿਲ ਰਿਹਾ ਹੈ ਸਿੱਖਣ ਨੂੰ, ਜੋ ਅੱਜ ਤੱਕ ਅਸੀਂ ਵਿਚਾਰਦੇ ਸੀ ਜਾਂ ਜਿਸ ਟਾਈਪ ਨਾਲ ਸੁਣਦੇ ਸੀ, ਜੋ ਹੁਣ ਅਸੀਂ ਇਸ ਕਲਾਸ ਵਿੱਚ ਸੁਣ ਰਹੇ ਹਾਂ, ਇਹਦੇ ਵਿੱਚ ਕੀ ਤੁਹਾਨੂੰ ਫਰਕ ਮਹਿਸੂਸ ਹੁੰਦਾ ਹੈ ਔਰ ਕੀ ਆਪਨੇ ਨਵਾਂ ਸਿੱਖਿਆ ਹੈ। ਇਹਦੇ ਨਾਲ ਫੀਡਬੈਕ ਮਿਲੇਗੀ ਤੇ ਸਾਨੂੰ ਵਿਚਾਰ ਕਰਨ ਦਾ ਇੱਕ ਨਵਾਂ ਰਾਸਤਾ ਵੀ ਮਿਲੇਗਾ। ਮੈਂ ਹੁਣ ਇੱਥੇ ਇਮਾਨਦਾਰਚਕ ਹਾਂ। ਮਾਨਯੋਗ ਸਰਦਾਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਸੰਭਾਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਆਪ ਜੀ ਦਾ। ਤੇ ਆਪਾਂ ਬਹੁਤਾ ਅੱਜ ਟਾਈਮ ਇੱਧਰ ਉੱਧਰ ਨਹੀਂ ਕਰਨਾ। ਜਿੱਦਾਂ ਗਿਆਨੀ ਜੀ ਨੇ ਰਿਕੁਐਸਟ ਕੀਤੀ ਹੈ ਨਾ, ਉਹਨਾਂ ਨੂੰ ਵੀ ਫੀਡਬੈਕ ਚਾਹੀਦੀ ਹੈ ਔਰ ਅਸੀਂ ਸਾਰੇ ਜਾਣਨਾ ਚਾਹਾਂਗੇ ਕਿ ਜਿੰਨੇ ਸਰੋਤੇ ਸਾਡੇ ਨਾਲ ਜੁੜਦੇ ਆ ਰੋਜ਼ ਦੀ ਤਰ੍ਹਾਂ, ਉਹਨਾਂ ਨੂੰ ਕੁਛ ਨਾ ਕੁਛ ਤਾਂ ਜ਼ਰੂਰ ਸਿੱਖਣ ਨੂੰ ਰੋਜ਼ ਮਿਲਦਾ ਹੋਊਗਾ। ਤੇ ਜੋ ਵੀ ਮਿਲਦਾ ਆ ਤੇ ਉਹ ਤੁਸੀਂ ਸ਼ੇਅਰ ਜ਼ਰੂਰ ਕਰੋ ਤਾਂ ਕਿ ਬਾਕੀ ਸਾਰਿਆਂ ਨੂੰ ਵੀ ਪਤਾ ਲੱਗੇ ਔਰ ਤੁਹਾਨੂੰ ਵੀ, ਤੁਸੀਂ ਵੀ ਆਪਣੀ ਜਿਹੜੀ ਗੱਲ ਤੁਹਾਡੇ ਸਮਝ 'ਚ ਆਉਂਦੀ ਹੈ ਉਹ ਸ਼ੇਅਰ ਕਰ ਸਕਦੇ ਆ, ਤਾਂ ਕਿ ਉਹਦੇ ਵਿੱਚ ਜੇ ਕੋਈ ਕਮੀ ਹੈ ਜਾਂ ਕਿਸ ਤਰ੍ਹਾਂ ਉਹ ਇੰਪਰੂਵ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਸ ਗੱਲ ਦਾ ਨਹੀਂ ਵੀ ਪਤਾ ਲੱਗਦਾ ਉਹਨੂੰ ਵੀ ਗਾਹਾਂ ਹੋਰ ਵੱਖਰੇ ਤਰੀਕੇ ਦੇ ਨਾਲ ਦੱਸਿਆ ਜਾ ਸਕਦਾ। ਸੋ ਇਸ ਕਰਕੇ ਸਾਰਿਆਂ ਦੀ ਫੀਡਬੈਕ ਬਹੁਤ ਬਹੁਤ ਜ਼ਰੂਰੀ ਹੈ। ਬਾਕੀ ਗੁਰਬਾਣੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਲਈ ਹੈ ਆਪਣੇ ਭਾਈ ਸਾਹਿਬ ਤੋਂ, ਤੇ 500 ਸਾਲ ਪਹਿਲਾਂ ਕਿੱਦਾਂ ਕਿੱਦਾਂ ਦੀਆਂ ਗੱਲਾਂ, ਸੱਚ ਕਾਲ ਕੂੜ ਵਰਤਿਆ, ਕਿੱਦਾਂ ਕੂੜ ਦਾ ਜਿੱਦਾਂ ਪਸਾਰਾ ਸੀਗਾ, ਸੱਚ ਦਾ ਤੇ ਕਾਲਾ ਹੀ ਪੈ ਗਿਆ, ਉਹਨੂੰ ਬੜੇ ਵਿਸਥਾਰ ਦੇ ਨਾਲ ਗਿਆਨੀ ਜੀ ਉਹਨਾਂ ਨੇ ਸਾਰਾ ਸਮਝਾ ਦਿੱਤਾ ਹੈ। ਤੇ ਸਾਡੇ ਵਕਾਰ ਜਿੱਦਾਂ ਹੈਗੇ ਆ, ਸਾਡੇ ਦਿਮਾਗ ਤੇ ਕਿੱਦਾਂ ਰਾਜ ਕਰਦੇ ਆ, ਕੋਈ ਥਾਣੇਦਾਰ ਬਣ ਕੇ ਤੇ ਕੋਈ ਮਤਲਬ ਵੀਰ ਬਣ ਕੇ, ਕੋਈ ਸਰਦਾਰ ਬਣ ਕੇ ਸਾਨੂੰ ਚਲਾਈ ਜਾਂਦੇ ਆ, ਸਾਨੂੰ ਕਾਬੂ 'ਚ ਨਹੀਂ ਆਉਂਦੇ ਮਤਲਬ। ਤੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਗੁਰਬਾਣੀ ਦਾ ਆਸਰਾ ਲੈ ਕੇ ਤੇ ਨਾਲੇ ਜਿਹੜੇ ਸਾਡੇ ਅਸੂਲ ਹੈਗੇ ਆ, ਲਾਅ ਆਫ ਨੇਚਰ ਨੂੰ ਸਮਝ ਕੇ, ਗੁਰੂ ਦੀ ਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਆਪਾਂ ਕਿੱਦਾਂ ਸਵਾਰਨਾ, ਕਿੱਦਾਂ ਆ, ਉਹਦੇ ਵਿੱਚ ਸਾਰੀਆਂ ਦਲੀਲਾਂ ਸਾਡੇ ਕੋਲ ਹੈਗੀਆਂ, ਪਰ ਉਹਨਾਂ ਨੂੰ ਅਪਣਾਉਣ ਦੀ ਲੋੜ ਆ। ਇੱਥੇ ਮੈਂ ਰੁਕਦਾ ਜੀ। ਮੈਂ ਇੱਕ ਸਿਰਫ ਇੰਨਾ ਕਹਿਣਾ ਚਾਹੁੰਦਾ ਜੀ, ਸਾਡੇ ਨਾਲ 3-4 ਚਿਹਰੇ ਹੋਰ ਆਏ ਸੀਗੇ ਪਹਿਲਾਂ ਵੀ, ਹੁਣ ਵੀ ਜੁੜੇ ਹੋ। ਬਲਵੀਰ ਕੌਰ ਜਿਹਨਾਂ ਦੇ ਨਾਲ ਪਹਿਲਾਂ ਗੱਲ ਹੋ ਚੁੱਕੀ ਹੈ, ਬਲਵੀਰ ਕੌਰ ਸੱਲ, ਇੱਕ ਨਾਂ ਸੀਗਾ ਸੰਗੀਤਾ, ਤੇ ਉਹਨਾਂ ਦਾ ਨਾਮ ਵੀ ਪਹਿਲੀ ਵਾਰ ਮੈਂ ਦੇਖਿਆ, ਸ਼ਾਇਦ ਪਹਿਲਾਂ ਵੀ ਆਏ ਹੋਣਗੇ। ਇੱਕ ਆਪਣੇ ਗਿਆਨੀ ਅਰਜਨ ਸਿੰਘ ਜੀ ਗੁਲਿਚ ਤੋਂ ਵੀ ਜੁੜੇ ਹੋਏ ਸੀਗੇ, ਅਜੀ ਵੀ ਸ਼ਾਇਦ ਹੋਣਗੇ ਜੀ। ਤੇ ਗੁਰਸ਼ਰਨ ਸਿੰਘ ਜੀ ਉਹ ਵੀ ਆਏ ਹੋਏ ਸੀਗੇ। ਸਾਰਿਆਂ ਨੂੰ ਬਹੁਤ ਬਹੁਤ ਵੈਲਕਮ। ਇਸੇ ਤਰ੍ਹਾਂ ਤੁਸੀਂ ਆਓ ਰੋਜ਼ ਤੇ ਆਪਣੇ ਲਾਹੇ ਲਓ, ਸੁਣੋ। ਤੇ ਅੱਜ ਮੇਰੇ ਕਹਿਣ ਤੋਂ ਬਿਨਾਂ ਹੀ ਕਾਫੀ ਮਿਊਟ ਹੋਏ ਸੀਗੇ ਜੀ, ਹੁਣ ਫੇਰ ਸੌਰੀ ਅਨਮਿਊਟ ਹੋਏ ਸੀਗੇ, ਹੁਣ ਫੇਰ ਚਲੋ। ਐਨੀਵੇ ਮੈਂ ਹਮੇਸ਼ਾ ਦੀ ਤਰ੍ਹਾਂ ਜਾ ਰਿਹਾ ਜੀ ਆਪਣੇ ਸਰੋਤਿਆਂ ਦੇ ਕੋਲ। ਪਰ ਜਿੱਦਾਂ ਗਿਆਨੀ ਜੀ ਨੇ ਕਿਹਾ ਕਿ ਅੱਜ ਜ਼ਰੂਰ ਆਪਣੇ ਆਪਣੇ ਵਿਚਾਰ ਦਿਓ, ਕਿਉਂਕਿ ਸਾਡੇ ਕੋਲ ਥੋੜਾ ਬਹੁਤਾ ਟਾਈਮ ਹੈਗਾ ਅੱਜ। ਤੇ ਤੁਸੀਂ ਦਵਿੰਦਰ ਸਿੰਘ ਤੂਰ ਜੀ, ਤੁਸੀਂ ਆਓ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਯਾਨੀ ਜੀ ਅਸੀਂ ਤੁਹਾਡੀ ਕਿਸੇ ਵੀ ਤਰ੍ਹਾਂ ਨਾਲ ਐਪਰੀਸ਼ੀਏਸ਼ਨ ਨਹੀਂ ਕਰ ਸਕਦੇ,
ਨਾ ਸਿਫਤ ਕਰ ਸਕਦੇ ਹਾਂ। ਅਸਲੀ ਤੌਰ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ, ਸਿਰਫ ਅਨੁਭਵ ਹੀ ਕਰ ਸਕਦੇ ਹਾਂ ਕਿ ਤੁਸੀਂ ਸਾਨੂੰ ਕਿਸ ਚੀਜ਼ ਸਿੱਖਿਆ ਦਿੰਦੇ ਹੋ। ਬਾਕੀ ਕੋਈ ਕੁਐਸਚਨ ਨਹੀਂ ਹੈਗਾ, ਸਿਰਫ ਕਲੈਰੀਫਿਕੇਸ਼ਨ ਹੈ ਜੋ ਕਿ ਥੋੜੇ 2-3 ਸੈਕਿੰਡ ਲੱਗਣਗੇ। ਭਾਵ ਮਨ, ਵਚਨ, ਕਰਮ ਨੂੰ ਅਸੀਂ ਮੈਂਟੈਲਿਟੀ ਦਾ ਨਾਮ ਦੇ ਸਕਦੇ ਹਾਂ ਜੀ। ਹਾਂਜੀ, ਮਨ ਦਾ ਮਤਲਬ ਮੈਂਟੈਲਿਟੀ। ਹਾਂਜੀ, ਉਸ ਤੋਂ ਬਾਅਦ ਹੈ ਜੋ ਤੁਸੀਂ ਸਿੱਖਿਆ ਨਵਾਂ ਕੀ ਮਿਲਿਆ। ਮਨ ਦਾ ਮਤਲਬ ਮੈਂਟੈਲਿਟੀ, ਬਚਨ ਦਾ ਮਤਲਬ ਸਾਡੀ ਵਰਡਿੰਗ, ਔਰ ਕਰਮ ਦਾ ਮਤਲਬ ਸਾਡਾ ਐਕਸ਼ਨ। ਹਾਂਜੀ, ਧੰਨਵਾਦ ਜੀ। ਬਾਕੀ ਤੁਸੀਂ ਪੁੱਛਿਆ ਨਵਾਂ ਕੀ ਮਿਲਿਆ। ਹਾਂਜੀ ਯਾਨੀ ਜੀ ਇਹ ਸਭ ਕੁਝ ਹੀ ਨਵਾਂ ਹੈ ਸਾਡੇ ਵਾਸਤੇ। ਅਸੀਂ ਕੁਛ ਨਹੀਂ ਕਹਿ ਸਕਦੇ ਨਵਾਂ ਸਾਨੂੰ ਕੀ ਮਿਲਿਆ ਤੇ ਕੀ ਮਿਲਣਾ। ਜੋ ਅਸੀਂ ਤੁਹਾਡੀ ਵਚਨ ਸੁਣਦੇ ਹਾਂ ਇਹ ਸਾਰਾ ਨਵਾਂ ਹੀ ਨਵਾਂ ਹੈ। ਧੰਨਵਾਦ। ਧੰਨਵਾਦ। ਮਿਹਰਬਾਨੀ ਜੀ ਦਵਿੰਦਰ ਸਿੰਘ ਜੀ ਤੂਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸਤਨਾਮ ਸਿੰਘ ਨਾਗਰਾ ਜੀ, ਤੁਸੀਂ ਮੈਂ ਅਨਮਿਊਟ ਆ ਜਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਵੀ। ਆਪ ਨੇ ਜਿਸ ਤਰ੍ਹਾਂ ਦੱਸਿਆ ਵੀ ਸਿੱਖਣ ਨੂੰ ਸਾਰੀਆਂ ਜਿੰਨੀਆਂ ਵੀ ਸੰਗਤ ਜੁੜੀਆਂ ਬਹੁਤ ਕੁਝ ਸਿੱਖਿਆ ਹੋਊਗਾ। ਜਿਸ ਤਰ੍ਹਾਂ ਸਿਹਾਰੀਆਂ ਜਾਂ ਵਿਆਕਰਨ, ਹੋਰ ਜਿਹੜੇ ਵਿਸ਼ਰਾਮ ਆਦਿ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਇਸ ਕਲਾਸ ਦੇ ਵਿੱਚ। ਤੇ ਜਿਸ ਤਰ੍ਹਾਂ ਆਪਣੇ ਮਨ ਨੂੰ ਰੰਗਣ ਕੀਤਾ ਹੈ, ਮਨ ਨੂੰ ਰੰਗਣ, ਗੁਰ ਸ਼ਬਦ ਵਿੱਚ ਰੰਗਣ ਲਈ ਅਸੀਂ ਜਦੋਂ ਦੀਵਾਨ ਹਾਲ 'ਚ ਬੈਠੇ ਹੁੰਦੇ ਹਾਂ ਆਪਣੇ ਮਨ ਨੂੰ ਬਾਣੀ, ਕੀਰਤਨ, ਨਾਮ ਸਿਮਰਨ ਨਾਲ ਰੰਗ ਲੈਂਦੇ ਹਾਂ, ਬਹੁਤ ਆਨੰਦ ਆਉਂਦਾ ਹੈ। ਪਰ ਜਦੋਂ ਦੀਵਾਨ ਹਾਲ ਤੋਂ ਬਾਅਦ ਸਮਾਪਤੀ ਹੁੰਦੀ ਹੈ ਤੇ ਲੰਗਰ ਹਾਲ ਜਾਂਦੇ ਹਾਂ ਤੇ ਉਹ ਸਾਰਾ ਆਨੰਦ ਸਭ ਭੁੱਲ ਜਾਂਦੇ ਹਾਂ। ਬਹੁਤ ਸਾਰੇ ਤਾਂ ਨਹੀਂ, ਪਰ ਬਹੁਤੀ ਗਿਣਤੀ ਸੰਗਤ ਦੀ ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਹੋਰ ਦੂਸਰਾ ਹੈਗਾ ਜੀ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ। ਹਾਂਜੀ, ਜਿਸ ਤਰ੍ਹਾਂ ਸ਼ਿੰਗਾਰ ਦੇ ਵਿੱਚ ਸੋਹਣੀ ਪੱਗ, ਦਮਾਲੇ, ਚੋਲੇ ਅਤੇ ਸ੍ਰੀ ਸਾਹਿਬਾਂ ਪਾ ਕੇ ਤਾਂ ਬਾਜੇ ਵਜਾ ਕੇ ਸ਼ਬਦ ਕੀਰਤਨ ਕਰਕੇ ਗਾ ਸਕਦੇ। ਪਰ ਜਿਹੜਾ ਮਹਾਰਾਜ ਨੇ ਗਿਆਨੀ ਨੱਚੇ ਇਹ ਸ਼ਬਦ ਇੱਥੇ ਯੂਜ਼ ਕੀਤਾ, ਉਹ ਕਿਹਨਾਂ ਲਈ ਕੀਤਾ ਜੀ? ਇਹ ਥੋੜਾ ਜਿਹਾ ਉਦੋਂ ਉਹਨਾਂ ਵਾਸਤੇ ਕੀਤਾ ਹੈਗਾ ਵੀ ਜਿਹੜੇ ਉਦੋਂ ਨਾ ਰਾਸ ਲੀਲਾਵਾਂ ਕਰਦੇ ਸਨ ਨਾ, ਜਿਵੇਂ ਕ੍ਰਿਸ਼ਨ ਭਗਵਾਨ ਦੀ ਕਰ ਲਈ, ਰਾਮ ਚੰਦਰ ਜੀ ਦੀ ਕਰ ਲਈ, ਤੇ ਉਹ ਰੂਪ ਬਣਾਉਂਦੇ ਸਨ ਬੜਾ ਸੋਹਣਾ, ਮੁਕਟ ਵਗੈਰਾ ਲਗਾਉਂਦੇ, ਤੇ ਉਹ ਸਿਰਫ ਵਿਖਾਵਾ ਹੀ ਸੀ। ਉਹ ਰਾਮ ਚੰਦਰ ਹੈ ਨਹੀਂ ਸੀ, ਸਿਰਫ ਵਿਖਾਵਾ ਕਰਦੇ ਉਹਨਾਂ ਵਾਸਤੇ। ਜਿਹੜੇ ਸਾਡੇ ਗਿਆਨੀ ਹੈ ਸਾਡੇ ਧਰਮ ਵਿੱਚ, ਉਹ ਗਿਆਨੀਆਂ ਵਾਸਤੇ ਨਹੀਂ ਹੈ। ਹਾਂਜੀ, ਨਹੀਂ ਅੱਗੋਂ ਫਿਰ ਇਹ ਸਾਂਝੀ ਬਾਣੀ ਹੁੰਦੀ ਹੈ। ਗੱਲ ਉਦੋਂ ਉਹਨਾਂ ਦੀ ਹੋ ਰਹੀ ਸੀ ਕਿਉਂਕਿ ਉਦੋਂ ਸਾਡੇ ਵੱਲ ਗਿਆਨੀ ਹੈ ਨਹੀਂ ਸੀ। ਤਾਂ ਇਹਦੇ ਵੀ ਜਿਹੜੇ ਕੋਈ ਗਿਆਨਵਾਨ ਕੋਈ ਵੀ ਬੰਦਾ ਕਿਸੇ ਵੀ ਧਰਮ ਮਜ਼ਹਬ ਦਾ ਜਿਹੜਾ ਵਿਖਾਵਾ ਕਰਦਾ ਉਹ ਸਾਰੇ ਆ ਗਿਆ ਉਹਦੇ ਵਿੱਚ। ਮੈਂ ਵੀ ਉਹਦੇ ਵਿੱਚ ਆ ਗਿਆ। ਹੋਰ ਜੇ ਮੈਂ ਵਿਖਾਵਾ ਕਰਨਾ ਤੇ ਮੈਂ ਵੀ ਉਹਦੇ ਵਿੱਚ। ਥੈਂਕ ਯੂ ਗਿਆਨੀ ਜੀ, ਧੰਨਵਾਦ। ਮਿਹਰਬਾਨੀ ਜੀ ਸਤਨਾਮ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਮੈਂ ਹੁਣ ਆਊਂਗਾ ਨਰਿੰਦਰ ਸਿੰਘ ਜੱਸਲ, ਉਹਦੇ ਬਾਅਦ ਚ ਕੁਲਦੀਪ ਕੌਰ ਤੇ ਗੁਰਚਰਨ ਸਿੰਘ। ਹਾਂਜੀ, ਚਲੋ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਤੁਹਾਡੇ ਲੈਕਚਰਾਂ ਦੇ ਨਾਲ ਮੇਰਾ ਸਿੱਖੀ ਜੀਵਨ ਵੱਲ ਧਿਆਨ ਥੋੜਾ ਜ਼ਿਆਦਾ ਹੋ ਗਿਆ ਹੁਣ, ਤੇ ਇਹਦੇ ਨਾਲ ਪਿਆਰ ਵੀ ਵੱਧ ਗਿਆ ਮੇਰਾ। ਤੇ ਇਸ ਕਰਕੇ ਮੈਂ ਸੋਚਦਾ ਵੀ ਇਹਨੂੰ ਥੋੜਾ ਜਿਹਾ ਹੋਰ ਅੱਗੇ ਵਧਾਇਆ ਜਾਵੇ, ਐਗਜ਼ਾਮਪਲ ਦੇ ਕੇ, ਨਾ ਕਿ ਸਿਰਫ ਗੱਲਾਂ ਕਰਕੇ, ਸਿਰਫ ਐਗਜ਼ਾਮਪਲ ਦੇਣ ਕੇ, ਆਪਣੀ ਲਾਈਫ ਚੇਂਜ ਕਰਕੇ। ਪਰ ਕਈ ਮਤਲਬ ਜਿਹੜੇ ਜ਼ਿੰਦਗੀ ਦੇ ਵਿੱਚ ਚੀਜ਼ਾਂ ਹੈਗੀਆਂ ਨੇਗੀਆਂ, ਜਿਵੇਂ ਪੈਸੇ ਦੀ ਤ੍ਰਿਸ਼ਨਾ ਤੇ ਹੋਰ ਮਤਲਬ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਤਿਆਗਣ ਦੇ ਲਈ ਸਾਨੂੰ ਬਹੁਤ ਸੰਘਰਸ਼ ਦੀ ਲੋੜ ਹੈਗੀ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਲਾਈਫ ਡਿਪੈਂਡੈਂਟ ਇਹਦੇ ਤੇ ਹੁੰਦੀ ਹੈਗੀ, ਤੇ ਇਸ ਤੋਂ ਬਿਨਾਂ ਕੋਈ ਕੰਮ ਚੱਲ ਨਹੀਂ ਸਕਦਾ ਹੈਗਾ। ਅਗਰ ਤੁਸੀਂ ਬਿੱਲ ਨਾ ਪੇ ਕਰੋ 1 ਮਹੀਨਾ ਤੇ ਫਿਰ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਨੇ। ਤੇ ਬਾਕੀ ਜਿਹੜਾ ਤੁਸੀਂ ਅੱਜ ਦੱਸਿਆ ਹੈਗਾ ਵੀ ਮਿਹਨਤ, ਕੜੀ ਘਾਲਣਾ ਦੇ ਨਾਲ ਉਹਨੂੰ ਕਰਨਾ ਪੈਂਦਾ ਹੈਗਾ। ਸੋ ਸਾਰੇ ਇਹ ਅਸੂਲ ਜਿਹੜੇ ਸਿੱਖੀ ਦੇ ਅਸੂਲ ਨੇ, ਸੱਚ ਬੋਲਣਾ, ਗਰੀਬ ਨੂੰ ਛੱਡਣਾ, ਕਾਮ, ਕ੍ਰੋਧ, ਲੋਭ, ਹੰਕਾਰ, ਇਹਦੇ ਲਈ ਸਾਨੂੰ ਕੜੀ ਘਾਲਣਾ ਦੀ ਜ਼ਰੂਰਤ ਹੈ, ਤੇ ਇਸ ਦੇ ਨਾਲ ਹੀ ਸਾਡਾ ਜੀਵਨ ਚੇਂਜ ਹੋ ਸਕਦਾ ਹੈ। ਹਾਂਜੀ, ਬਿਲਕੁਲ ਠੀਕ ਹੈ। ਬਾਕੀ ਜਿਹੜੀ ਤ੍ਰਿਸ਼ਨਾ ਵਾਲੀ ਗੱਲ ਹੈ ਨਾ, ਉਹ ਥੋੜੀ ਉਹਨੂੰ ਅੰਡਰਸਟੈਂਡ ਜ਼ਰੂਰ ਕਰਨ ਦੀ ਲੋੜ ਹੈ ਸਾਨੂੰ ਸਾਰੇ ਵੀਰਾਂ ਨੂੰ। ਅਸੀਂ ਨਾ ਕਈ ਵਾਰੀ ਕਹਿ ਦਿੰਦੇ ਹਾਂ ਵੀ ਫਲਾਂ ਬੰਦਾ 12-12 ਘੰਟੇ ਕੰਮ ਕਰਦਾ ਯਾਰ, ਬੜਾ ਤ੍ਰਿਸ਼ਨਾਲੂ ਜਾਂ ਲਾਲਚੀ ਹੈ। ਤਾਂ ਉਹਨੂੰ ਤ੍ਰਿਸ਼ਨਾ ਔਰ ਲਾਲਚ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਡੀਆਂ ਲੋੜਾਂ ਨੇ।
ਇਹ ਤ੍ਰਿਸ਼ਨਾ ਔਰ ਲਾਲਚ ਉਦੋਂ ਬਣ ਜਾਂਦੀ ਹੈ ਜਦੋਂ ਅਸੀਂ 2 ਨੰਬਰ ਦੇ ਧੰਦੇ ਕਰਦੇ ਹਾਂ, ਸ਼ਾਰਟਕਟ ਅਪਣਾਉਂਦੇ ਹਾਂ। 10 ਨਵਾਂ ਦੀ ਕਿਰਤ ਕਮਾਈ ਕਰਕੇ ਤੁਸੀਂ ਪੈਸਾ ਜਮ੍ਹਾਂ ਕਰਦੇ ਹੋ ਤਾਂ ਉਹ ਮਾੜਾ ਨਹੀਂ ਹੈ, ਕਿਉਂਕਿ ਸਾਡੀਆਂ ਲੋੜਾਂ ਨੇ, ਠੀਕ ਹੈ ਨਾ। ਇਹਨਾਂ ਚੀਜ਼ਾਂ ਨੂੰ ਸਾਰੇ ਵੀਰਾਂ ਨੇ ਸਮਝਣਾ ਹੈ। ਕਈ ਵਾਰੀ ਅਸੀਂ ਕਿਸੇ ਓਵਰ ਟਾਈਮ ਲਾਉਣ ਵਾਲੇ ਨੂੰ ਲਾਲਚੀ ਜਾਂ ਇਹਨਾਂ ਨਾਵਾਂ ਨਾਲ ਪੁਕਾਰਨੇ ਆ ਤ੍ਰਿਸ਼ਨਾਲੂ, ਤਾਂ ਉਹ ਠੀਕ ਨਹੀਂ ਹੈ। ਤ੍ਰਿਸ਼ਨਾ ਜਾਂ ਲੋਭ ਦਾ ਮਤਲਬ ਕਿ ਅਸੀਂ ਸੱਚ ਨੂੰ ਛੱਡ ਕੇ ਜੇ ਕੋਈ ਕੰਮ ਕਰਦੇ ਹਾਂ 2 ਨੰਬਰ ਦਾ, ਬਸ 2 ਨੰਬਰ ਦੇ ਧੰਦਿਆਂ ਤੋਂ ਬਚਣਾ ਹੈ। ਇਮਾਨਦਾਰੀ ਦੀ ਕਿਰਤ ਤੁਸੀਂ ਕਰਕੇ ਜਿੰਨਾ ਮਰਜ਼ੀ ਆਪਣਾ ਪੈਸਾ ਤੁਸੀਂ ਬਚਾ ਸਕਦੇ ਹੋ, ਬਜਟ ਬਣਾ ਸਕਦੇ ਹੋ, ਠੀਕ ਹੈ ਜੀ। ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਕੇ, ਠੀਕ ਹੈ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਨਰਿੰਦਰ ਸਿੰਘ ਜੀ। ਕੁਲਦੀਪ ਕੌਰ ਜੀ, ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਜਾਂ ਤੁਸੀਂ ਅੱਜ ਦੇ ਜਿੱਦਾਂ ਗਿਆਨੀ ਜੀ ਨੇ ਪੁੱਛਿਆ ਕਿ ਤੁਹਾਡੇ ਕੀ ਵਿਚਾਰ ਆ? ਹਾਂਜੀ ਵੀਰ ਜੀ, ਮੇਰਾ ਸਵਾਲ ਤਾਂ ਕੋਈ ਨਹੀਂ ਹੈ, ਪਰ ਇਹ ਹੈ ਕਿ ਜਿਹੜੀਆਂ ਚੀਜ਼ਾਂ ਦੀ ਸਾਨੂੰ ਡੂੰਘੀ ਸਮਝ ਨਹੀਂ ਸੀ, ਉਹ ਹੁਣ ਸਮਝ ਆਉਣ ਲੱਗੀ ਆ। ਜਿਹੜੀਆਂ ਚੀਜ਼ਾਂ ਨੂੰ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਕਿ ਇਹਨਾਂ ਦਾ ਮਤਲਬ ਇਹ ਨਿਕਲੇਗਾ, ਉਹ ਹੁਣ ਸਾਨੂੰ ਸਮਝ ਆਉਣ ਲੱਗੀਆਂ। ਥੈਂਕ ਯੂ। ਧੰਨਵਾਦ। ਠੀਕ ਹੈ ਜੀ, ਬਹੁਤ ਵਧੀਆ ਗੱਲ ਤਾਂ ਤੁਹਾਡੀ ਬਹੁਤ ਸਹੀ ਹੈ ਜੀ, ਕਿਉਂਕਿ ਸਾਡੀ ਜ਼ਿੰਦਗੀ ਦੇ ਜਿਹੜੇ ਮਸਲੇ ਆ ਉਹਨਾਂ ਦੀ ਐਕਚੁਅਲੀ ਸੋਲਵ ਵੀ ਕਰਨ ਵਾਸਤੇ ਇੱਥੇ ਕਈ ਕੁਝ ਮਿਲ ਜਾਂਦਾ ਤੇ ਆਪਾਂ ਧਿਆਨ ਨਹੀਂ ਨਾ ਲਾਈਦਾ ਕਰਕੇ, ਇਸ ਕਰਕੇ ਸਾਨੂੰ ਉਹਦੀ ਸਮਝ ਨਹੀਂ ਪੈਂਦੀ। ਪਰ ਜਿਸ ਹਿਸਾਬ ਨਾਲ ਗਿਆਨੀ ਜੀ ਨੇ ਦੱਸਿਆ, ਸਾਰੀਆਂ ਗੱਲਾਂ ਨੂੰ ਖੋਲ ਕੇ ਜਿੱਦਾਂ ਦੱਸਦੇ ਆ, ਤੇ ਉਹਦੇ ਨਾਲ ਕਈ ਸਾਡੀਆਂ ਐਗਜ਼ਾਮਪਲਾਂ ਜਿਹੜੀਆਂ ਦੇ ਕੇ ਤਾਂ ਉਹ ਸਾਡੇ ਸਮਝ ਪੈ ਜਾਂਦੀ। ਹਾਂਜੀ, ਗੁਰਚਰਨ ਸਿੰਘ ਜੀ, ਉਹਦੇ ਬਾਅਦ ਚ ਨਿਰਮਲ ਸਿੰਘ ਜੀ। ਜਿੱਦਾਂ ਮੇਰੀ ਸਕਰੀਨ ਤੇ ਆਈ ਜਾਂਦੇ ਮੈਂ ਉਸ ਹਿਸਾਬ ਨਾਲ ਆਈ ਜਾਂਦਾ ਜੀ। ਗੁਰਚਰਨ ਸਿੰਘ ਜੀ, ਮੈਂ ਤੁਹਾਡੇ ਕੋਲ, ਹਾਂਜੀ ਤੁਸੀਂ ਆਓ। ਅੱਛਾ ਜੀ, ਮੇਰੇ ਕੋਲ ਕੋਈ ਸਵਾਲ ਤਾਂ ਨਹੀਂ ਹੈਗਾ। ਵੈਸੇ ਮੇਰੇ ਵਾਸਤੇ ਤਾਂ ਸਭ ਕੁਛ ਹੀ ਨਵਾਂ ਹੀ ਆ ਸਿੱਖਣ ਵਾਸਤੇ। ਤੇ ਜਿੱਦਾਂ ਵਿਗਿਆਨੀਆਂ ਨੇ ਕਿਹਾ ਵੀ ਹੈ ਕਿ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਕਿ ਦੂਜੇ ਹੱਲ ਨਾ ਦੇਖੇ ਕਿ ਵੀ ਉਹ ਕੀ ਖਿਆਲ ਆ, ਕਿਉਂਕਿ ਜਿਹੜਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ ਜਾਂ ਕੌਂਸ਼ੀਅਸ ਮਾਈਂਡ ਆ, ਜੇ ਤੁਸੀਂ ਗਲਤ ਕੰਮ ਵੀ ਕਰੋਗੇ ਨਾ, ਉਹਦੇ ਜਵਾਬਦਾਰੀ ਵੀ ਤੁਸੀਂ ਹੋਵੋਗੇ, ਇਨਸਾਨ ਕੋਈ ਹੋਏਗਾ। ਮੈਂ ਤਾਂ ਇਹ ਸਮਝਦਾ ਹਾਂ ਤੁਹਾਡੀ ਬਿਲਕੁਲ ਸਹੀ ਗੱਲ ਸੀ। ਗੁਰਬਾਣੀ ਦਾ ਅਸੀਂ ਸਾਰੀ ਗੁਰਦੁਆਰੇ ਜਾਈਦਾ ਆ, ਉੱਥੇ ਗੁਰਬਾਣੀ ਦੇ ਸ਼ਬਦ ਸੁਣ ਲਈਦੇ ਆ, ਪਰ ਮਤਲਬ ਕਦੇ ਨਹੀਂ ਸਮਝਿਆ। ਪਰ ਤੁਹਾਡੀ ਬਹੁਤ ਮਿਹਰਬਾਨੀ ਜਿਹੜੀ ਤੁਸੀਂ ਚੰਗੀ ਵਿਆਖਿਆ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਧੰਨਵਾਦ ਜੀ। ਇਸ ਕਲਾਸ ਦਾ ਇਹੀ ਫਾਇਦਾ ਹੈ ਜੀ, ਇਹਦੇ ਵਿੱਚ ਤੁਸੀਂ ਸਵਾਲ ਜਵਾਬ ਮੁੜ ਕੇ ਕਰ ਸਕਦੇ ਆ, ਜਿਹੜੀ ਨਹੀਂ ਸਮਝ ਆਈ ਗੱਲ ਉਹਨੂੰ ਮੁੜ ਕੇ ਪੁੱਛ ਸਕਦੇ ਆ, ਤੇ ਇਹ ਸਟੇਜਾਂ ਤੇ ਆਪਾਂ ਨੂੰ ਚਾਂਸ ਨਹੀਂ ਮਿਲਦਾ। ਇਸੇ ਕਰਕੇ ਇਸ ਕਲਾਸ ਦੀ ਮਹੱਤਤਾ ਬਹੁਤ ਆ। ਤੇ ਮੈਂ ਹੁਣ ਪ੍ਰਧਾਨ ਹੋਣਾ ਨੂੰ, ਨਿਰਮਲ ਸਿੰਘ ਉਹਨਾਂ ਨੂੰ ਅਨਮਿਊਟ ਕਰ ਦਿੱਤਾ ਜੀ, ਤੁਸੀਂ ਆ ਜਾਓ। ਉਹਦੇ ਬਾਅਦ ਦੇ ਵਿੱਚ ਆਪਣੇ ਕਰਮਜੀਤ ਸਿੰਘ ਜੀ, ਤੁਸੀਂ ਨੈਕਸਟ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਿ ਅੱਜ ਏਦਾਂ ਹੈ ਕਿ ਜੋ ਵੀ ਹੈ ਨਾ, ਜਿੰਨੇ ਕਿ ਆਸਾ ਦੀ ਵਾਰ ਜਾਂ ਪੌੜੀਆਂ ਤੇ ਸ਼ਲੋਕਾਂ ਬਾਰੇ ਬਹੁਤ ਕੁਛ ਪਤਾ ਲੱਗਾ, ਲਫ਼ਜ਼ਾਂ ਦਾ, ਕੱਲੇ ਲਫ਼ਜ਼ਾਂ ਦਾ ਪਹਿਲਾਂ ਇਹਨਾਂ ਨਹੀਂ ਪਤਾ ਸੀਗਾ। ਵੈਸੇ ਮੇਰੇ ਲਈ ਤੇ ਸਾਰੀ ਚੀਜ਼ ਨਵੀਂ ਹੈ। ਵੈਸੇ ਮੈਂ ਆਸਾ ਦੀ ਵਾਰ ਸਾਰੀ ਪੜ੍ਹੀ ਵੀ ਨਹੀਂ ਕਿ ਧਿਆਨ ਦੇ ਨਾਲ, ਤੇ ਐਵੇਂ ਚੱਲਣਾ ਜਾਏਗਾ, ਜਿਹੜਾ 2 ਲਫ਼ਜ਼ ਇੱਥੋਂ ਸੁਣ ਲੈ ਉੱਥੋਂ ਸੁਣ ਲੈ, ਤੇ ਇਹ ਗਿਆਨ ਦਾ ਕਾਫੀ ਵਾਧਾ ਹੋ ਗਿਆ। ਤੇ ਬਾਕੀ ਹੈਗਾ ਜਿਹੜਾ ਆਪਣੇ ਆਪ ਨੂੰ ਚੰਗਾ ਬਣਾਉਣ ਲਈ ਇੱਕ ਸਿਸਟਮ ਜਿਹੜਾ ਆ, ਨੇਚਰ ਜਿਹੜਾ ਆ, ਉਹਦੇ ਮੁਤਾਬਕ ਰਜ਼ਾ ਦੇ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਨੂੰ ਬਤੀਤ ਕਰਨਾ, ਇਹ ਆਪਣਾ ਇੱਕ ਜਾਣੀ ਹਰ ਇੱਕ ਇਨਸਾਨ ਦੀ ਡਿਊਟੀ ਵੀ ਬਣਦੀ ਹੈ। ਜੇ ਆਪਾਂ ਚੰਗਾ ਜੀਵਨ ਬਣਾਉਣਾ ਤੇ ਇਹਦੇ ਵਿੱਚ ਰਹਿੰਦੇ ਹੋਏ ਵੀ ਆਪਣਾ ਸਿਸਟਮ ਵਿੱਚ ਰਹਿ ਕੇ ਆਪਾਂ ਜੀਵਨ ਚੰਗਾ ਬਣਾ ਸਕਦੇ ਹਾਂ। ਤੇ ਇਹ ਇਹੀ ਹੈ ਕਿ ਇਹਨਾਂ ਕੀ ਮੈਂ ਬਚਾਅ ਦਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਐਨ ਸਿੰਘ ਅਨਮਿਊਟ ਨੇ ਸ਼ਾਇਦ ਨਾ ਕੋਈ ਵੀਰ। ਹਾਂਜੀ, ਮੈਂ ਸਾਰਿਆਂ ਕੋਲ ਆ ਰਿਹਾ, ਜਦੋਂ ਮੇਰੀ ਸਕਰੀਨ ਤੇ ਆਈ ਜਾਂਦੇ ਨੇ ਮੈਂ ਉਸ ਹਿਸਾਬ ਨਾਲ ਕਰ ਰਿਹਾ ਜੀ ਇਸ ਵੇਲੇ। ਤੇ ਮੈਂ ਹੁਣ ਆਪਣੇ ਹੋਰ ਵੀ ਅਨਮਿਊਟ ਹੈਗੇ ਜੀ 2-3, ਤੇ ਹਾਂਜੀ ਮੈਂ ਉਹਨਾਂ ਦੇ ਕੋਲ ਆ ਰਿਹਾ ਜੀ। ਹਾਂਜੀ, ਕਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ज्ञानी जी, आपने हर चीज बहुत सोने सुचज्जे तरीके नाल दस दिन बिल्कुल दिल के अंदर वसी जाती है। ते अज जो मैनू मेन सिक्खण नूं मिलिया कि अपने अंदर सानू झाती मारनी चाहिए, वेयर वी स्टैंड, कि असीं गुरबाणी पढ़ी जा रहे हैं। बाकी जो असीं दूसरे धर्मां विच भी एक निगाह मारीए, साडा सिख धर्म जिहड़ा हैगा सानू अपने गुरु दे बहुत नजदीक आउण दी एक अपॉर्चुनिटी दिंदा है। इसीलिए तुम गुरु दे कोल बैठ के बाणी नूं पढ़ के समझिए ते उस हिसाब नाल
अपना जीवन जिए। बहुत सुचजे तरीके नाल आप जी ने समझाया ते बहुत बहुत धन्यवादी है। मैंने बहुत अच्छी तरीके नाल बोलना नहीं आता, बट आई पे माय डेप्थ ऑफ ग्रैटिट्यूड टू यू। द वेरी नाइसली यू हैव एक्सप्लेन्ड एवरीथिंग। ਧੰਨਵਾਦ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਗੁਰਬਾਣੀ ਸਿਰਫ ਇਦਾਂ ਪੜ੍ਹਨ ਵਾਸਤੇ ਨਹੀਂ ਹੈ, ਸਾਰਿਆਂ ਨੂੰ ਪਤਾ ਵੀ ਇਹਦੇ ਵਿੱਚ ਸਮਝਣ ਵਾਸਤੇ ਬਹੁਤ ਕੁਝ ਹੈ, ਪਰ ਉਹ ਸਮਝ ਤਾਂ ਹੀ ਸਕਦੇ ਆ ਜੇ ਅਸੀਂ ਧਿਆਨ ਨਾਲ ਪੜ੍ਹੀਏ। ਕੁਛ ਠੀਕ ਜਾਂ ਜਿੱਦਾਂ ਦੀ ਅੱਜ ਕਲਾਸ ਹੈਗੀ ਸਾਡੀ, ਤਾਂ ਹੋਰ ਵੀ ਕਿਸੇ ਜਿਹੜੇ ਚੰਗੇ ਵਿਚਾਰਵਾਨ ਹੈਗੇ ਉਹਨਾਂ ਨੂੰ ਸੁਣੀਏ ਤਾਂ ਕਿ ਸਾਨੂੰ ਪੂਰੀ ਤਰ੍ਹਾਂ ਪਤਾ ਲੱਗ ਜਾਵੇ। ਹਾਂਜੀ, ਨਰਿੰਦਰ ਸਿੰਘ USA ਵਾਲੇ, ਹਾਂਜੀ ਤੁਸੀਂ ਆ ਜਾਓ ਜੀ। ਹਾਂਜੀ ਵੀਰ ਜੀ, ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਪਹਿਲਾਂ ਵੀ ਕਿ ਅਸੀਂ ਖਾਲੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਕੀਰਤਨ ਸੁਣ ਕੇ ਆ ਜਾਂਦੇ ਹਾਂ, ਸਾਨੂੰ ਮੀਨਿੰਗ ਨਹੀਂ ਪਤਾ ਲੱਗਦਾ। ਅੱਜ ਬੜੇ ਮੀਨਿੰਗ ਬਹੁਤ ਪਿਆਰ ਪਤਾ ਲੱਗੇ ਨੇ ਜੀ। ਇੱਕ ਹੈਗਾ ਸੀਗਾ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ। ਮੈਂ ਇਹ ਭਾਈ ਸਾਹਿਬ ਕੋਲ ਪੁੱਛਣਾ ਸੀ ਕਿ ਇਹਦੇ ਵਾਸਤੇ ਕੋਈ ਏਜ ਫੈਕਟਰ ਤੇ ਨਹੀਂ, ਜਦੋਂ ਮਰਜ਼ੀ ਅਸੀਂ ਆਪਣੇ ਆਪ ਨੂੰ ਬਾਬੇ ਵੱਲ ਲਾ ਲਈਏ। ਹਾਂਜੀ, ਇਹਦਾ ਮਤਲਬ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਦਾ ਮਤਲਬ ਹੈਗਾ ਵੀ ਜੇ ਤੁਹਾਡੇ ਤੇ ਪਾਹ ਨਹੀਂ ਨਾ ਚੜੀ, ਤੁਸੀਂ ਆਪਣਾ ਆਪ ਗੁਰੂ ਦੇ ਸਮਰਪਿਤ ਨਹੀਂ ਕੀਤਾ, ਤੇ ਕੋਰੇ ਕੱਪੜੇ ਉੱਤੇ ਕਦੀ ਰੰਗ ਨਹੀਂ ਚੜਦਾ। ਹੁਣ ਕੋਰੇ ਕੱਪੜੇ ਤੇ ਰੰਗ ਤੁਸੀਂ ਤਰੋਂਕ ਦੋ ਤੇ ਰੰਗ ਚੜੇਗਾ ਨਹੀਂ, ਇਸ ਲਈ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਨਾ ਪਵੇਗਾ। ਹਾਂਜੀ ਹਾਂਜੀ, ਸੇਮ ਜਿਵੇਂ ਉਹ ਕਹਿੰਦੇ ਸਨ, ਬੁਲਿਆ ਰੱਬ ਦਾ ਕੀ ਪਾਣਾ, ਇੱਥੋਂ ਪਟਿਆ ਇੱਥੇ ਲਾਣਾ, ਸੇਮ ਥਿੰਗ। ਹਾਂਜੀ, ਸੇਮ ਥਿੰਗ ਹੈਗੀ ਹੈ ਬਿਲਕੁਲ। ਤੁਸੀਂ ਆਪਣਾ ਮਨ ਨੂੰ ਝੂਠ ਵੱਲੋਂ ਪੁੱਟ ਕੇ ਤੇ ਸੱਚ ਵਾਲੇ ਪਾਸੇ ਲਾ ਦੇਣਾ, ਮਨਮਤ ਵੱਲੋਂ ਪੁੱਟ ਕੇ ਗੁਰਮਤ ਵੱਲ ਲਾ ਦੇਣਾ, ਇੰਨੀ ਕੀ ਗੱਲ ਹੈ ਜੀ। ਓਕੇ ਜੀ, ਥੈਂਕ ਯੂ ਜੀ। ਇੱਕ ਪਲ ਹੀ ਲੱਗੇਗਾ, ਜਿਸ ਪਲ ਤੁਸੀਂ ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾ ਲੋਗੇ, ਉਸੇ ਪਲ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਇੰਨੀ ਕੀ ਦੇਰ ਹੈ, ਪਰ ਉਹ ਕਿੰਨੇ ਚਿਰ ਵਿੱਚ ਕਰੋਗੇ ਸਾਡੇ ਤੇ ਡਿਪੈਂਡ ਕਰਦਾ। ਓਕੇ ਜੀ, ਥੈਂਕ ਯੂ ਜੀ। ਠੀਕ ਹੈ ਜੀ, ਮਿਹਰਬਾਨੀ। ਇੱਕ ਗੱਲ ਹੋਰ ਮੈਂ ਕਹਿਣੀ ਸੀ, ਉਹ ਤੁਸੀਂ ਨਾਂ ਲਿਆ ਸੀ ਨਾ ਗੁਰਸ਼ਰਨ ਸਿੰਘ ਹਰੀ। ਹਾਂਜੀ ਹਾਂਜੀ, ਮੇਰੇ ਵੱਡੇ ਬ੍ਰਦਰ ਨੇ, ਹੀ ਇਜ਼ ਆਲਸੋ ਫਰਮ USA। ਇਹ ਮੇਰੇ ਕੋਰੀਅਨ ਦੇ ਨੇੜੇ ਤੇੜੇ। ਠੀਕ ਹੈ ਜੀ, ਠੀਕ ਹੈ। ਉਹਨਾਂ ਦਾ ਨਾਂ ਆਇਆ ਸੀਗਾ ਜੀ। ਥੈਂਕ ਯੂ, ਤੁਹਾਡਾ ਕਲੀਅਰ ਕਰਤਾ, ਐਕਸਪਲੇਨ ਕਰਤਾ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਉਹਨਾਂ ਨੂੰ ਵੀ ਦੱਸਿਆ। ਤੇ ਹਾਂਜੀ, ਥੈਂਕ ਯੂ ਜੀ। ਤੇ ਹੁਣ ਮੈਂ ਆਪਣੇ ਸਤਿੰਦਰ ਸਿੰਘ ਜੀ ਕੋਲ ਆ ਰਿਹਾ, ਤੇ ਉਹਦੇ ਬਾਅਦ ਦੇ ਵਿੱਚ ਆਪਣੇ ਰਾਏ ਸਾਹਿਬ ਕੋਲ, ਤੇ ਤੁਸੀਂ ਵੀ ਪਾਇਓ। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਵੀਰ ਜੀ ਕੀ ਹਾਲ ਹੈ? ਗਿਆਨੀ ਜੀ ਅੱਜ ਤਾਂ ਤੁਸੀਂ ਫਲੱਡ ਲਾਈਟ ਖੋਲਤੀ, ਫਲੱਡ ਲਾਈਟ। ਉਹ ਪਤਾ ਕੀ ਹੋਇਆ ਕਿ ਜਿਹੜੇ ਮੇਰੇ ਮਨ ਦੀ ਐਡਵਾਈਜ਼ਰੀ ਕਮੇਟੀ ਹੈ ਨਾ, ਹਾਂਜੀ, ਉਹਦਾ ਮੈਨੂੰ ਪਤਾ ਲੱਗ ਗਿਆ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿੱਖਦਾਰ। ਮੈਂ ਉਹਨਾਂ ਦੀ ਐਡਵਾਈਸ ਲੈ ਲੈ ਕੇ ਜ਼ਿੰਦਗੀ ਜੀ ਰਿਹਾ ਸੀਗਾ, ਤੇ ਹੁਣ ਮੈਨੂੰ ਪਤਾ ਚੁੰਨੀ ਜਦ ਤੱਕ ਮੈਂ ਰੱਬ ਨੂੰ ਨਹੀਂ ਦਿਆਂਗਾ ਤੇ ਰੰਗੀ ਨਹੀਂ ਜਾਏਗੀ। ਹਾਂਜੀ ਹਾਂਜੀ, ਸਹੀ ਗੱਲ ਹੈ। ਇਹ ਐਡਵਾਈਜ਼ਰੀ ਜਿਹੜੀ ਸਾਡੀ ਉਹੀ ਪ੍ਰੋਬਲਮ ਹੈ, ਬਾਕੀ ਸਾਰੀ ਬਿਲਕੁਲ ਸਾਡੀ ਐਡਵਾਈਜ਼ਰੀ ਕਮੇਟੀ ਸਾਨੂੰ ਬਦਲੀ ਕਰਨੀ ਹੈ। ਹਾਂ, ਇਹ ਉਹ ਬਦਲੀ ਕਰਨੀ ਬਸ। ਹਾਂਜੀ, ਉਹ ਫਿਰ ਉਹ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ, ਇਧਰੋਂ ਪੁੱਟਣਾ ਉੱਥੇ ਲਾਣਾ, ਖਾਲੀ ਪਾਰਟੀ ਚੇਂਜ ਕਰਨੀ ਅਸੀਂ ਆਪਣੀ ਹੁਣ। ਹਾਂਜੀ ਹਾਂ, ਬਿਲਕੁਲ, ਹਾਂਜੀ, ਬਿਲਕੁਲ ਬਿਲਕੁਲ। ਥੈਂਕ ਯੂ ਵੈਰੀ ਮਚ ਭਾਈ ਸਾਹਿਬ ਜੀ, ਥੈਂਕ ਯੂ। ਧੰਨਵਾਦ। ਸਹੀ ਗੱਲ ਹੈ ਜੀ, ਸਾਰਿਆਂ ਦੀ ਇਹ ਹਾਲਤ ਹੈ ਜੀ। ਐਡਵਾਈਜ਼ਰੀ ਕਮੇਟੀ ਸਾਰਿਆਂ ਤੇ ਹੀ ਲੱਗਦੀ ਹੈ ਇਹ, ਤੇ ਆਪਾਂ ਉਹਨਾਂ ਨੂੰ ਚੇਂਜ ਕਰਨਾ ਗੁਰਬਾਣੀ ਦੇ ਆਧਾਰ ਤੇ ਜਿੱਦਾਂ ਵੀ ਹੋ ਸਕਦਾ, ਤੇ ਆਪਣੀ ਲੌਜਿਕ ਲਾ ਕੇ ਵੀ ਕਰਨਾ। ਤੇ ਆਪਣੇ ਰਾਏ ਸਾਹਿਬ, ਸੰਤੋਖ ਸਿੰਘ ਜੀ, ਤੁਸੀਂ ਆਪਣੀ ਥੋੜੀ ਜਿਹੀ ਓਪੀਨੀਅਨ ਦਿਓ ਜੀ। ਅੱਜ ਜਿੱਦਾਂ ਤੁਸੀਂ ਜਦ ਤੋਂ ਜੁੜੇ ਆ, 2-4 ਦਿਨ ਹੋ ਗਏ ਤੁਹਾਨੂੰ ਆਇਆ ਨਾ, ਤੇ ਤੁਸੀਂ ਜੋ ਕੁਝ ਵੀ ਤੁਸੀਂ ਸੁਣਦੇ ਆ, ਸਿੱਖਦੇ ਆ, ਜਾਂ ਕੁਝ ਆਪਣਾ ਚਾਨਣਾ ਪਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਫਤਿਹ ਜੀ, ਫਤਿਹ। ਜੋ 3 ਦਿਨਾਂ ਵਿੱਚ ਜੀਵਨ ਜਾਂਚ ਸਾਨੂੰ ਸਿੱਖਣ ਨੂੰ ਮਿਲੀ ਆ, ਕਿਉਂਕਿ ਇੰਡੀਆ ਤੋਂ ਆਇਆ ਸੀਗਾ 2-3 ਮਹੀਨੇ ਰਹਿ ਕੇ, ਉਹ ਸਭ ਕੁਝ ਭੁੱਲ ਚੁੱਕਾ ਸੀਗਾ, ਤੇ ਜੋ ਤੁਹਾਡੇ ਨਾਲ 2-3 ਦਿਨ ਦੀ ਕੰਪਨੀ ਦੇ ਵਿੱਚ ਬਹੁਤ ਕੁਝ ਮਿਲਿਆ, ਤੇ ਇਹਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਸ਼ੁਭ ਨਾਮ ਵੀਰ ਜੀ? ਸੰਤੋਖ ਸਿੰਘ ਜੀ। ਸੰਤੋਖ ਸਿੰਘ ਰਾਏ, ਹਾਂਜੀ। ਇਹ ਵੀ ਸਾਡੇ ਗੁਰਦੁਆਰਾ ਆਪਣੇ ਉਹਦੇ ਕਮੇਟੀ ਦੇ ਵਿੱਚ ਮੈਂਬਰ ਹੈਗੇ ਜੀ। ਓਕੇ ਓਕੇ, ਧੰਨਵਾਦ, ਬਹੁਤ ਖੁਸ਼ੀ ਮਿਲੀ। ਧੰਨਵਾਦ, ਥੈਂਕ ਯੂ ਜੀ। ਸਵਿੰਦਰ ਕੌਰ ਜੀ, ਤੁਸੀਂ ਵੀ ਆਪਣੀ ਓਪੀਨੀਅਨ 1-2 ਮਿੰਟ ਵਾਸਤੇ ਦੇਣਾ ਚਾਹੁੰਦੇ ਤਾਂ ਤੁਸੀਂ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਭੈਣਾ। ਹਾਂਜੀ ਗਿਆਨੀ ਜੀ, ਸਾਰਾ ਕੁਝ ਨਵਾਂ ਹੈਗਾ ਜੀ ਸਾਡੇ ਲਈ, ਅਸੀਂ ਬਹੁਤ ਕੁਝ ਸਿੱਖ ਰਹੇ ਹਾਂ ਦਿਨ ਬ ਦਿਨ। ਧੰਨਵਾਦ ਭੈਣ, ਹਾਂਜੀ। ਮੇਰੀ ਗੱਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਇੰਡੀਆ ਤਾਂ ਆਈ ਹਾਂ, ਸਿਸਟਰ ਕੋਲ ਕਰੋਨਾ ਵਾਇਰਸ ਕਰਕੇ ਇੱਥੇ ਹੀ ਰਹਿ ਗਏ, ਤੇ ਪਰ ਇਸ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਜਿਹੜਾ ਮੈਂ ਜ਼ਿੰਦਗੀ ਵਿੱਚ ਨਹੀਂ ਸਿੱਖਿਆ ਸੀ।
ਧੰਨਵਾਦ ਮੇਰੀ ਭੈਣ, ਧੰਨਵਾਦ, ਹਾਂਜੀ। ਬਹੁਤ ਧੰਨਵਾਦ। ਇੱਕ ਜਿਹੜਾ ਕਮਲਾ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ, ਇਹਦਾ ਮੀਨਿੰਗ ਮੈਨੂੰ ਅਜੇ ਤੱਕ ਕਲੀਅਰ ਨਹੀਂ ਸੀ, ਜਿਹੜਾ ਤੁਸੀਂ ਬਹੁਤ ਸੋਹਣਾ ਸਪਸ਼ਟ ਕੀਤਾ ਹੈ। ਧੰਨਵਾਦ, ਹਾਂਜੀ, ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਤੇ ਭਾਈ ਸਾਹਿਬ ਹਰਨੇਕ ਸਿੰਘ ਜੀ, ਤੁਸੀਂ ਵੀ ਕਈ ਚਿਰ ਅਨਮਿਊਟ ਆ, ਪਰ ਮੈਂ ਬਾਰੀ ਤੇਰੇ ਯਾਰ ਸੌਰੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਫਤਿਹ ਜੀ। ਗਿਆਨੀ ਜੀ, ਰੋਜ਼ ਦੀ ਤਰ੍ਹਾਂ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਵਿਆਖਿਆ ਕਰਦੇ ਆ ਤੇ ਨਾਲੇ ਉਦਾਹਰਨਾਂ ਦਿੰਦੇ ਆ, ਬਹੁਤ ਹੀ ਵਧੀਆ ਤਰੀਕੇ ਨਾਲ। ਤੇ ਅੱਜ ਤੁਸੀਂ ਬਹੁਤ ਵਧੀਆ ਇੱਕ ਸਬਜੈਕਟ ਬੜੇ ਚਿਰਾਂ ਤੋਂ ਮੇਰੇ ਦਿਮਾਗ 'ਚ ਆਉਂਦਾ ਹੁੰਦਾ ਸੀ ਵੀ ਜਿਸ ਹਿਸਾਬ ਨਾਲ ਰਾਮਲੀਲਾ ਕਰਦੇ ਆ ਜਾਂ ਗਿਆਨੀ ਆ ਗਿਆਨ ਦਿੰਦੇ ਆ, ਤੁਸੀਂ ਅੱਜ ਉਹਦਾ ਬਹੁਤ ਵਧੀਆ ਦਿੱਤਾ ਕਿ ਜਿਹੜੇ ਗਿਆਨ ਸਿਖਾਲਦੇ ਆ ਤੁਹਾਨੂੰ, ਉਹ ਗਿਆਨ ਦੱਸਦੇ ਆ, ਲੇਕਿਨ ਉਹ ਸਿਰਫ ਆਪਣੇ ਪੈਸੇ ਦੀ ਖਾਤਰ ਸਾਰਾ ਇੱਕ ਕੰਮ ਸਮਝ ਕੇ ਕਰਦੇ ਆ, ਲੇਕਿਨ ਜੋ ਤੁਹਾਨੂੰ ਸਿਖਾਲਦੇ ਆ ਕਿ ਆਹ ਕਰੋ, ਤੁਸੀਂ ਸੱਚ ਤੇ ਕਰੋ, ਜੇ ਬੋਲ, ਲੇਕਿਨ ਉਹ ਆਪਣੇ ਆਪ ਤੇ ਲਾਗੂ ਨਹੀਂ ਕਰਦੇ। ਇਹ ਬਹੁਤ ਵਧੀਆ। ਬੜੇ ਚਿਰਾਂ ਤੋਂ ਮੇਰਾ ਕੁਐਸਚਨ ਇਸ ਰਿਹਾ ਸੋਚਣ ਦਾ ਵੀ ਕਿਉਂਕਿ ਬਹੁਤ ਸਾਰੇ ਸਾਡੇ ਗੁਰਦੁਆਰਿਆਂ 'ਚ ਗਿਆਨੀ ਇੰਡੀਆ ਤੋਂ ਆਏ ਆ, ਉਹਨੇ ਕਿੰਨੇ ਨੇ ਬਹੁਤ ਗਲਤ ਕੰਮ ਕੀਤੇ ਆ ਇੱਥੇ। ਇੰਗਲੈਂਡ ਦੀ ਮੈਂ ਗੱਲ ਕਰ ਰਿਹਾ, ਸ਼ਾਇਦ ਤੁਹਾਨੂੰ ਵੀ ਪਤਾ ਹੀ ਹੋਊਗਾ, ਡਰਿੰਕ ਐਰਾ ਵਗੈਰਾ ਤੋਂ ਛੱਡ, ਉਹ ਤਾਂ ਚਲੋ ਮਾਈਨਰ ਹੈ, ਇਦੋਂ ਵੀ ਵੱਡੇ ਗਲਤ। ਉਹਦੇ ਨਾਲ ਜਿਹੜੀ ਸਾਡੀ ਯੰਗਸਟਰ ਤਬਕਾ ਹੈਗਾ, ਜਦੋਂ ਉਹ ਦੇਖਦੇ ਨਾ ਇਹ ਚੀਜ਼ਾਂ, ਫਿਰ ਅਸੀਂ ਕਹਿੰਦੇ ਉਹ ਸਾਡੇ ਨਿਆਣੇ ਕਿਉਂ ਨਹੀਂ ਆਉਂਦੇ, ਉਹਨਾਂ ਦਾ ਇੱਕੋ ਹੀ ਸਵਾਲ ਇਹ ਹੁੰਦਾ ਕਿ ਜਿਹੜੇ ਗਿਆਨੀ ਪ੍ਰੀਸਟ ਆ ਗਏ ਆ ਜਾਂ ਸਿਖਾਲਦੇ ਆ, ਤੁਹਾਨੂੰ ਦੱਸਦੇ ਆ ਵੀ ਤੁਸੀਂ ਏਦਾਂ ਕਰੋ, ਆਪਣੇ ਤੇ ਲਾਗੂ ਤਾਂ ਕਰਦੇ ਨਹੀਂ। ਠੀਕ ਹੈ ਜੀ। ਔਰ ਉਹ ਗਲਤ ਇਸ ਕਰਕੇ ਬਹੁਤ ਸਾਰੇ ਜਿਹੜੇ ਯੰਗ ਤਬਕਾ ਜਾ ਕੇ ਖੁਸ਼ ਨਹੀਂ ਗੁਰਦੁਆਰਿਆਂ ਦੇ ਵਿੱਚ, ਤੇ ਕਿਉਂਕਿ ਲੜਾਈ ਝਗੜਾ ਵੀ ਤੁਹਾਨੂੰ ਪਤਾ ਚੱਲਦਾ ਰਹਿੰਦਾ। ਹਾਂ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਂਦੇ ਆ, ਪਰ ਆਪ ਬਹੁਤ ਪੁਆਇੰਟ, ਮੇਰਾ ਇਹ ਬਹੁਤ ਜ਼ਰੂਰੀ ਪੁਆਇੰਟ ਕਈਆਂ ਨੇ ਹੋਰਨਾਂ ਦੇ ਦਿਮਾਗ 'ਚ ਆਇਆ ਹੋਣਾ, ਲੇਕਿਨ ਕਈ ਪੁੱਛਦੇ ਨਹੀਂਗੇ। ਤੇ ਦੂਜੀ ਮੇਨ ਜਿਹੜੀ ਤੁਸੀਂ ਕਿਹਾ ਕਿ ਆਪਣੇ ਤੁਸੀਂ ਫੀਡਬੈਕ, ਜਾਣੀ ਹੁਣ ਆਪਾਂ ਨੂੰ 5-6 ਵੀਕਾਂ ਮੈਨੂੰ ਤੁਹਾਨੂੰ ਸੁਣਦਿਆਂ ਨੂੰ ਹੋ ਗਿਆ, ਸਿੱਖਿਆ ਲੈਂਦੇ ਨੂੰ ਹੋ ਗਿਆ। ਮੈਂ ਸੋਚਦਾ ਕਿ ਜੇ ਮੈਂ ਰੋਜ਼ ਦੀ ਸਿੱਖਿਆ ਜੋ ਤੁਹਾਡਾ 2% ਵੀ ਆਪਣੇ ਦੇ ਉੱਤੇ ਲਾਗੂ ਕਰਨਾ ਸ਼ੁਰੂ ਕਰਾਂ, ਤੇ ਮੇਰਾ ਖਿਆਲ ਮੈਂ ਕਾਫੀ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦਾ। ਜਾਣੀ ਕਿ ਇਹ ਨਹੀਂ ਮੈਂ ਕਿਸੇ ਦੇ ਕਹਿੰਦਾ ਜੀ ਮੈਂ ਸਾਰਾ ਹੀ ਆਪਣੇ ਲਾਗੂ ਕਰਨਾ, ਅਸੀਂ ਰੱਬ ਦਾ ਬਣਨਾ ਬਣ ਨਹੀਂ ਸਕਦੇ। ਸਹੀ ਗੱਲ ਹੈ ਜੀ, ਨਹੀਂ ਬਣ ਸਕਦੇ ਆ ਜੇ ਵਿੱਚ ਮਿਲ ਜਾਈਏ। ਹੁਣ ਇੱਕ ਦੋ ਇਹ ਦੇਖੋ 2% ਵੀ ਐਡ ਆਨ ਕਰੂੰਗਾ, ਇੱਕ ਦਿਨ 100% ਹੋ ਸਕਦਾ। ਹਾਂਜੀ, ਹੋ ਜਾਏਗਾ। ਹਾਂਜੀ, ਜੇ ਮੈਂ ਰਾਤੋਂ ਰਾਤ ਕਹਾਂ ਜੀ ਹੁਣ ਜਿੱਦਾਂ ਮੈਂ ਜੀ ਹੁਣ ਸਾਰਾ ਕੁਝ ਸਿੱਖ ਲਿਆ ਹੈਗਾ, ਤੇ ਇਹ ਇੰਪੋਸੀਬਲ ਹੈ, ਝੂਠ ਬੋਲਣ ਵਾਲੀ ਗੱਲ ਹੈ। ਜਿਹੜੀ ਤੁਹਾਨੂੰ ਪਰ ਹੁਣ ਤੁਸੀਂ ਮੈਨੂੰ ਸੱਚ ਦੱਸਤਾ ਦਿੱਤਾ ਵੀ ਸੱਚ ਬੋਲਣਾ, ਉਹਦੀ 2 ਵਾਰੀ ਮੈਂ ਅੱਗੇ ਸਜ਼ਾ ਕੱਟ ਚੁੱਕਾ ਹੁੰਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਧੰਨਵਾਦ। ਸੱਚ ਬੋਲਣੋਂ ਹਟਣਾ ਨਹੀਂ ਵੀਰਾ ਜੀ, ਆਪਾਂ ਸਜ਼ਾ ਲਈ ਜਾਂਦੇ ਆ। ਕੋਈ ਗੱਲ ਨਹੀਂ, ਇੱਕ ਦਿਨ ਉੱਭਰ ਕੇ ਆਉਣੀ ਸਾਰੀ ਚੀਜ਼ ਇਹ ਬਾਹਰ ਨੂੰ। ਹਾਂਜੀ, ਬਿਲਕੁਲ ਸਹੀ। ਤੇ ਆਪਣੇ ਗੁਰਸ਼ਰਨ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ, ਮੈਂ ਤੁਹਾਨੂੰ ਅਨਮਿਊਟ ਕਰ ਦਿੱਤਾ ਹੈ, ਜੇ ਤੁਸੀਂ ਕੁਝ ਵਚਨ ਬੋਲਣੇ, ਅੱਜ ਤੁਸੀਂ ਆਏ ਹੋ ਤਾਂ ਤੁਸੀਂ ਆਪਣੇ ਦੱਸੋ ਕਿੱਦਾਂ ਫੀਲ ਕਰਦੇ ਆ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਬਹੁਤ ਸੋਹਣਾ ਐਕਸਪਲੇਨ ਕੀਤਾ ਗਿਆਨੀ ਜੀ ਨੇ। ਆਈ ਐਮ ਵੈਰੀ ਡਿਲਾਈਟਡ ਕਿ ਬੜਾ ਚੰਗਾ ਖੋਲ ਕੇ ਐਕਸਪਲੇਨ ਕਰਦੇ ਨੇ। ਲੱਕੀਲੀ ਸਾਡਾ ਹੀ ਗੁਰਦੁਆਰੇ 'ਚ ਵੀ ਐਕਸਪਲੇਨੇਸ਼ਨ ਦਿੰਦੇ ਨੇ ਭਾਈ ਸਾਹਿਬ ਸਾਡੇ, ਉਹ ਮਿਸ਼ਨਰੀ ਕਾਲਜ ਦੇ ਪੜ੍ਹੇ ਹੋਏ ਨੇ, ਇਸ ਕਰਕੇ ਥੋੜੀ ਸਮਝ ਆਉਂਦੀ ਹੈ, ਪਰ ਤੁਸੀਂ ਕਾਫੀ ਕਲੀਅਰ ਕਰਤਾ। ਧੰਨਵਾਦ। ਹਾਂਜੀ, ਇੱਕ ਗੱਲ ਹੋਰ ਪੁੱਛਣੀ ਸੀ ਕਿ ਜਿਹੜੀ ਹੈ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ। ਹਾਂਜੀ, ਹੁਕਮ ਨਾ ਕਿਹਾ ਜਾਏ ਤੇ ਤੁਸੀਂ ਕਿਹਾ ਹੁਕਮ ਹੋਈ ਹੈ ਕਿ ਪਰਮਾਤਮਾ ਨਾਮ ਜਪਣਾ ਹੀ ਹੈ? ਨਹੀਂ, ਹੁਕਮ ਦਾ ਮਤਲਬ ਹੈਗਾ ਸਿਸਟਮ, ਲਾ ਆਫ ਨੇਚਰ, ਸਿਸਟਮ ਨੂੰ ਫੋਲੋ ਕਰਨਾ। ਹਾਂਜੀ, ਹੁਕਮ ਨਾ ਕਿਹਾ ਜਾਏ ਦਾ ਮਤਲਬ ਹੈਗਾ ਵੀ ਇਹ ਸਿਸਟਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹ ਐਂਡਲੈਸ ਹੈਗਾ। ਅਸੀਂ ਹੁਕਮ ਬਾਰੇ ਗੱਲ ਕਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਹੁਕਮ ਅਨੁਸਾਰ ਚੱਲ ਸਕਦੇ ਹਾਂ ਜਿੰਨਾ ਚੱਲ ਸਕਦੇ ਹਾਂ, ਪਰ ਇਹਦਾ ਅੰਤ ਨਹੀਂ ਪਾਇਆ ਜਾਂਦਾ। ਹੁਕਮ ਨਾ ਕਿਹਾ ਜਾਏ ਦਾ ਮਤਲਬ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੱਛਾ ਜੀ, ਹਾਂਜੀ, ਠੀਕ ਹੈ ਜੀ। ਆਈ ਐਮ ਵੈਰੀ ਗਲੈਡ ਟੂ ਸੀ ਦੈਟ ਆਈ ਕੈਨ ਨਾਟ ਜੁਆਇਨ ਐਵਰੀ ਡੇ, ਪਰ ਜਿਸ ਦਿਨ ਮੌਕਾ ਮਿਲੇਗਾ ਜੁਆਇਨ ਜ਼ਰੂਰ ਕਰਾਂਗਾ। ਧੰਨਵਾਦ। ਇੱਕ ਚੀਜ਼ ਹੋਰ ਸੀ ਕਿ ਜਿਹੜਾ ਅਸੀਂ ਮਾਰਗ ਚੱਲਦੇ ਆ, ਇਹ ਮਾਰਗ ਤੇ ਹੈਗਾ ਪਰ ਹੈ ਕਰੜਾ ਹੀ, ਇਹ ਸੌਖਾ ਨਹੀਂ ਹੈ। ਅਸਲ ਚ ਨਾ ਵੀਰ ਜੀ ਕਰੜਾ ਹੈ ਨਹੀਂ, ਇਹਨਾਂ ਕਰੜਾ ਕਹਿ ਕੇ ਕਿ ਸਾਡੇ ਦਿਮਾਗ ਵਿੱਚ ਚੀਜ਼ ਪਾ ਦਿੱਤੀ ਗਈ ਹੈ। ਅਸੀਂ ਨਾ ਇੱਕ ਦਿਨ ਪਹਿਲਾਂ ਵੀ ਵਿਚਾਰ ਕੀਤੀ ਸੀ, ਫਾਰ ਐਗਜ਼ਾਮਪਲ ਤੁਸੀਂ ਹੋ ਔਰ ਮੈਂ ਆ, ਤੇ ਅਸੀਂ ਜੇ ਪ੍ਰੇਮ ਦੇ ਨਾਲ ਰਹੀਏ ਤੇ ਕਿੰਨਾ ਸੌਖਾ ਹੈ, ਪਰ ਜੇ ਅਸੀਂ ਦੋਵੇਂ ਲੜੀਏ, ਥਾਣਿਆਂ ਵਿੱਚ ਕੇਸ ਕਰੀਏ ਤੇ ਕਿੰਨਾ ਔਖਾ ਹੈ, ਪਰ ਅਸੀਂ ਪ੍ਰੇਮ ਨਾਲ ਰਹਿੰਦੇ ਨਹੀਂ। ਸੱਚ ਬੋਲਣਾ ਕਿੰਨਾ ਸੌਖਾ ਹੈ,
ਇੱਕ ਝੂਠ ਬੋਲਣ ਲਈ ਸਾਨੂੰ 100 ਝੂਠ ਬੋਲਣੇ ਪੈਂਦੇ ਨੇ, ਪਰ ਅਸੀਂ ਸੱਚ ਬੋਲਦੇ ਨਹੀਂ। ਤਾਂ ਇਹ ਚੀਜ਼ ਨਾ ਔਖੀਆਂ ਕਹਿ ਕੇ ਸਾਡੇ ਦਿਮਾਗ ਵਿੱਚ ਪਾ ਦਿੱਤੀਆਂ ਨੇ। ਹੈ ਸੌਖੀਆਂ ਨੇ। ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਔਖਾ ਹੈ, ਤਾਂ ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਇਹ ਕੰਮ ਕਰਨਾ ਹੀ ਨਹੀਂ ਚਾਹੁੰਦੇ। ਹੈ ਸੌਖਾ ਹੈ, ਦੇਖੋ ਪਤੀ ਪਤਨੀ ਪ੍ਰੇਮ ਨਾਲ ਰਹਿਣ, ਪਿਓ ਪੁੱਤਰ ਪਿਆਰ ਨਾਲ ਇੱਕ ਦੂਜੇ ਨਾਲ ਸੱਚ ਬੋਲੀਏ, ਇਮਾਨਦਾਰੀ ਨਾਲ ਫਰਜ਼ ਪੂਰੇ ਕਰੀਏ, ਹੈ ਤੇ ਸੌਖਾ ਹੈ। ਜਿਵੇਂ ਮੈਂ ਪਹਿਲਾਂ ਇੱਕ ਦਿਨ ਕਿਹਾ ਸੀ ਵੀ ਸਾਰੇ ਮੁਸਕਰਾਓ, ਕਿੰਨਾ ਸੌਖਾ ਹੈ ਮੁਸਕਰਾਉਣਾ, ਤੇ ਘੂਰੀਆਂ ਵੱਟੋ ਕਿੰਨਾ ਔਖਾ ਹੈ। ਇਸ ਲਈ ਨਾ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਪਾ ਦਿੱਤੀਆਂ ਬਾਰ-ਬਾਰ ਕਹਿ ਕੇ ਕਿ ਵੀ ਔਖਾ ਹੈ ਔਖਾ ਹੈ ਔਖਾ ਹੈ, ਤਾਂ ਉਹ ਫਿਰ ਸਾਡੇ ਦਿਮਾਗ 'ਚ ਪੈ ਗਿਆ। ਇਸ ਲਈ ਇਸ ਚੀਜ਼ ਨੂੰ ਆਪਣੀ, ਜਿਵੇਂ ਵੀਰ ਜੀ ਕਹਿ ਰਹੇ ਸਨ ਸਤਿੰਦਰ ਸਿੰਘ ਜੀ, ਵੀ ਆਪਣੀ ਐਡਵਾਈਜ਼ਰੀ ਬਦਲਣੀ ਆਪਾਂ, ਤੇ ਐਡਵਾਈਜ਼ਰੀ ਬਦਲੋ ਕਿ ਕੰਮ ਸੌਖਾ ਹੈ, ਬਸ ਇਸ ਚੀਜ਼ ਸੋਚੋ। ਧੰਨਵਾਦ ਆਪ ਜੀ ਦਾ, ਥੈਂਕ ਯੂ ਸੋ ਮਚ। ਧੰਨਵਾਦ ਜੀ। ਦਰਅਸਲ ਝੂਠ ਦਾ ਪਸਾਰਾ ਇੰਨਾ ਹੋਏ ਆਲੇ ਦੁਆਲੇ, ਸਾਡੇ ਆਲੇ ਦੁਆਲੇ ਅੰਦਰ ਦਿਮਾਗ ਦੇ ਵਿੱਚ ਝੂਠ ਇੰਨਾ ਵੱਸ ਗਿਆ, ਅਸੀਂ ਬਿਨਾਂ ਲੋੜ ਤੇ ਝੂਠ ਬੋਲੀ ਜਾਂਦੇ ਆ, ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਝੂਠ ਬੋਲ ਗਏ, ਚਾਹੇ ਘਰ ਦੇ ਵਿੱਚ ਹੋਵੇ ਚਾਹੇ ਬਾਹਰ ਦੇ ਵਿੱਚ ਹੋਵੇ, ਉਹੀ ਸੱਚ ਕਰਕੇ ਆਪਾਂ ਜਾਣਿਆ ਆ। ਇਹ ਵੀ ਇੱਕ ਬਹੁਤ ਵੱਡਾ ਫੈਕਟਰ ਆ। ਅੱਛਾ, ਦੋ ਹੋਰ ਆਪਣੇ ਨਛੱਤਰ ਕੌਰ ਵਿਦੇਸ਼ਾ, ਤੁਸੀਂ ਹੁਣ ਗੱਲ ਕਰ ਸਕਦੇ ਜੀ, ਜਾਂ ਮੈਂ ਤੁਹਾਨੂੰ ਅਨਮਿਊਟ ਕਰ ਦਿੱਤਾ ਹੈ। ਜੇ ਤੁਸੀਂ 2 ਸ਼ਬਦ ਕਹਿਣੇ ਆ ਤਾਂ ਤੁਸੀਂ ਕਹਿ ਦਿਓ, ਨਾਲ ਮੈਂ ਆਪਣੀ ਘਰ ਵਾਲੀ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਰੈਡੀ ਹੋ ਜਾਓ। ਹਾਂਜੀ, ਨਛੱਤਰ ਕੌਰ ਵਿਦੇਸ਼ਾ, ਜੇ ਤੁਸੀਂ ਸੁਣ ਰਹੇ ਆ ਤਾਂ ਪਲੀਜ਼ ਤੁਸੀਂ ਆਪਣੇ ਕਮੈਂਟ ਦੇ ਦਿਓ। ਨਹੀਂ ਜੀ। ਹਾਂਜੀ, ਦਵਿੰਦਰ ਕੌਰ ਜੀ, ਇਹਦਾ ਅਨਮਿਊਟ ਹੀ ਨਹੀਂ ਹੋ ਰਿਹਾ। ਹੈਲੋ ਹੈਲੋ ਹੈਲੋ। ਹਾਂਜੀ, ਮੈਂ ਇਧਰੋਂ ਅਨਮਿਊਟ ਕਰਦੀ ਆ ਤੇ ਤੁਸੀਂ ਮਿਊਟ ਕਰ ਦਿੰਦੇ ਆ। ਉਹ ਫਿਰ ਇਦਾਂ ਹੀ ਹੁੰਦੀ, ਘਰ 'ਚ ਰੌਲਾ ਹਮੇਸ਼ਾ ਹੀ ਪੈ ਜਾਂਦਾ, ਕੀ ਕਰੀਏ ਦੱਸ। ਇਹਨੂੰ ਭੈਣ ਦਵਿੰਦਰ ਕੌਰ, ਇਸੇ ਨੂੰ ਕਹਿੰਦੇ ਨੇ ਭਾਂਡੇ ਖੜਕਣਾ। ਬਿਲਕੁਲ ਜੀ, ਇਹ ਹੁੰਦਾ ਜੀ, ਇਹ ਜਾਣ ਕੇ ਮਿਊਟ ਕਰ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਤੁਹਾਡਾ ਤਾਂ ਧੰਨਵਾਦ ਹੈ ਹੀ, ਕਿਉਂਕਿ ਜਿਹੜੀ ਤੁਸੀਂ ਗੱਲ ਪੁੱਛੀ ਆ ਕਿ ਤੁਸੀਂ ਇਹਦੇ ਵਿੱਚੋਂ ਕੀ ਸਿੱਖਿਆ, ਇਹਦੇ ਵਿੱਚੋਂ ਇੱਕ ਨਵੀਂ ਸੋਚ ਇਹ ਹੀ ਮਿਲੀ ਆ ਕਿ ਮੈਂ ਤਾਂ ਸਿਰਫ ਆਪਣਾ ਕਹਿ ਸਕਦੀ ਹਾਂ ਕਿ ਜਿੱਦਾਂ ਰੱਬ ਦਾ ਜੋ ਪਹਿਲਾਂ ਕਥਾ ਸੁਣੀ ਸੀ, ਮੈਂ ਜਿਹੜੀ ਆਸਾ ਦੀ ਵਾਰ ਦੀ ਕਥਾ, ਉਹ ਮਸਕੀਨ ਜੀ ਉਹਨਾਂ ਦੀ ਵੀ ਪੂਰੀ ਸੁਣੀ ਹੋਈ ਆ ਜੀ, ਪਰ ਉਹਦੇ ਵਿੱਚੋਂ ਇੱਕ ਚੀਜ਼ ਮੇਰੇ ਦਿਲ 'ਚ ਇਹੀ ਪੈਦਾ ਹੋ ਗਿਆ ਸੀ, ਭੈ। ਹਾਂਜੀ, ਭੈ ਉਹ ਡਰ ਕੇ ਜੇ ਮੈਂ ਏਦਾਂ ਨਾ ਕੀਤਾ, ਠੀਕ ਹੈ ਜੀ, ਤੇ ਫਿਰ ਆਹ ਕੰਮ ਏਦਾਂ ਹੋ ਜਾਣਾ। ਹਾਂਜੀ, ਹੁਣ ਉਹ ਜਿਹੜੀ ਮਤਲਬ ਉਹ ਪੜ੍ਹਦੇ ਆ, ਉੱਠਣੀ ਸ਼ੁਰੂ ਹੋ ਗਏ ਜੀ। ਵੈਰੀ ਗੁੱਡ, ਧੰਨਵਾਦ। ਤੇ ਦੂਸਰਾ, ਜਿਹੜੀ ਇਹ ਬਾਣੀ ਹੈਗੀ ਆ ਮਹਾਰਾਜ ਦੀ, ਤੁਸੀਂ ਤਾਂ ਸਾਨੂੰ ਦੱਸ ਹੀ ਰਹੇ ਆ, ਮਤਲਬ ਬਿਲਕੁਲ ਐਕਸਪਲੇਨ ਕਰ ਰਹੇ ਆ ਇਹਦੇ ਡੂੰਘੇ ਮਤਲਬ, ਕਿਉਂਕਿ ਸਾਡੇ ਬਹੁਤੇ ਸਮਝ ਵਿੱਚ ਨਹੀਂ ਆਉਂਦੇ, ਪਰ ਸਭ ਤੋਂ ਜ਼ਿਆਦਾ ਜਿਹੜਾ ਸਿਰ ਆ ਨਾ, ਉਹ ਮਤਲਬ ਗੁਰੂ ਨਾਨਕ ਦੇਵ ਜੀ ਵਾਸਤੇ ਝੁਕਦਾ। ਹਾਂਜੀ ਹਾਂ, ਬਿਲਕੁਲ। 550 ਸਾਲ ਪਹਿਲਾਂ ਹਾਂ, ਮਤਲਬ ਉਹਨਾਂ ਨੇ ਇਹਨਾਂ ਦੇ ਰੈਵੋਲੂਸ਼ਨਰੀ ਜਿਹੜੇ ਉਹਨਾਂ ਨੇ ਕੰਮ ਕੀਤੇ ਆ, ਪਰ ਅਸੀਂ ਉਹਨਾਂ ਨੂੰ ਇੱਕ ਕਰਾਮਾਤੀ ਬਣਾ ਕੇ ਉਹਨਾਂ ਦੀ ਪੂਰੀ ਰਿਸਪੈਕਟ ਨਹੀਂ ਉਹਨਾਂ ਨੂੰ ਦੇ ਸਕੇ, ਹਾਂਜੀ, ਜਿਹੜੀ ਉਹਨਾਂ ਦੀ ਬਣਦੀ ਸੀ ਜੀ। ਹਾਂਜੀ, ਇਹ ਇੱਕ ਬੜੀ ਦੁੱਖ ਦੀ ਗੱਲ ਆ ਆਪਣੀ ਸਿੱਖ ਕੌਮ ਦੇ ਵਿੱਚ। ਹਾਂਜੀ ਹਾਂ, ਬਿਲਕੁਲ। ਜੋ ਉਹਨਾਂ ਨੇ ਸਾਨੂੰ ਦਿੱਤਾ ਉਹ ਅਸੀਂ ਲੈ ਨਹੀਂ ਸਕੇ ਉਹਨਾਂ ਦੇ ਕੋਲੋਂ, ਤੇ ਪਰ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਬਹੁਤ ਮਤਲਬ ਨਿਊ ਜਿਹੜੀ ਮੋਡਰੇਸ਼ਨ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅੱਜ ਇਸ ਵੇਲੇ ਸਿੱਖ ਕੌਮ ਨੂੰ ਬਹੁਤ ਲੋੜ ਆ, ਉਸ ਤਰੀਕੇ ਦੇ ਨਾਲ ਤੁਸੀਂ ਸਮਝਾ ਰਹੇ ਆ। ਪਲੀਜ਼ ਜਾਨੀ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਤੇ ਤੁਹਾਨੂੰ ਹੋਰ ਬਹੁਤੀ, ਹਾਂਜੀ, ਬਸ ਇਹ ਤਾਂ ਸਾਨੂੰ ਦੱਸੀ ਜਾਵੇ। ਹਾਂਜੀ, ਬਹੁਤ ਬਹੁਤ ਧੰਨਵਾਦ ਮੇਰੀ ਭੈਣ, ਵਾਹਿਗੁਰੂ ਚੜ੍ਹਦੀ ਕਲਾ। ਥੈਂਕ ਯੂ ਜੀ। ਸਹੀ ਪ੍ਰਚਾਰ ਹੋ ਜਾਵੇ ਜਾਨੀ ਜੀ, ਤਾਂ ਸਾਡੇ ਦਿਮਾਗਾਂ ਦੇ ਵਿੱਚ ਸਹੀ ਗੱਲਾਂ, ਸਹੀ ਮਨੌਤਾਂ ਆ ਜਾਊਗੀਆਂ ਤੇ ਗਲਤ ਮਨੌਤਾਂ ਨਿਕਲ ਜਾਊਗੀਆਂ, ਨਿਕਲ ਜਾਣਗੇ। ਹਾਂਜੀ, ਤੇ ਉਹਨਾਂ ਦੇ ਨਾਲ ਸਾਡਾ ਸੁਧਾਰ ਆ, ਫਿਰ ਸਾਰੀ ਜ਼ਿੰਦਗੀ ਸੌਖੀ ਹੈ ਜੀ। ਕੋਈ ਨਹੀਂ ਜੀ, ਆਸਾ ਦੀ ਵਾਰ ਮੁਕੰਮਲ ਹੋਣ ਤੱਕ ਮੈਨੂੰ ਉਮੀਦ ਹੈ ਕਿ ਜਿਹੜੀਆਂ ਗਲਤ ਮਨੌਤਾਂ ਨੇ ਟੋਟਲ ਹੀ ਨਿਕਲ ਜਾਣ। ਹਾਂਜੀ, ਅਜੇ ਬਹੁਤ ਕੁਝ ਹੋਣੇ ਵਾਲਾ ਜੀ। ਮੈਂ ਇੰਨਾ ਕਹਿ ਸਕਦਾ ਆਪਣੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਆਸਾ ਦੀ ਵਾਰ ਪੜ੍ਹੀ ਹੈ, ਕਿ ਇਕੱਲੀ ਪੜ੍ਹਨ ਤਾਂ ਹੀ ਸੀਮਤ ਸੀਗੇ, ਉਹਦੇ ਵਿੱਚ ਬਹੁਤ ਕੁਐਸਚਨ ਉੱਠਦੇ ਹੁੰਦੇ ਸੀਗੇ, ਮੇਰੇ ਦਿਮਾਗ ਦੇ ਵਿੱਚ ਵੀ ਉੱਠਦੇ ਹੁੰਦੇ ਸੀਗੇ, ਔਰ ਕਥਾਵਾਂ ਜਿੱਦਾਂ ਕਈ ਐਕਸਪਲੇਨੇਸ਼ਨ ਸੁਣੀਆਂ, ਤੇ ਉਹਦੇ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਨਾ ਕਿਸੇ ਚੀਜ਼ ਜਾਣਨ ਦੀ, ਫੇਰ ਤੁਹਾਡਾ ਧਿਆਨ ਜ਼ਿਆਦਾ ਲੱਗਦਾ, ਠੀਕ ਹੈ ਜੀ। ਤੇ ਅਦਰਵਾਈਜ਼ ਆਈ ਗਈ ਜੇ ਗੱਲ ਹੋ ਜਾਂਦੀ ਹੈ, ਉਹਦੇ ਵਿੱਚ ਬਹੁਤਾ ਧਿਆਨ ਨਹੀਂ ਕੱਢ ਹੁੰਦਾ। ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਸਰੋਤਿਆਂ ਦਾ ਵੀ,
ਜਿਨ੍ਹਾਂ ਨੇ ਇਹ ਆਪਣੀ ਫੀਲਿੰਗ ਵੀ ਦੱਸੀ ਆ ਔਰ ਕੁਐਸਚਨ ਵੀ ਕੀਤੇ ਆ, ਔਰ ਮੈਂ ਸਮਝਦਾ ਕਿ ਉਹਨਾਂ ਨੇ ਆਪਣੇ ਦਿਲੋਂ ਕੀਤੇ ਇਹ ਸਾਰੇ। ਜਿੱਦਾਂ ਸਾਡੇ ਹਰਨੇਕ ਸਿੰਘ ਭਾਈ ਸਾਹਿਬ, ਅਸੀਂ ਬਹੁਤ ਚਿਰ ਤੋਂ ਜਾਣਦੇ ਇੱਕ ਦੂਜੇ ਨੂੰ, ਪਰ ਇਹ ਹੁਣ ਰੈਗੂਲਰਲੀ ਸਾਡੇ ਨਾਲ ਇੱਥੇ ਜੁੜਦੇ ਆ। ਇੱਕ ਤਾਂ ਇਹਨਾਂ ਦਾ ਧੰਨਵਾਦ, ਦੂਆ ਇਹਨਾਂ ਨੇ ਜੋ ਪਿਕ ਕਰਦੇ ਆ ਨਾ, ਇਹਨਾਂ ਦੇ ਕਾਫੀ ਡੂੰਘੀਆਂ ਗੱਲਾਂ ਜਿੱਦਾਂ ਪਿਕ ਕਰਦੇ ਆ, ਉਹ ਵੀ ਦਿਲੋਂ ਨਿਕਲਦੀਆਂ, ਤਾਂ ਕਿ ਉਹ ਮਤਲਬ ਸਮਝ ਆਉਂਦੀਆਂ ਹਰੇਕ ਨੂੰ, ਜਿੱਦਾਂ ਸਮਝ ਆਉਂਦੀਆਂ ਹੈ ਜੀ। ਸੋ ਇਸ ਕਰਕੇ ਸਾਰੀ ਸੰਗਤ ਨੂੰ ਆਈ ਐਮ ਸ਼ੋਰ ਕਿ ਜਿਨ੍ਹਾਂ ਦੇ ਨਾਲ ਨਹੀਂ ਵੀ ਕੋਈ ਗੱਲਬਾਤ ਹੋਈ ਨਾ, ਉਹਨਾਂ ਦੇ ਦਿਮਾਗ ਦੇ ਵਿੱਚ ਵੀ ਕੋਈ ਨਾ ਕੋਈ ਨਵੀਂ ਤੇ ਨਵੀਂ ਗੱਲ ਪੈਂਦੀ ਆ, ਕਿਉਂਕਿ ਇਹ ਇੱਕ ਡਿਫਰੈਂਟ ਤਰੀਕਾ ਹੈ ਤੁਹਾਡੇ ਵੀ ਸਮਝਾਉਣ ਦਾ। ਤੇ ਸਾਨੂੰ ਉਹ ਜਿਹੜੀਆਂ ਬਾਬੇ ਨੇ ਕਹਾਣੀਆਂ ਕਹਾਣੀਆਂ ਜਾਂ ਕਥਾ ਹੋਰ ਜਿਹੜੀਆਂ ਇਹਦੇ ਨਾਲ ਜੋੜ ਕੇ ਕਹਾਣੀਆਂ ਸੁਣਾ ਕੇ, ਤੇ ਉਹਨਾਂ ਦੀ ਬਜਾਏ ਸਾਨੂੰ ਨਵੀਂ ਸੋਚ ਮਿਲਦੀ ਆ। ਇਹ ਨਵੀਂ ਸੋਚ ਸਾਨੂੰ ਕਿਤੇ ਨਾ ਕਿਤੇ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਵਾਸਤੇ ਲੈ ਕੇ ਜਾ ਰਹੀ ਆ। ਤੇ ਇਸ ਕਰਕੇ ਮੈਂ ਤੁਹਾਡਾ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਕਰਦਾ, ਤੇ ਸਾਰੀਆਂ ਸੰਗਤਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ। ਅੱਜ ਟਾਈਮ ਕਾਫੀ ਹੋ ਗਿਆ ਉਹਨਾਂ ਦਾ, ਪਰ ਅੱਜ ਫੀਡਬੈਕ ਵਧੀਆ ਮਿਲੀ ਆ ਜੀ, ਔਰ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਕੱਲ ਨੂੰ ਹੈਗਾ ਐਤਵਾਰ ਜੀ, ਕੱਲ ਨੂੰ ਸਾਡੇ ਗੁਰਦੁਆਰੇ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ, ਉਹ ਦੇਖਿਓ ਸੁਣਿਓ। ਤੇ ਆਪਾਂ ਪਰਸੋਂ ਨੂੰ ਸੋਮਵਾਰ ਨੂੰ ਮੁੜ ਕੇ ਫਿਰ ਇਸੇ ਪਲੇਟਫਾਰਮ ਤੇ ਇਸੇ ਟਾਈਮ ਤੇ ਆਵਾਂਗੇ 2 ਵਜੇ, ਤੇ ਫਿਰ ਇਸੇ ਤਰ੍ਹਾਂ ਜੁੜਾਂਗੇ ਜੀ। ਤਦ ਤੱਕ ਲਈ ਹੁਣ ਜਦੋਂ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।